from where we left over last time and progressing further in his life. It's 9:01, so I'm going to start now. So whoever joins later can join the Vaheguru Ji Ka Khalsa, Vaheguru Ji Ki Fateh, everybody. Um, so this is, I think, the probably the 7th session or the 8th session, or I don't know how many sessions we have had on his life. But 7वां session होएगा या 8वां session होएगा, so it's been a month and a half or so, and before when we started this thing. So last time मैं ਦੱਸਿਆ ਸੀ ਕਿ ਖਿਦਰਾਨੇ ਦੀ ਬੈਟਲ ਜਿਹੜੀ ਮੁਕੱਸਰ ਦੀ ਬੈਟਲ ਸੀ ਉਸ ਤੋਂ ਬਾਅਦ ਗੁਰੂ ਜੀ traveled from ਲੱਖੀ ਜੰਗਲ ਹੁੰਦੇ ਹੋਏ ਪੱਕਾ ਵਿਲੇਜ ਹੁੰਦੇ ਹੋਏ ਤਲਵੰਡੀ ਸਾਬੋ ਆ ਗਏ ਉੱਥੇ ਦਮਦਮਾ ਸਾਹਿਬ ਕਹਿੰਦੇ ਹਨ ਉਸ ਨੂੰ ਹੁਣ ਤਲਵੰਡੀ ਸਾਬੋ ਵੀ ਕਹਿੰਦੇ ਹਨ ਕਈ ਸਾਬੋ ਕੀ ਤਲਵੰਡੀ ਕਹਿੰਦੇ ਹਨ ਸ਼ਹਿਰ ਇੱਕੋ ਹੀ ਹੈ ਸਦਨ ਪੰਜਾਬ ਵਿੱਚ ਹੈ ਨੀਅਰ ਬਠਿੰਡਾ ਤੇ ਉੱਥੇ ਮਹਾਰਾਜ ਆ ਕੇ ਉੱਥੇ ਜਿਹੜਾ ਇੰਪੋਰਟੈਂਟ ਕੰਮ ਸੀ ਕਿ ਦਮਦਮੀ ਬੀੜ ਨੂੰ ਜਿਹੜਾ ਫਾਈਨਲਾਈਜ਼ ਕਰਨਾ ਸੀ ਜਿਹੜੀ ਫਾਈਨਲ ਕੈਨੋਨਾਈਜੇਸ਼ਨ ਕਰਨਾ ਸੀ ਬੀੜ ਦੀ ਉਹ ਉੱਥੇ ਹੋਇਆ ਕੰਮ ਸਾਰਾ ਕਾਫੀ ਟਾਈਮ ਲੱਗਿਆ ਕਰਨ ਨੂੰ ਭਾਈ ਮਨੀ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਸਪੈਸ਼ਲੀ ਐਜ਼ ਆਈ ਸੈਡ ਲਾਸਟ ਟਾਈਮ ਉਹਨਾਂ ਨੂੰ ਬਿਠਾ ਕੇ ਤੇ ਬੀੜ ਦੀ ਜਿਹੜੀ ਹੈ ਲਿਖਵਾਈ ਜਿਹੜੀ ਹੈ ਸੰਪੂਰਨ ਕਰਵਾਈ ਉਹਨਾਂ ਨੇ ਸਾਰੀ ਇੱਕ ਫਾਈਨਲ ਸ਼ੇਪ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ Remember, this took place sometime during late 1705 to like mid 1706 tak. I just want to make sure that everybody has a timeline ਤੁਹਾਡੇ ਸਾਹਮਣੇ ਹੋਵੇ ਤੇ ਇਹ 1706 ਦੇ ਜੂਨ ਦੇ ਕਰੀਬ ਜੁਲਾਈ ਕਹ ਲੋ ਜੂਨ ਕਹ ਲੋ ਕਈਆਂ ਨੇ ਮੇ ਲਿਖਿਆ ਹੈ ਐਗਜ਼ੈਕਟ ਡੇਟ ਕਹਿਣੀ ਮੁਸ਼ਕਿਲ ਹੈ ਬਟ ਤਕਰੀਬਨ ਇਹਨਾਂ ਮਹੀਨਿਆਂ ਵਿੱਚ ਆ ਕੇ ਬੀੜ ਦੀ ਜਿਹੜੀ ਹੈ ਉਹ ਫਾਈਨਲ ਰੂਪ ਜਿਹੜਾ ਹੈ ਦਮਦਮੀ ਬੀੜ ਦਾ ਉਹ ਤਿਆਰ ਹੋ ਗਿਆ ਮਹਾਰਾਜ ਨੇ ਕਿਹਾ ਕਿ ਇਸ ਵੇਲੇ ਤਾਂ ਮੈਂ ਲਾਸਟ ਟਾਈਮ ਵੀ ਕਿਹਾ ਸੀ ਕਿ ਇਸ ਵੇਲੇ ਉਹ ਨਹੀਂ ਕਰਨਾ ਜੋ ਪਹਿਲੇ ਹੋਇਆ ਸੀ ਪਹਿਲੇ ਕਰਤਾਰਪੁਰ ਬੀੜ ਦੇ ਉਤਾਰੇ ਨਹੀਂ ਹੋਏ ਇਸ ਵਾਰੀ ਉਹਨਾਂ ਨੇ ਹੁਕਮ ਕੀਤਾ ਕਿ ਇਹਨਾਂ 4 ਜਿਹੜੇ ਬਾਬਾ ਦੀਪ ਸਿੰਘ ਇਹਨਾਂ ਨੂੰ ਕਿ 4 ਕਾਪੀਜ਼ ਤੁਸੀਂ ਇਮੀਡੀਏਟਲੀ ਇਸ ਬੀੜ ਦੀਆਂ ਬਣਾਓ ਫੌਰਨ ਰਾਈਟ ਅਵੇ ਤਾਂ ਕਿ ਕੋਈ ਬਾਅਦ ਵਿੱਚ ਕੋਈ ਨਾ ਹੋਵੇ ਕਿ ਇਹ ਬੀੜ ਕੋਈ ਚੁੱਕੇ ਲੈ ਜਾਵੇ ਤੇ ਕਵੇ ਜੀ ਹੁਣ ਇਹ ਸਾਡੀ ਹੋ ਗਈ ਹੈ ਤੇ ਅਸੀਂ ਦੇਣੀ ਨਹੀਂ ਵਾਪਸ ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ 4 ਬੀੜਾਂ ਜਿਹੜੀਆਂ ਕਰਵਾਈਆਂ ਹਿਸਟਰੀ ਵਿੱਚ ਜੋ ਮੋਸਟ ਆਥਰਸ ਲਿਖਦੇ ਹਨ ਕਿ ਇਹ 4 ਬੀੜਾਂ ਉਹਨਾਂ ਨੇ ਇੱਕ ਪਟਨਾ ਸਾਹਿਬ ਹੈ ਇੱਕ ਹਜ਼ੂਰ ਸਾਹਿਬ ਹੈ ਕਿ ਨਹੀਂ ਹੈ ਐਗਜ਼ੈਕਟ ਕਾਪੀ ਹੈ ਕਿ ਨਹੀਂ ਹੈ ਇੱਕ ਅਨੰਦਪੁਰ ਸਾਹਿਬ ਵਿੱਚ ਹੈ ਇਹ ਹੁਣ ਔਰ ਇੱਕ ਅਕਾਲ ਬੁੰਗਾ ਇਜ਼ ਦੀ 올ਡ ਨੇਮ ਫॉर ਅਕਾਲ ਤਖਤ ਸਾਹਿਬ ਹੁਣ ਅਕਾਲ ਤਖਤ ਸਾਹਿਬ ਕਹਿੰਦੇ ਆ ਪਹਿਲੇ ਅਕਾਲ ਬੁੰਗਾ ਕਹਿੰਦੇ ਸੀ ਇੱਕ ਅਕਾਲ ਬੁੰਗੇ ਪਈ ਹੋਈ ਹੈ 84 ਦੇ ਆਰਮੀ ਅਟੈਕ ਵਿੱਚ ਕਾਫੀ ਨੁਕਸਾਨ ਹੋਇਆ ਉੱਥੇ ਬੀੜਾਂ ਨੂੰ ਜਿਹੜਾ ਤੋਸ਼ੇਖਾਨੇ ਦੇ ਸਮਾਨ ਨੂੰ ਉਹ ਬੀੜ ਹੁਣ ਹੈ ਕਿ ਨਹੀਂ ਹੈ ਕੋਈ ਖਾਸ ਸਬੂਤ ਨਹੀਂ ਹਨ ਸਾਡੇ ਕੋਲ ਉਹ 4 ਬੀੜਾਂ ਕਿੱਥੇ ਹਨ ਹੁਣ ਬਟ ਫਿਰ ਉਹਨਾਂ 4 ਬੀੜਾਂ ਦੇ ਅੱਗੇ ਫਰਦਰ ਬੜੀਆਂ ਕਾਪੀਜ਼ ਬਣੀਆਂ ਸੋ ਵੀ ਹੈਵ ਲੋਟ ਆਫ 올ਡ ਕਾਪੀਜ਼ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਐਗਜ਼ੈਕਟਲੀ ਕਹਿਣਾ ਕਿ ਉਹ 4 ਜਿਹੜੇ ਦਮਦਮਾ ਸਾਹਿਬ ਉਹਨਾਂ ਦੇ ਹੁੰਦਿਆਂ ਹੋਈਆਂ ਜਿਹੜੀਆਂ ਕਾਪੀਜ਼ ਬਣੀਆਂ ਉਹ ਹਨ ਉਹ ਕੀ ਨਹੀਂ ਉਹ ਕਹਿਣਾ ਮੁਸ਼ਕਿਲ ਹੈ ਸੋ ਇੱਥੇ ਅਸੀਂ ਵੀ ਲੈਫਟ ਇਟ देयर ਲਾਸਟ ਟਾਈਮ ਤੇ ਬਾਅਦ ਵਿੱਚ ਅਕਤੂਬਰ 21 ਅਕਤੂਬਰ 1706 ਰਿਮੈਂਬਰ ਬਰਥ ਹੋਣਾ ਜਾਂ 1666 ਵਿੱਚ ਹੈ ਸੋ ਇਹ ਅਕਤੂਬਰ 21 1706 ਸੋ ਹੀ ਵਾਸ 40 ਇਅਰਸ 올ਡ 40 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਉਹਨਾਂ ਨੇ ਡਿਸੀਜਨ ਲਿੱਤਾ ਕਿ ਅਸੀਂ ਹੁਣ ਸਾਊਥ ਜਾਵਾਂਗੇ ਦੱਖਣ ਦੇਸ਼ ਨੂੰ ਔਰੰਗਜ਼ੇਬ ਨੂੰ ਮਿਲਣ ਵਾਸਤੇ ਔਰੰਗਜ਼ੇਬ ਦੀ ਜਿਹੜੀ ਚਿੱਠੀ ਜਿਹੜੀ ਹੈ ਜਸਟ ਅ ਲਿਟਲ ਬਿਟ ਆਫ ਬੈਕਗ੍ਰਾਉਂਡ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਇਹ 2 ਜੈਂਟਲਮੈਨ were responsible for delivering the letter to him the emperor was in Ahmednagar ਬੜੇ ਹਿਸਟੋਰੀਅਨਸ ਕਹਿੰਦੇ ਹਨ ਕਿ ਬੜੀ ਦਿੱਕਤ ਆਈ ਦੋਨਾਂ ਨੂੰ ਟੂ ਡਿਲੀਵਰਿੰਗ ਦ ਲੈਟਰ ਆਈ ਕੈਨ ਬਲੀਵ ਅੱਜ ਵੀ ਕੋਈ ਕਵੇ ਮੈਂ ਜਾ ਕੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਕਿ ਚਿੱਠੀ ਦੇਣੀ ਹੈ ਕੱਲਿਆਂ ਜਾ ਕੇ ਆਈ ਕੈਨ ਇਮੈਜਿਨ ਦਿਸ ਪਰਸਨ ਵਿਲ ਨਾਟ ਬੀ ਏਬਲ ਟੂ go to the prime minister's office and just deliver the letter in person you will have lot of trouble ਅੱਜ ਕੋਈ ਕਵੇ ਜਾ ਕੇ ਪ੍ਰੈਜ਼ੀਡੈਂਟ ਬਾਈਡਨ ਨੂੰ ਜਾ ਕੇ ਕਿਸੇ ਨੇ ਚਿੱਠੀ ਦੇਣੀ ਹੈ there must be a method ਜਾ ਕੇ ਕੋਈ ਪਬਲਿਕ ਆਫਿਸ ਹੋਏਗਾ ਜੇ ਤੁਸੀਂ ਚਿੱਠੀ ਦੇ ਸਕਦੇ ਹੋ ਫਿਰ ਉਹ ਅੱਗੇ ਦੇਣਗੇ ਕਿ ਨਹੀਂ ਦੇਣਗੇ
ਅਗਲਾ ਕੌਣ ਪੜੇਗਾ ਚਿੱਠੀ, ਉਹਦੇ ਡੈਸਕ ਤੇ ਜਾਏਗੀ ਕਿ ਨਹੀਂ ਜਾਏਗੀ ਚਿੱਠੀ ਜਾ ਕੇ, ਇਹ ਕਹਿਣਾ ਬੜਾ ਮੁਸ਼ਕਿਲ ਹੈ। ਹਿਸਟੋਰੀਅਨਸ ਬਿਲੀਵ ਕਿ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਨੇ ਬੜੀ ਕੋਸ਼ਿਸ਼ ਕੀਤੀ ਅਹਿਮਦਨਗਰ ਐਮਪਰਰ ਨੂੰ ਅਪਰੋਚ ਕਰਨ ਵਾਸਤੇ, ਬਟ ਨਹੀਂ ਅਪਰੋਚ ਹੋ ਸਕੇ। ਤੇ ਹਿੰਮਤ ਹਾਰ ਕੇ ਭਾਈ ਧਰਮ ਸਿੰਘ ਜੀ ਵਾਪਸ ਜਦੋਂ ਜਾਣ ਲੱਗੇ ਤੇ ਕੁਝ ਜਾਣ ਤੋਂ ਪਹਿਲੇ ਜਾਂ ਉਹਨਾਂ ਦੇ ਜਾਣ ਤੋਂ ਥੋੜੀ ਦੇਰ ਬਾਅਦ ਭਾਈ ਦਇਆ ਸਿੰਘ ਜੀ got an audience with the emperor somehow when the letter was delivered. As soon as the letter was delivered though, ਜਦੋਂ ਤੇ ਉਹਨੇ ਪੜ੍ਹੀ, ਜਦੋਂ ਤੇ ਪੜ੍ਹ ਕੇ ਬੜਾ ਉਹਨੂੰ ਇਫੈਕਟ ਹੋਇਆ, ਉਹਨੂੰ ਤੇ ਇਫੈਕਟ ਹੋਣ ਤੋਂ ਬਾਅਦ ਉਹਨੇ ਉਸੇ ਵੇਲੇ ਜਾਰੀ ਕੀਤਾ ਇੱਕ ਸ਼ਾਹੀ ਹੁਕਮਨਾਮਾ, ਜੋ ਕਹਿ ਲੋ, ਜੋ ਵੀ ਕਹਿ ਲੋ। ਉਹ ਬੜੇ ਵੱਡੇ ਵੱਡੇ ਨਾਂ ਹਨ ਮੁਗਲ ਅਹੁਦਿਆਂ ਦੇ, ਆਈ ਤੋਂ ਸ਼ੁਰੂ ਹੁੰਦਾ ਫਾਰਸੀ ਵਿੱਚ, ਸਾਰਾ ਕੁਝ ਅਵੇਲੇਬਲ ਹੈ, ਹਿਸਟੋਰੀਕਲ ਰੈਕੋਰਡ ਵੀ ਤੁਸੀਂ ਪੜ੍ਹ ਸਕਦੇ ਹੋ। ਡਾਕਟਰ ਗੰਡਾ ਸਿੰਘਰਾ ਨੇ ਬਹੁਤ ਡਿਟੇਲ ਚ ਲਿਖਿਆ ਆਪਣੀ ਬੁੱਕ ਵਿੱਚ। if somebody wants to read his book, you can be more than welcome to read his book. Probably book is available. ਉਹਨਾਂ ਨੇ ਬਹੁਤ ਡੈਪਥ ਵਿੱਚ ਸਮਝਾਇਆ ਇਸ ਗੱਲ ਨੂੰ ਵੀ ਕਿਸ ਤਰ੍ਹਾਂ ਮਿਲੇ, ਕਿਸ ਤਰ੍ਹਾਂ ਉਹਨਾਂ ਨੂੰ ਜਵਾਬ ਦਿੱਤਾ। ਮਹਾਰਾਜ ਨੂੰ ਪਤਾ ਲੱਗ ਗਿਆ ਉਸ ਵੇਲੇ ਕਿ ਚਿੱਠੀ ਦਾ ਜਵਾਬ ਜਿਹੜਾ ਵਾ ਉਹ ਇੱਕ ਮੈਸੇਂਜਰ, ਫਾਸਟ ਮੈਸੇਂਜਰ ਕਹਿ ਲੋ, ਕੋਈ ਵੀ ਕਹਿ ਲੋ, ਉਹ ਪਹੁੰਚਿਆ ਉੱਥੇ ਤਲਵੰਡੀ ਸਾਬੋ। ਪਤਾ ਲੱਗ ਗਿਆ ਕਿ ਉਹਨਾਂ ਨੂੰ ਮਿਲ ਗਿਆ ਹੈ ਜਵਾਬ, ਉਹ ਮਿਲਣਾ ਚਾਹੁੰਦੇ ਹਨ ਤੁਹਾਡੇ ਨਾਲ। ਮਹਾਰਾਜ ਡਿਸੀਜਨ ਲੈਂਦੇ ਹਨ ਕਿ ਅਸੀਂ ਸੁਲ੍ਹਾ ਨਾਲ ਇਹ ਗੱਲ ਨਿਪਟਾਣੀ ਹੈ ਸਾਰੀ, ਅਸੀਂ ਵਾਪਸ ਅਨੰਦਪੁਰ ਸਾਹਿਬ ਚਲੇ ਜਾਣਾ ਹੈ, ਅਸੀਂ ਤੁਹਾਡਾ ਰਾਜ ਨਹੀਂ ਲੈਣਾ, ਅਸੀਂ ਸਿਰਫ ਆਪਣੀ ਅਣਖ ਨਾਲ ਜੀਣਾ ਚਾਹੁੰਦੇ ਹਾਂ, ਸਾਨੂੰ ਕੋਈ ਉਹ ਜੀ ਕੋਈ ਸਾਡੇ ਕੋਈ ਪੋਲੀਟੀਕਲ ਗੇਨਸ ਕਰਨ ਦਾ ਮੋਟਿਵ ਨਹੀਂ ਹੈ ਸਾਡਾ ਕੋਈ। ਇਹ ਸੋਚ ਕੇ 1706 ਅਕਤੂਬਰ 21 1706 ਵਿੱਚ ਮਹਾਰਾਜ ਉੱਥੋਂ ਨਿਕਲਦੇ ਹਨ ਤਲਵੰਡੀ ਸਾਬੋ ਤੋਂ, ਸਦਨ ਜਨਰਲ ਲੈਂਦੇ ਹਨ। ਰਾਜਪੂਤਾਨਾ ਹੁੰਦੇ ਹੋਏ ਰਿਮੈਂਬਰ 21 ਅਕਤੂਬਰ ਨੂੰ ਚੱਲਦੇ ਹਨ। ਉਸ ਵੇਲੇ ਨਜ਼ਾਰੇ ਕੁਝ ਹੋਰ ਸਨ, ਮਤਲਬ ਡਿਫਰੈਂਟ ਸੀ, ਬੰਦਾ ਆਣਾ ਜਾਣਾ ਇੰਨਾ ਈਜ਼ੀ ਨਹੀਂ ਸੀ ਤੇ 20th of February, ਸੋ 21 ਅਕਤੂਬਰ ਤੋਂ ਮਤਲਬ ਕਿ ਤੁਸੀਂ ਲਾ ਲਓ ਕਿ 4 ਜਾਂ 5 ਮਹੀਨਿਆਂ ਬਾਅਦ ਪਤਾ ਲੱਗਦਾ ਹੈ ਕਿ 20 ਫਰਵਰੀ 1707, ਮਤਲਬ 4 ਜਾਂ 5 ਮਹੀਨੇ ਬਾਅਦ ਔਰੰਗਜ਼ੇਬ passed away, the Mughal emperor ਉਸ ਵੇਲੇ ਦਾ, he passed away. He was on his northward journey to Delhi ਜਦੋਂ he passed away. ਤਬੀਅਤ ਉਹਦੀ ਖਰਾਬ ਸੀ। ਦੇਖੋ ਨਾ, ਜਿੰਨੇ ਇਤਨੇ ਦੁੱਖ ਦਿੱਤੇ ਹੋਣ ਦੁਨੀਆ ਨੂੰ, ਫਿਰ ਉਹ ਆਪ ਕਿਸ ਤਰ੍ਹਾਂ ਸੁਖੀ ਰਹਿ ਸਕਦਾ ਹੈ। He was, Umar, he was in his 80s when he passed away. Nobody was with him. Even his own son, nobody was with him when he passed away. And nobody came to his funeral either. Not one of the sons came to his funeral. Daughter nahi aayi ਉਹਦੀ। Only few ਜਿਹੜੇ ਕੋਰਟ ਦੇ ਜਿਹੜੇ ਬੰਦੇ ਸਨ, official ਜਿਹੜੇ ਬੰਦੇ ਸਨ, they were the only ones who were there though. Fortunately or unfortunately ਮੈਂ ਗਿਆ ਹੋਇਆ ਇੱਕ ਵਾਰੀ ਹਜ਼ੂਰ ਸਾਹਿਬ ਗਏ ਸੀ ਤੇ ਵਾਪਸੀ ਤੇ ਔਰੰਗਾਬਾਦ ਮੈਂ ਸਪੈਸ਼ਲੀ ਰੁਕਿਆ, ਮੈਂ ਕਿਹਾ ਮੈਂ ਇਹਦਾ ਦੇਖ ਕੇ ਆਵਾਂ ਮਕਬਰਾ ਜਿਹੜਾ ਇਹਦਾ ਹੈ, ਇਹਦੀ ਟੁੰਬ ਜਿਹੜੀ ਹੈ ਤੇ ਬੜੀ ਆਰਡੀਨਰੀ ਜੀ ਹੈ, ਕੋਈ ਉਹ ਜੀ ਤੁਸੀਂ ਦੇਖ ਸਕਦੇ ਹੋ, YouTube ਤੇ ਦੇਖ ਸਕਦੇ ਹੋ ਤੁਸੀਂ, ਬੜੀਆਂ YouTube ਤੇ ਵੀਡੀਓਜ਼ ਹਨ, ਕੋਈ ਉਹ ਜੀ ਗੱਲ ਨਹੀਂ ਹੈ। ਉਹਨੂੰ ਅਗਰ ਕੰਪੇਅਰ ਕਰੋਗੇ ਸੀਸਗੰਜ ਸਾਹਿਬ ਨਾਲ ਤੇ ਫਿਰ ਹੈਰਾਨਗੀ ਹੁੰਦੀ ਹੈ ਬੰਦੇ ਨੂੰ ਕਿ ਕਿੱਥੇ ਇੱਕ ਜਗ੍ਹਾ ਲੱਖਾਂ ਬੰਦਾ ਰੋਜ਼ ਜਾਂਦਾ ਹੈ ਅਰਦਾਸਾਂ ਕਰਨ, ਲੱਖਾਂ ਬੰਦਾ ਰੋਜ਼ ਲੰਗਰ ਛਕਦਾ ਹੈ, ਤੇ ਇੱਕ ਜਗ੍ਹਾ ਹੈ ਜਿੱਥੇ ਕੋਈ ਵਿਰਲਾ ਟਾਵਾਂ ਕੋਈ ਆਂਦਾ ਹੀ ਨਹੀਂ, ਕੋਈ ਉੱਥੇ ਬਰਡਸ ਦੀ ਉੱਥੇ ਬਿੱਠ ਪਈ ਹੋਈ ਹੈ ਉਹਦੇ ਉੱਤੇ ਕੋਈ ਹੈ ਹੀ ਨਹੀਂ, ਕੋਈ ਵੱਡੀ ਕੋਈ ਇਮਾਰਤ ਨਹੀਂ, ਕੋਈ ਕੁਛ ਨਹੀਂ। ਪਰ ਉਸ ਵੇਲੇ ਹਾਕਮ ਉਹੀ ਸੀ, that was who the emperor was. So anybody has any questions so far on this part of the historical reference? So Maharaj ਜਦੋਂ ਭਗੌੜ ਪਹੁੰਚਦੇ ਹਨ, ਰਾਜਸਥਾਨ ਵਿੱਚ ਹੈ ਭਗੌੜ, the town still exists there, you can look it up on the Google Maps if you want to. There is a big Gurdwara in Bhagod ਜਿੱਥੇ ਮਹਾਰਾਜ ਰਹੇ ਹਨ ਭਗੌੜ। Not that far from Delhi, south of Delhi, west of Agra, the town still is there. ਪਹਿਲੇ GHAUR ਲਿਖਦੇ ਸਨ, ਹੁਣ GHOR ਲਿਖਦੇ ਹਨ। ਪੁਰਾਣੇ ਰਿਕਾਰਡ ਜਿਹੜੇ ਹਨ ਉਹ ਭਗੌੜ ਦੀ ਸਪੈਲਿੰਗ AUR ਹੁਣ OR ਲਿਖਦੇ ਹਨ, ਬਟ the same town. ਗੁਰਦੁਆਰਾ ਹੈ ਉੱਥੇ to commemorate ਉਹਨਾਂ ਦੀ ਵਿਜ਼ਿਟ ਜਿੱਥੇ ਮਹਾਰਾਜ ਰਹੇ ਹਨ ਭਗੌੜ। ਜਦੋਂ ਭਗੌੜ ਪਹੁੰਚਦੇ ਹਨ ਤੇ ਪਤਾ ਲੱਗਦਾ ਉਹਨਾਂ ਨੂੰ ਕਿ the emperor is no more, the emperor is gone. ਮਹਾਰਾਜ ਫਿਰ ਡਿਸੀਜਨ ਲੈਂਦੇ ਹਨ ਉੱਥੇ। ਤਦ ਤੱਕ ਜਦੋਂ ਭਗੌੜ ਪਹੁੰਚਦੇ ਹਨ, the route was pre-decided ਵੀ ਕਿਹੜੇ ਰਸਤੇ ਤੋਂ ਤੁਸੀਂ ਵਾਪਸ ਆਣਾ ਹੈ ਤੇ ਕਿਹੜੇ ਰਸਤੇ ਤੋਂ ਮੈਂ ਜਾਵਾਂਗਾ, ਤਾਂ ਕਿ
ਤੁਸੀਂ ਆਂਦਿਆਂ ਜਾਂਦਿਆਂ ਜੇ ਮੈਨੂੰ ਮਿਲ ਸਕੋ, you know. So and that used to be very common in those days when people used to travel long distances. They used to, ਅਗਰ if ਤੁਹਾਨੂੰ ਕਿਸੇ ਨੂੰ ਮਿਲਣਾ ਹੈ ਤੇ the route used to be predetermined ਵੀ ਕਿੱਥੇ ਕਿੱਥੋਂ ਜਾਣਾ ਹੈ ਅਸੀਂ ਸਾਰਾ। ਮੈਂ ਇੱਥੇ ਰੁਕਾਂਗਾ ਇੱਕ ਸੈਕਿੰਡ ਵਾਸਤੇ if anybody has any questions on the series of event ਜਿਹੜੇ ਮੈਂ ਹੁਣ describe ਜਿਹੜੇ ਕੀਤੇ ਹਨ, you know. Anybody has any questions though, or जिन्ना कुछ समझ आया होवे ते This is just for information. When did the meaning writing of the beads up continue? When did we shift to printing? When printing happened? 1880s 1890s which the printing press came to Punjab, ਉਸ ਅੱਛਾ ਵੇਲੇ ਜੀ। ਉਸਨੂੰ ਪੱਥਰ ਛਾਪ ਕਹਿੰਦੇ ਸਨ। ਅੱਛਾ ਜੀ। you know, there used to be a different style of printing. ਯੂਰਪ ਬਹੁਤ ਪਹਿਲੇ ਆ ਗਈ ਸੀ ਪਰ ਪੰਜਾਬ ਵਿੱਚ 1880s ਵਿੱਚ ਆਈ ਹੈ, you know, So ਪਹਿਲੇ till then it was handwritten. 1880s तक it was handwritten. Even when the ਪੱਥਰ ਛਾਪ came, the pagination proper ਨਹੀਂ ਹੋ ਪਾਈ ਬੀੜ ਦੀ, so ਤਾਂ ਵੀ ਕੋਈ ਕਈ ਬੀੜਾਂ ਦੇ ਪੇਜ ਨੰਬਰ correspond ਨਹੀਂ ਕਰਦੇ। ਮਤਲਬ ਜ਼ਰੂਰੀ ਨਹੀਂ ਹੈ ਕਿ ਇੱਕ ਸ਼ਬਦ ਜਿਹੜਾ ਉਹ ਸੈਕੰਡ ਲਾਸਟ ਲਾਈਨ ਤੋਂ ਸ਼ੁਰੂ ਹੋਇਆ ਇੱਕ ਬੀੜ ਦੇ ਉਸ ਪੇਜ ਤੋਂ, ਜ਼ਰੂਰੀ ਨਹੀਂ ਕਿ ਉਹ ਸ਼ਬਦ ਅਗਲੀ ਬੀੜ ਤੇ ਵੀ ਉਸੇ ਪੇਜ ਤੇ ਉਸੇ ਲਾਈਨ ਤੇ ਸ਼ੁਰੂ ਹੋਇਆ ਹੋਵੇ। ਤਾਂ ਕਿ ਤਾਂ ਵੀ ਹਰਮੰਦਰ ਸਾਹਿਬ ਜਦੋਂ ਵਾਕ ਲਿੱਤਾ ਜਾਂਦਾ, ਹੁਣ ਕਈ ਵਾਰੀ ਤੇ ਦੇਖੋ ਕਿ ਉਹ ਵਾਕ ਕਈ ਵਾਰੀ ਤੁਹਾਡੀ ਪੇਜ ਤੁਹਾਡੀ ਬੀੜ ਤੇ ਉਹ ਵਾਲੇ ਪੇਜ ਤੇ ਨਾ ਆਏ, ਸ਼ਾਇਦ ਜਿਹੜੀ ਬੀੜ ਤੋਂ ਉਸ ਵੱਲ ਲਿੱਤਾ ਗਿਆ ਉਹ ਉਸ ਬੀੜ ਤੋਂ ਹੋਵੇ। ਹਾਂਜੀ, ਸੋ ਟਾਈਮ ਲੱਗਿਆ ਥੋੜਾ ਜਿਹਾ, ਬਟ ਐਨੀਵੇ। Right, thank you. No problem. Any other ji, any कोई question, कोई समझ आ रही सारी गाल? ਹਾਂਜੀ ਵੀਰ ਜੀ, ਇੱਕ I just wanted to ask you ਕਿ ਹੁਣ ਤੱਕ ਔਰੰਗਜ਼ੇਬ was not truthful. He was always going back on his word. ਤੇ ਇਸ ਵੇਲੇ ਕਿਸ ਤਰ੍ਹਾਂ ਗੁਰੂ ਜੀ ਨੇ ਉਹਨਾਂ ਨੂੰ ਮਿਲਣ ਵਾਸਤੇ ਤਿਆਰ ਹੋ ਗਏ? ਮੀਨਾ ਜੀ, ਜਦੋਂ ਡੈਥ ਤੁਹਾਨੂੰ ਸਟੇਅਰ ਕਰਦੀ ਹੈ ਨਾ ਤੁਹਾਡੀ ਅੱਖਾਂ ਵਿੱਚ, ਜਦੋਂ ਉਹ ਬੜਾ ਡਿਫਰੈਂਟ ਟਾਈਮ ਹੈ। ਹੀ ਵਾਸ ਇਨ ਹਿਸ ਮਿਡ 80s when this happened, you know. So ਜਦੋਂ ਡੈਥ ਤੁਹਾਨੂੰ ਸਟੇਅਰ ਕਰਦੀ ਹੈ ਤੁਹਾਡੀ ਅੱਖਾਂ ਤੇ ਫਿਰ ਉਹ ਵੱਡੇ ਤੋਂ ਵੱਡੇ ਜ਼ਾਲਮ ਬੰਦੇ ਵੀ ਜਿਹੜੇ ਹਨ ਉਹ ਸੱਚ ਬੋਲ ਜਾਂਦੇ ਹਨ ਜਦੋਂ ਉਸ ਟਾਈਮ ਤੇ ਆ ਕੇ, they know ਕਿ the end is near. So that's probably what happened, you know. He was on his deathbed. He basically, you know, ਜਿਹੜਾ 30 ਸਾਲ ਤੋਂ ਬੰਦੇ ਨੇ ਆਪਣੀਆਂ ਪੁੱਤਰਾਂ ਨੂੰ ਨਹੀਂ ਦੇਖਿਆ, ਦਿੱਲੀ ਗਿਆ ਹੀ ਨਹੀਂ, ਕੋਈ ਫੈਮਿਲੀ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਰੱਖੀ, ਹਰ ਇੱਕ ਨਾਲ ਦੁਸ਼ਮਣੀ ਰੱਖੀ ਉਸਨੇ, ਇੱਥੇ ਤੱਕ ਕਿ ਕਈ ਵਾਰੀ ਹਿਸਟੋਰੀਕਲ ਇੱਥੇ ਤੱਕ ਲਿਖਿਆ ਮਿਲਦਾ ਹੈ, ਰਾਈਟ ਹੈ ਰੋਂਗ ਹੈ who knows, but some historians write that ਇੱਕ ਵਾਰੀ ਮੱਕੇ ਤੋਂ ਜਿਹੜਾ ਉਹਨਾਂ ਦਾ ਹੈਡ ਜਿਹੜਾ ਹੈ ਉਸ ਵੇਲੇ ਉਹਨੇ ਲਿਖਿਆ ਕਿ ਤੂੰ ਮੁਸਲਮਾਨ ਇੰਨਾ ਮਤਲਬ ਕਿ ਸਟ੍ਰਿਕਟ ਹੈ ਤੇ ਤੂੰ ਹਜ ਨਹੀਂ ਕਰਨ ਆਇਆ, ਮਤਲਬ ਤੂੰ ਹਜ ਤੇ ਨਹੀਂ ਗਿਆ, ਹਜ ਨਹੀਂ ਕਰਨ ਗਿਆ, ਹਜ ਨਹੀਂ, ਕਿਸੇ ਮੁਗਲ ਐਮਪਰਰ ਨੇ ਹਜ ਨਹੀਂ ਕੀਤੀ, ਬਾਈ ਦਾ ਵੇ, ਨਾਟ ਵਨ। ਅੱਛਾ, ਤੇ ਉਹਨੇ ਜਵਾਬ ਦਿੱਤਾ ਕਿ ਮੇਰੇ ਕੋਲ ਟਾਈਮ ਨਹੀਂ ਹੈ ਹਜ ਕਰਨ ਦਾ, I'm like little too busy, you know. So ਉਹ you know, ਤਾਂ ਉਹ ਤੁਸੀਂ ਸੋਚ ਕੇ ਦੇਖੋ ਕਿ ਉਹ ਜਿਹਾ ਬੰਦਾ ਫਿਰ ਉਹ ਅੱਗੇ ਆ ਕੇ ਮਿਲਿਆ, ਜਦੋਂ ਫਿਰ ਡੈਥ ਸਟੇਅਰ ਕਰਦੀ ਹੈ ਤੇ ਫਿਰ ਬੜਾ ਡਿਫਰੈਂਟ ਹੋ ਜਾਂਦਾ ਹੈ, ਫਿਰ ਵੱਡੇ ਤੋਂ ਵੱਡੇ ਬੰਦੇ ਸਿੱਧੇ ਹੋ ਜਾਂਦੇ ਨੇ। ਇੱਕ ਮੌਤ ਇਹੋ ਜਿਹੀ ਚੀਜ਼ ਹੈ, you know, ਅੰਤ ਇਹੋ ਜਿਹਾ ਹੁੰਦਾ ਬੰਦੇ ਦਾ ਕਿ ਕਠੋਰ ਤੋਂ ਕਠੋਰ ਬੰਦਾ ਵੀ ਜਿਹੜਾ ਹੈ ਉਹ ਸਿੱਧਾ ਹੋ ਜਾਂਦਾ। ਸੋ ਚੇਂਜ ਆਫ ਹਾਰਟ ਹੋ ਸਕਦਾ ਉਹਦਾ, ਕਿਤਨੀ ਕਿਸ ਮਨੇ ਕਿਹੜੀ ਪੁਆਇੰਟ ਤੱਕ ਹੋਇਆ, ਵੀ ਡੂ ਨਾਟ ਨੋ ਮੀਨਾ ਜੀ, that ਉਹ ਕਹਿਣਾ ਮੁਸ਼ਕਿਲ ਹੈ। ਹਾਂਜੀ, ਠੀਕ ਹੈ, ਥੈਂਕ ਯੂ ਵੀਰ ਜੀ। No problem, no problem. Somebody else? Yeah, did Guru Sahib have access to a copy of Kartarpuri Beer in Anandpur Sahib? I'm wondering how did Guru Sahib memorize Guru Granth Sahib? I talked about that in depth last time. Maybe ਤੁਸੀਂ ਨਹੀਂ ਸੀ last time. ਮੈਂ ਪੂਰੀ ਗੱਲ ਸਮਝਾਈ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਸਿੱਖ ਭੇਜੇ ਸਨ ਕਰਤਾਰਪੁਰ ਬੀੜ ਲਿਆਉਣ ਵਾਸਤੇ ਜਦੋਂ ਉਹਨਾਂ ਨੇ ਨਾ ਕਰ ਦਿੱਤੀ। So I think if you missed last week's class, ਵੀਰ ਜੀ, then maybe you can watch. I think they upload a video of the recording of the. I did attend that class. The lingering question I had was कि उन्ना नु अगर करतारपुरी beat the access नहीं सिगा, how did he end up memorizing the Bani, or was it revealed to him again? I also talked about this in depth last week, and I explained how it was done, and I also said कि Islam ਵਿੱਚ ਬੜਾ common ਹੈ ਪੂਰੀ ਕੁਰਾਨ ਨੂੰ ਯਾਦ ਕਰਨਾ, ਬੜੇ ਬੰਦਿਆਂ ਨੂੰ ਯਾਦ ਹੁੰਦੀ ਹੈ। ਮੈਂ ਇੰਨਾ ਵੀ ਕਿਹਾ ਸੀ ਕਿ ਮੈਂ ਐਗਜ਼ਾਮਪਲ ਸਿੱਖ ਧਰਮ ਤੋਂ ਵੀ ਦਿੱਤੀਆਂ ਸਨ ਜਿਨ੍ਹਾਂ ਨੂੰ ਬਾਣੀ ਬਿਲਕੁਲ ਕੰਠ ਸੀ ਸਾਰੀ। ਸੋ ਮੇਬੀ
ਮੇਬੀ ਸੁਣਨ ਵਿੱਚ ਤੁਹਾਨੂੰ ਸ਼ਾਇਦ ਨਾ ਸਮਝ ਆਈ ਹੋਏ ਗੱਲ ਮੇਰੀ ਲਾਸਟ ਟਾਈਮ ਮੈਂ ਉਹਦੇ ਉੱਤੇ ਪੂਰੀ ਡੈਪਥ ਸਾਰੀ ਸਮਝਾਈ ਸੀ ਮੈਂ Okay, ji, So I'll I would listen to rather it. not take away the class this Sure. time because I addressed this issue last time. To see, you should listen to it and then you will have an understanding those to what happened. Anju, Thank you, ji. Anju, no problem. Somebody else also had a question. No questions. So in little bit of history about the Mughal emperors, Aurangzeb, they thin bete son, three sons who were living at that time. I just want to give you ki jodi succession di ladai de utte because that affects the Sikh history also. ਤੇ ਇੱਕ ਸੀ ਬਹਾਦਰ ਸ਼ਾਹ ਜਿਹਦਾ ਨਾਮ ਬਚਪਨ ਦਾ ਨਾਮ ਮੁਅਜ਼ਮ ਸੀ ਮੁਅਜ਼ਮ ਹੀ ਵਾਸ ਫਸਟ ਨੇਮ ਮੁਅਜ਼ਮ ਸੀ ਉਹਦਾ ਇੱਕ ਕਮ ਬਖਸ਼ ਸੀ ਤੇ ਇੱਕ ਆਜ਼ਮ ਸੀ ਤੇ ਸੈਕੰਡ 올ਡੈਸਟ ਵਾਸ ਕਮ ਬਖਸ਼ oldest one was Bahadur Shah Muazzam, the youngest one was Kam Baksh. The youngest one was in the south, close to the emperor. ਹਾਲਾਂਕਿ ਉੱਥੇ ਨਹੀਂ ਸੀ ਉਹਦੇ ਮਰਨ ਦੇ ਟਾਈਮ ਤੇ ਜਦੋਂ ਵਾਰ ਆਫ ਸਕਸੈਸ਼ਨ ਸ਼ੁਰੂ ਹੋਈ ਜਦੋਂ ਪਤਾ ਲੱਗਿਆ ਵੀ ਡੈਥ ਹੋ ਗਈ ਹੈ ਔਰੰਗਜ਼ੇਬ ਦੀ ਤੇ all three of them declared themselves emperor. ਇਹ ਬੜਾ ਕਾਮਨ ਸੀ ਉਹਨਾਂ ਦਿਨਾਂ 'ਚ ਭਰਾਵਾਂ 'ਚ ਕਦੀ ਬਣਦੀ ਨਹੀਂ ਹੁੰਦੀ ਸੀ ਆਪਸ 'ਚ ਇਹਨਾਂ ਦੀ ਤੇ ਮੁਅਜ਼ਮ ਜਿਹੜਾ ਬਹਾਦਰ ਸ਼ਾਹ ਸੀ ਹੀ ਵਾਸ ਇਨ ਪੇਸ਼ਾਵਰ ਇਨ ਅਫਗਾਨਿਸਤਾਨ ਦੇ ਇਲਾਕੇ ਵਿੱਚ ਕੰਧਾਰ ਕਾਬੁਲ ਦੇ ਕੋਲ ਉਸ ਜਿਹੜਾ ਪ੍ਰੋਵਿੰਸ ਸੀ ਕਾਬੁਲ ਦਾ ਉਹਦਾ ਗਵਰਨਰ ਸੀ ਹੈ ਜਦੋਂ ਇਹਨੂੰ ਪਤਾ ਲੱਗਿਆ ਕਿ my father has passed away he hurriedly came down to Delhi declaring himself the emperor and it just so happened though when he came down to Delhi ਜਦ ਤੱਕ ਮਹਾਰਾਜ ਨੂੰ ਪਤਾ ਲੱਗਿਆ ਵੀ ਉਸ ਵੇਲੇ ਨਿਊਜ਼ slowly travel ਕਰਦੀ ਸੀ ਇੰਨਾ ਇਹ ਨਹੀਂ ਕਿ ਅੱਜ ਖਬਰ ਪਤਾ ਲੱਗੀ ਤੇ ਇੱਕ ਸੈਕਿੰਡ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਟਾਈਮ ਜ਼ਿਆਦਾ ਲੱਗਦਾ ਸੀ ਉਸ ਵੇਲੇ to news to travel ਉਹਨਾਂ ਦਿਨਾਂ 'ਚ ਜਦੋਂ ਮਹਾਰਾਜ ਨੂੰ ਪਤਾ ਲੱਗਿਆ ਭਗੌੜ ਕਿ emperor is no more ਦੀ ਡੈਥ ਹੋ ਚੁੱਕੀ ਹੈ ਤਦ ਤੱਕ ਬਹਾਦਰ ਸ਼ਾਹ ਨੂੰ ਉਸ ਤੋਂ ਪਹਿਲੇ ਖਬਰ ਆ ਚੁੱਕੀ ਸੀ he was all on his way to Delhi from Kabul he made a very fast jitni tez aa sakda si Delhi oh aaya tak samjhaun waste obviously everybody else knew the same about the same thing so jadon oh Delhi pahunchya Maharaj usi time almost Delhi pahunche kyunki Maharaj made a decision in Bagaud ki asi hun south ki karange ja ke utte death ho gayi odi let me go back to Delhi and try to meet with the new emperor and see if something can be sorted out for Punjab Maharaj chande san hun vi ਕਿ ਅਗਰ ਸੌਰਟ ਆਊਟ ਹੋ ਜਾਏ ਸਿਚੁਏਸ਼ਨ ਅਨੰਦਪੁਰ ਸਾਹਿਬ ਸਾਨੂੰ ਮਿਲ ਜਾਵੇ ਔਰ ਅਸੀਂ ਅਣਖ ਨਾਲ ਜੀ ਲਈਏ ਤਾਂ ਸਾਨੂੰ ਕਿਸੇ ਪੋਲੀਟੀਕਲ ਕੋਈ ਗੇਨ ਕਰਨ ਦਾ ਸਾਨੂੰ ਕੁਝ ਨਹੀਂ ਹੈ ਇਹਦੇ ਉੱਤੇ ਸਾਡਾ ਮਤਲਬ ਨਹੀਂ ਹੈ ਕੋਈ ਬਗੌੜ ਤੋਂ ਭਾਈ ਦਇਆ ਸਿੰਘਰਾਂ ਨਾਲ ਭਾਈ ਧਰਮ ਸਿੰਘਰਾਂ ਨਾਲ ਵਾਪਸ ਚਲੇ ਜਾਂਦੇ ਹਨ ਦਿੱਲੀ ਤੇ ਦਿੱਲੀ ਜਦੋਂ ਪਹੁੰਚਦੇ ਹਨ ਤੇ ਉਸ ਤੋਂ ਥੋੜੇ ਦਿਨ ਪਹਿਲੇ ਹੀ ਮੁਅੱਜ਼ਮ ਬਹਾਦਰ ਸ਼ਾਹ ਦਿੱਲੀ ਆ ਗਿਆ ਹੁੰਦਾ ਹੈ ਵਾਪਸ ਦਿੱਲੀ ਦੋ ਗੁਰਦੁਆਰੇ ਹਨ ਕਾਫੀ ਲੋਕ ਜਿਹੜੇ ਹੁਣ ਸੁਣਦੇ ਪਏ and everybody has been to Delhi some of us like Kamal and we are from Delhi so they are very familiar with Delhi the geography and everything I am not from Delhi so ਪਰ ਮੈਂ ਦੋ ਗੁਰਦੁਆਰੇ ਜਿਹੜੇ ਹਨ ਉਹਨਾਂ ਦੇ ਚਰਨ ਛੋਹ ਸਥਾਨ ਜਿਹੜੇ ਦੋ ਦਿੱਲੀ ਜਿਹੜੇ ਹਨ ਇੱਕ ਗੁਰਦੁਆਰਾ ਦਮਦਮਾ ਸਾਹਿਬ ਤੇ ਦੂਸਰਾ ਮੋਤੀ ਬਾਗ ਮੈਂ ਦੋਨਾਂ ਦੀ ਥੋੜੀ ਹਿਸਟਰੀ ਤੁਹਾਨੂੰ ਦੱਸਦੇ ਹਾਂ ਮਹਾਰਾਜ ਕਿੱਥੇ ਕਿੱਥੇ ਰਹੇ ਹਨ ਉਸ ਵੇਲੇ ਔਰ ਕਿੱਥੇ ਕਿੱਥੇ ਜੋ ਦਿੱਲੀ ਥੋੜੇ ਦਿਨ ਰਹੇ ਹਨ ਦਿੱਲੀ ਮੋਤੀ ਬਾਗ is the place ਜਿੱਥੇ ਗੁਰਦੁਆਰਾ ਜਿੱਥੇ ਹੈ ਹੁਣ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਏ ਹਨ ਜਿਨ੍ਹਾਂ ਨੇ ਨਹੀਂ ਕੀਤੇ ਹੋਏ ਜ਼ਰੂਰ ਕਰਨ ਅਗਲੀ ਵਾਰੀ ਦਿੱਲੀ ਜਾਓ ਤੇ ਉੱਥੇ ਮਹਾਰਾਜ ਰਹੇ ਹਨ he is there is that's where ਉਹਨਾਂ ਨੇ ਕੈਂਪ ਉੱਥੇ ਲੱਗਿਆ ਉਹਨਾਂ ਦਾ ਉੱਥੇ ਉਹਨਾਂ ਕਨਾਤਾਂ ਲਗਾ ਕੇ ਮਹਾਰਾਜ ਉੱਥੇ ਲਏ ਹਨ ਉਸ ਜਗ੍ਹਾ ਤੇ ਹਿਸਟਰੀ ਵਿੱਚ ਰਿਕਾਰਡਡ ਹੈ ਕਿ 2 ਤੀਰ ਉਹਨਾਂ ਨੇ ਚਲਾਏ ਮੋਤੀ ਬਾਗ ਤੋਂ ਹੁਣ ਵੀ ਅਗਰ just for a namesake I did that last time when I was at Moti Bagh Gurdwara ਤੁਸੀਂ try ਕਰਕੇ ਦੇਖਿਓ if you climb up the stairs ਉਸ ਗੁਰਦੁਆਰੇ ਦੀਆਂ ਜਿਨ੍ਹਾਂ ਨੇ ਨਹੀਂ ਕੀਤੀਆਂ ਜ਼ਰੂਰ ਕਰਨਾ next time ਜਾਓਗੇ ਤੇ go to the ਦਿਉੜੀ ਜਿਹੜੀ ਹੈ ਸਭ ਤੋਂ ਉੱਪਰਲੀ ਉੱਥੇ ਤੁਸੀਂ ਦੇਖੋਗੇ ਤੇ ਹੁਣ ਤੱਕ ਲਾਲ ਕਿਲਾ ਦੀ ਨਜ਼ਰ ਆਂਦੀ ਹੈ ਫੋਰਟ ਉੱਥੋਂ ਮੋਤੀ ਬਾਗ ਤੋਂ it's about 8 miles from there 8 kilometers ਹੋ ਗਈ 8 miles and is ਬਹੁਤ ਦੂਰ ਨਹੀਂ ਹੈ it's not ਉੱਥੋਂ ਉਹਨਾਂ ਨੇ ਤੀਰ ਚਲਾਇਆ 2 ਤੀਰ ਉਹਨਾਂ ਨੇ ਛੋੜੇ ਉੱਥੇ ਉਹਨਾਂ ਨੇ ਜੋ ਹਿਸਟਰੀ ਵਿੱਚ ਰਿਕਾਰਡਡ ਹੈ ਤੇ ਉਹ ਡਿਉੜੀ ਹੁਣ ਤੱਕ ਹੈ ਜਗ੍ਹਾ ਉਹ ਜਗ੍ਹਾ ਜਿੱਥੋਂ ਤੀਰ ਉਹਨਾਂ ਨੇ ਚਲਾਇਆ ਉੱਥੋਂ ਆਪ ਬੜੇ ਬਹਾਦਰ ਆਰਚਰ ਸਨ ਤੀਰੰਦਾਜ਼ ਸਨ ਬਹੁਤ ਵੱਡੇ
ਲੜਾਈਆਂ ਲੜੀਆਂ ਹੋਈ। ਸੋ ਤੀਰ ਜਿਹੜਾ ਵਾ 2 ਤੀਰ ਚਲਾਏ, ਇੱਕ ਜਿਹੜਾ ਹੈ ਤੀਰ ਉਹਨੇ ਦੀਵਾਨ 'ਚ ਲੱਗਾ ਤੇ ਉਸ ਤੇ ਉਹਨੂੰ ਦੱਸਣ ਵਾਸਤੇ ਕਿ ਗੋਬਿੰਦ ਸਿੰਘ ਇਜ਼ ਇਨ ਦਿੱਲੀ ਨਾਓ, ਯੂ نو ਮੈਂ ਦਿੱਲੀ ਪਹੁੰਚ ਗਿਆ, ਤੁਹਾਨੂੰ ਮਿਲਣਾ ਚਾਹੁੰਦਾ ਤੁਹਾਨੂੰ ਮੈਂ। ਮੋਤੀ ਬਾਗ ਗੁਰਦੁਆਰੇ ਰਹਿੰਦੇ ਹਨ। ਜਦੋਂ ਮੌਜ਼ਮ ਨੂੰ ਪਤਾ ਲੱਗਦਾ ਹੈ, ਹਲੇ ਐਂਪਰਰ ਬਣਿਆ ਨਹੀਂ ਹੈ, ਸੋ ਇਸ ਵਾਸਤੇ ਆਈ ਐਮ ਨਾਟ ਗੋਇੰ ਟੂ ਕਾਲ ਹਿਮ ਐਨ ਐਂਪਰਰ ਰਾਈਟ ਨਾਓ, ਹਲੇ ਹੀ ਇਜ਼ ਇਨ ਦ ਵਾਰ ਆਫ ਸਕਸੈਸ਼ਨ ਚਲਦੀ ਪਈ ਆ ਹਲੇ, ਬਗਰ ਐਂਪਰਰ ਬਣਨਾ ਚਾਹੁੰਦਾ ਹੈ। ਔਰ ਐਲਡੈਸਟ ਸਨ ਸੀ ਔਰੰਗਜ਼ੇਬ ਦਾ, ਸੋ ਹੀ ਵਾਸ 올ਡਰ ਦੈਨ ਕਾਮਬਖਸ਼ ਐਂਡ ਆਜ਼ਮ ਨਾਲੋਂ ਵੱਡਾ ਸੀ। ਤੇ ਜਦੋਂ ਪਤਾ ਲੱਗਦਾ ਹੈ ਤੇ ਉਹ ਫਿਰ ਆਪਣੇ ਬੰਦੇ ਭੇਜਦਾ ਹੈ ਮੋਤੀ ਬਾਗ ਤੇ ਕਹਿੰਦਾ ਕਿ ਐਂਪਰਰ ਤੁਹਾਨੂੰ ਮੌਜ਼ਮ ਤੁਹਾਨੂੰ ਮਿਲਣਾ ਚਾਹੁੰਦੇ, ਤੁਹਾਨੂੰ ਸ਼ਹਿਜ਼ਾਦਾ ਜਿਹੜਾ ਹੁਣ ਐਂਪਰਰ ਡਿਕਲੇਅਰ ਹੋ ਗਿਆ, ਜਿਹੜਾ ਆਪਣੇ ਆਪ ਜਿਹਨੇ ਕੀਤਾ ਕਿ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਤੇ ਮਿਲਣ ਦੀ ਜਗ੍ਹਾ ਉਹਨਾਂ ਨੇ ਦੱਸਿਆ ਕਿ ਮੋਤੀ ਬਾਗ ਇਜ਼ ਨਾਟ ਦ ਰਾਈਟ ਪਲੇਸ ਟੂ ਮੀਟ, ਕਿਉਂਕਿ ਉੱਥੇ ਤੁਹਾਡੀ ਆਰਮੀ ਹੈ, ਉੱਥੇ ਤੁਹਾਡੇ ਬੰਦੇ ਹਨ, ਵੀ ਵੁੱਡ ਲਾਈਕ ਟੂ ਮੀਟ ਐਟ ਅ ਮੋਰ ਸਿਕਲੂਡਡ ਪਲੇਸ, ਯੂ ਨੋ। ਤੇ ਦਮਦਮਾ ਸਾਹਿਬ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਗੁਰਦੁਆਰੇ ਦਿੱਲੀ, ਉਹ ਹੁਣ ਵੀ ਪ੍ਰੀਟੀ ਸਿਕਲੂਡਡ ਹੈ। ਐਵਰੀ ਟਾਈਮ ਆਈ ਗੋ ਦੇਅਰ ਆਈ ਫੀਲ ਕਿ ਇਜ਼ ਵੈਰੀ ਪੀਸਫੁਲ ਦੇਅਰ। ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹ ਜ਼ਰੂਰ ਕਰਿਓ ਨੈਕਸਟ ਟਾਈਮ ਦਿੱਲੀ ਜਾਇਓ ਜਦੋਂ। ਹੁਮਾਯੂੰ ਟੁੰਬ ਦੇ ਨਾਲ ਹੈ ਜਗ੍ਹਾ ਨਿਜ਼ਾਮੁਦੀਨ ਵਿੱਚ। ਉੱਥੇ ਪਹਿਲੇ ਭਾਰੀ ਜੰਗਲ ਹੋਇਆ ਕਰਦਾ ਸੀ, ਹੁਣ ਵੀ ਥੋੜੇ ਤੁਹਾਨੂੰ ਇੱਕ ਅਸਰ ਮਿਲੇਗਾ ਜੰਗਲ ਦਾ, ਇੱਕ ਲੱਗੇਗਾ ਕਿ ਤੁਹਾਨੂੰ ਕਿ ਇਟਸ ਸਿਕਲੂਡਡ ਹੈ ਜਗ੍ਹਾ। That's where the meeting took place between the new emperor, yeah, soon to be emperor Bahadur Shah, first name Muazzam, and Guru Maharaj ਨਾਲ ਉੱਥੇ ਮੁਲਾਕਾਤ ਹੁੰਦੀ ਹੈ ਉਹਨਾਂ ਦੀ ਦਮਦਮਾ ਸਾਹਿਬ ਗੁਰਦੁਆਰੇ। ਬੜਾ ਅੱਛਾ ਗੁਰਦੁਆਰਾ ਹੈ। ਬਾਬਾ ਬਘੇਲ ਸਿੰਘ ਉਹਨਾਂ ਦੇ ਟਾਈਮ 1873 ਵਿੱਚ ਉਹਨਾਂ ਨੇ ਜਦੋਂ ਆਏ ਸਨ, ਜਦੋਂ ਸੀਸਗੰਜ ਗੁਰਦੁਆਰਾ ਬਣਿਆ ਸੀ, ਤਾਂ ਇਹ ਜਗ੍ਹਾ ਭਾਲੀ ਸੀ ਉਹਨਾਂ ਨੇ ਆਪ। ਤੇ ਬਾਲਾ ਸਾਹਿਬ ਗੁਰਦੁਆਰਾ ਜਿੱਥੇ ਅੰਗੀਠਾ ਹੈ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ, ਤੇ ਮਾਤਾਵਾਂ ਦੇ ਅੰਗੀਠੇ ਵੀ ਉੱਥੇ ਹੀ ਹਨ, ਦੋਨੋਂ ਮਾਤਾਵਾਂ ਦੇ। ਤੇ ਬਾਲਾ ਸਾਹਿਬ ਗੁਰਦੁਆਰਾ is not very far from where Damdama Sahib Gurdwara is. I mean, I don't know the exact distance, but I can't imagine geographically is that far from each other. A lot of people are here from Delhi who probably know a lot more than I do about the geography Delhi ਦੀ। but ਉੱਥੇ meeting ਹੁੰਦੀ ਹੈ ਤੇ ਮਹਾਰਾਜ ਨੂੰ ਉਸਨੂੰ ਕਹਿੰਦੇ ਹਨ ਕਿ ਮੈਂ ਤੂੰ ਮੇਰੇ ਇਹ ਮਾਮਲੇ ਜਿਹੜੇ ਹਨ ਵਜ਼ੀਰ ਖਾਨ ਵਾਲਾ, ਤੇ ਉਹ ਪ੍ਰੋਮਿਸ ਕਰਦਾ ਹੈ ਕਿ as soon as I become the emperor, of course that did not happen that way, but ਕਿ as soon as I ਇਹ ਜਿਹੜੇ ਮੈਂ ਕੰਮ ਨਿਪਟਾ ਲਵਾਂ, ਪਹਿਲੇ ਮੈਂ emperor ਬਣ ਜਾਵਾਂ, ਇਹਨਾਂ ਦੋਨਾਂ ਭਰਾਵਾਂ ਨੂੰ ਹਰਾਣਾ ਹੈ ਮੈਨੂੰ ਪਹਿਲੇ, ਸਪੈਸ਼ਲੀ ਆਜ਼ਮ ਨੂੰ, ਕਿਉਂਕਿ ਆਜ਼ਮ was very close to, he was not that far from Delhi and he was marching towards Delhi, towards Agra, you know. ਤੇ ਕਹਿੰਦੇ ਪਹਿਲੇ ਇਹਨੂੰ ਹਰਾ ਲਵਾਂ। ਤੇ ਮੀਟਿੰਗ ਵਾਸ ਅ ਸਕਸੈਸਫੁਲ ਮੀਟਿੰਗ ਤੇ ਇੱਜ਼ਤ ਮਾਨ ਕਰਦਾ ਹੈ ਗੁਰੂ ਸਾਹਿਬ ਦਾ। ਮਹਾਰਾਜ ਉਹਨੂੰ ਮਿਲਦੇ ਹਨ ਦਮਦਮਾ ਸਾਹਿਬ, ਤੇ ਦਮਦਮਾ ਸਾਹਿਬ ਤੋਂ ਵਾਪਸ ਮੋਤੀ ਬਾਗ ਚਲੇ ਜਾਂਦੇ ਹਨ, ਉੱਥੇ ਥੋੜੀ ਦੇਰ ਰਹਿੰਦੇ ਹਨ। ਤੇ I'm going to stop here for a second to make sure ਕਿ ਦਿੱਲੀ ਦੇ ਜਿਹੜੇ 2 ਇਤਿਹਾਸਿਕ ਗੁਰਦੁਆਰਿਆਂ ਦੇ ਸੰਬੰਧ ਵਿੱਚ ਕੋਈ ਅਗਰ ਕੁਐਸਚਨ ਹੋਵੇ ਤੇ ਉਹ ਵੀ ਪੁੱਛ ਲਓ ਮੈਨੂੰ ਹੁਣ ਇਸ ਵੇਲੇ, ਜਾਂ ਹੁਣ ਤੱਕ ਜੋ ਮੈਂ ਕਿਹਾ ਹੈ। ਹਾਂਜੀ, both gurdwaras are in very good state though. Lagatar Maharaj da Prakash, everything is under the Delhi Gurdwara Prabandhak Committee. So anybody has any questions? You know, do itihasik sthan jade. I think I missed what the meeting was about. Did you a meeting sigi pe oda success ki siga? I missed that. The meeting was successful with the emperor, you know, in the sense that he promised that as long as, you know, Guruji helps him in becoming the next emperor, he will make sure that ki Wazir Khan is reprimanded for what he did, and also he promised that ki ਤੁਹਾਡੇ ਨਾਲ ਹੋਇਆ ਖਰਾਬ ਗੱਲਾਂ, I will reverse all that stuff though and will make peace with you guys forever. That's what the meeting, you know, ਉਹਨਾਂ ਦੇ Mughal records ਵੀ ਇਹੀ ਕਹਿੰਦੇ ਨੇ ਗੱਲ, you know. Yeah ਜੀ। Any questions so far? Surinder ji, one quick question. You had mentioned that Guru Sahib announced his arrival in Delhi with 2 arrows. ਹਾਂਜੀ, history ਵਿੱਚ ਲਿਖਿਆ ਇੰਜ ਹੀ ਹੋਇਆ। Now, one arrow was to the Red Fort. Where was the other arrow? The other arrow was also on the Red Fort, ਤੇ ਉਹਦੇ ਨਾਲ ਇੱਕ ਚਿੱਠੀ ਲਿਖੀ ਸੀ ਨਾਲ ਕਿ ਜਿਹੜੀ ਦੂਸਰੀ arrow ਤਾਂ ਭੇਜੀ ਹੈ ਮੈਂ, ਤੂੰ ਇਹ ਨਾ ਸਮਝੀ ਕਿ ਗੋਬਿੰਦ ਸਿੰਘ ਕੋਈ ਜਾਦੂਗਰ ਹੈ ਕੋਈ, ਜਾਂ ਕਿ ਜਾਦੂ ਨਾਲ ਮਾਰਿਆ ਹੈ। ਇਹ ਜਾਦੂ ਇਹ ਪ੍ਰਮਾਤਮਾ ਨੇ ਮੈਨੂੰ ਹੁਨਰ ਬਖਸ਼ਿਆ ਤੇ ਮੈਂ
ਇਹ ਐਰੋ ਮੈਂ ਚਲਾ ਸਕਦਾ 8-8 ਮੀਲ ਤੱਕ। ਇਹ ਕੋਈ ਕਿਸਮ ਦਾ ਮੈਂ ਕੋਈ ਜਾਦੂ ਟੋਨਾ ਨਹੀਂ ਕੀਤਾ ਕਿ ਮੈਂ ਕੋਈ ਮਿਰਕਲ ਨਹੀਂ ਵਰਤਾਇਆ ਇੱਥੇ ਕੋਈ। ਸੋ ਦੋਨੋਂ ਤੀਰ thank you, ਜਿਹੜੇ sir. ਹਨ, ਦੋਨੋਂ ਤੀਰ ਰੈਡ ਫੋਰਟ ਦੀ ਤਰਫ ਉਹਨੇ ਭੇਜੇ, ਔਰ ਦੋਨੋਂ ਤੀਰਾਂ ਦੀ ਪ੍ਰੂਫ ਮਿਲ ਜਾਂਦਾ Thank you. ਮੁਗਲ ਰਿਕਾਰਡਸ ਵਿੱਚ। ਹਾਂਜੀ, no problem. ਨੈਕਸਟ ਟਾਈਮ ਅਗਰ ਤੁਸੀਂ ਜਦੋਂ ਜਾਓ ਦਿੱਲੀ, ਜਦੋਂ ਮੋਤੀ ਬਾਗ ਗੁਰਦੁਆਰੇ ਜਾਓ ਤੇ ਉੱਥੇ ਥੜਾ ਵੀ ਲੱਗਿਆ ਹੋਇਆ, ਉਹ ਦਿਉੜੀ ਹੁਣ ਤੱਕ ਮੌਜੂਦ ਹੈ ਜਿੱਥੋਂ ਮਹਾਰਾਜ ਨੇ ਤੀਰ ਚਲਾਏ ਹਨ। The place still exists, an exact spot within the Gurdwara where the arrows were dispersed. ਹਾਂਜੀ, ਸੋ ਜਦੋਂ ਜਾਓ ਦਿੱਲੀ ਜ਼ਰੂਰ ਦਰਸ਼ਨ ਕਰੋ ਜੀ। ਹਾਂਜੀ, Thank you. ਤੁਸੀਂ ਗੱਲ ਕਰ ਰਹੇ ਹੋ ਨਾ ਉੱਥੇ ਮੋਤੀ ਬਾਗ ਗੁਰਦੁਆਰੇ, the duty is still there. I'm actually born in Moti Bagh. oh okay, So we know, we have seen everything. और duty ਦੇ ਅੱਗੇ ਉਹਨਾਂ ਨੇ ਬੜਾ ਵੱਡਾ so to call ਸੰਗਮਰਮਰ ਦਾ ਗੁਰਦੁਆਰਾ ਬਣਾਤਾ ਹੈ, ਤੇ ਹੁਣ ਤੁਸੀਂ ਡਿਊਟੀ ਦੇ ਉੱਪਰ ਜਾਓਗੇ ਤੇ you cannot see the ਲਾਲ ਕਿਲਾ anymore. ਹੁਣ ਅੱਛਾ ਮੈਂ ਦੇਖਿਆ ਹੋਇਆ ਬਚਪਨ ਚ ਨਾ, ਪਤਾ ਹਾਂ ਨਹੀਂ, ਛੋਟੇ ਜਿਸਲੇ ਗੁਰਦੁਆਰਾ ਛੋਟਾ ਸੀ ਨਾ, like a very single story small one, ਤੇ now it's a very huge ਗੁਰਦੁਆਰਾ ਉੱਥੇ, like any other gurdwaras. So you can't see the Lal Killa anymore. Deodi is still there, but it's now hidden behind the Gurdwara. Yeah, so as I said before ਕਿ ਸਾਡੇ ਚ restoration ਦੀ ਕੋਈ concept ਨਹੀਂ ਹੈ, ਪੁਰਾਣੀਆਂ ਚੀਜ਼ਾਂ ਤੋੜੋ ਤੇ ਉਹਨੂੰ ਬਸ ਨਵਾਂ ਕਰ ਦਿਓ, but ਹੁਣ ਸੋਝੀ ਆਏਗੀ ਹੌਲੀ ਹੌਲੀ ਕਰਕੇ। Any other questions so far for a further series of events that took place after that? Maharaj, I'm sorry, there's another question. Jada Damdama Sahib near Nizamuddin, is there yet another Damdama Sahib in Punjab? Yeah, ਇੱਕ ਦਮਦਮਾ ਸਾਹਿਬ, ਬੜੇ ਗੁਰਦੁਆਰਿਆਂ ਦਾ ਨਾਮ ਦਮਦਮਾ ਸਾਹਿਬ ਹੈ। ਦਮਦਮਾ ਦਾ ਮਤਲਬ ਹੁੰਦਾ ਜਿੱਥੇ ਮਹਾਰਾਜ ਨੇ ਦਮ ਲਿੱਤਾ ਜਾਂ ਥੋੜੀ ਦੇਰ ਵਾਸਤੇ ਗਏ, ਜਾਂ ਜਿੱਥੇ ਰੁਕੇ ਥੋੜੀ ਦੇਰ ਵਾਸਤੇ। ਸੋ ਤਲਵੰਡੀ ਸਾਬੋ ਜੀ ਜਿਹੜਾ ਗੁਰਦੁਆਰਾ ਜਿਹੜਾ ਹੈ, ਤਖਤ ਜਿਹੜਾ ਹੈ, ਉਹ ਵੀ ਦਮਦਮਾ ਸਾਹਿਬ ਹੈ। ਸੋ ਬੜੇ ਗੁਰਦੁਆਰੇ ਹਨ ਜਿਨ੍ਹਾਂ ਦਾ ਨਾਮ ਦਮਦਮਾ ਸਾਹਿਬ ਹੈ। ਹਾਂਜੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਤੇ ਵੀ ਬੜੇ ਗੁਰਦੁਆਰੇ ਹਨ ਜਿਨ੍ਹਾਂ ਦਾ ਨਾਮ ਦਮਦਮਾ ਸਾਹਿਬ ਹੈ। ਸੋ when you say ਦਮਦਮਾ ਸਾਹਿਬ, the place is very important, ਇਹ ਦਿੱਲੀ ਵਾਲਾ ਹੈ, ਇਹ ਚਰਨ ਛੋਹ ਸਥਾਨ ਕਲਗੀਧਰ ਪਿਤਾ ਦੇ ਨਾਲ ਸੰਬੰਧਿਤ ਹੈ, ਇਹ ਵਾਲਾ ਇਹ ਗੁਰਦੁਆਰਾ ਜਿਹੜਾ ਹੈ। ਹਾਂਜੀ, ਠੀਕ ਹੈ, ਥੈਂਕ ਯੂ। ਹਾਂਜੀ, no issues. ਹਾਂਜੀ, any other no, okay, we'll continue the series of events though. ਮਹਾਰਾਜ ਉੱਥੋਂ ਫਿਰ ਜਦੋਂ ਉਹਨੂੰ ਪ੍ਰੋਮਿਸ ਕਰਦੇ ਹਨ ਕਿ ਮੈਂ ਤੇਰੀ ਹੈਲਪ ਕਰਾਂਗਾ, ਤਾਂ there are two separate records ਮਿਲਦੇ ਹਨ ਹਿਸਟੋਰੀਅਨ ਦੇ। ਮੈਂ ਦੋਨੋਂ ਵਰਜ਼ਨ ਦੱਸ ਦਿੰਦਾ ਤੁਹਾਨੂੰ ਤਾਂ ਕਿ ਤੁਹਾਨੂੰ ਲੱਗੇ ਕਿ ਉਹ ਇੱਕ ਵਰਜ਼ਨ ਪੜ੍ਹੇ ਤਾਂ ਬੰਦਾ ਕਹੇ ਯਾਰ ਸੁਣਿਆ ਤੇ ਹੈ ਨਹੀਂ ਸੀ ਮੈਂ। ਇੱਕ ਵਰਜ਼ਨ ਇਹ ਹੈ ਕਿ ਜਦੋਂ ਆਗਰੇ ਪਹੁੰਚਦਾ ਹੈ ਐਂਪਰਰ, ਮਹਾਰਾਜ ਉਹਦੀ ਹੈਲਪ ਕਰਦੇ ਹਨ। ਤੇ ਇੱਕ ਵਰਜ਼ਨ ਹਿਸਟੋਰੀਅਨ ਦਾ ਇਹ ਹੈ, there are two school of thoughts. ਪਹਿਲੀ ਸਕੂਲ ਆਫ ਥਾਟ ਇਹ ਹੈ ਕਿ ਮਹਾਰਾਜ ਆਪ ਨਹੀਂ ਜਾਂਦੇ ਉਸ ਲੜਾਈ ਵਿੱਚ, ਖਾਲੀ ਸਿੱਖ ਸੋਲਜਰਸ ਨੂੰ ਭੇਜਦੇ ਹਨ। ਦੂਸਰਾ ਵਰਜ਼ਨ ਇਹ ਹੈ ਕਿ ਆਪ ਜਾ ਕੇ ਮੁਗਲ ਫੌਜਾਂ ਦੇ ਨਾਲ ਲੜਦੇ ਹਨ ਉਸਨੂੰ। I think the first version sounds more right to me than the second one, but ਮੈਂ ਦੱਸ ਦਿਆਂ ਤਾਂ ਕਿਉਂਕਿ there are different school and thought and author ਦੀਆਂ ਕਿਤਾਬਾਂ ਵਿੱਚ ਅਲੱਗ-ਅਲੱਗ ਵਰਜ਼ਨ ਲਿਖੇ ਹੋਏ ਹਨ। We do not know 100%, ਮੈਂ ਨਹੀਂ ਕਹਿ ਸਕਦਾ, but most probably the Guru Ji sent 500 ਤੋਂ ਲੈ ਕੇ 1000 ਉਹਨਾਂ ਨੇ ਸਿੱਖ ਜਿਹੜੇ ਸੋਲਜਰ ਭੇਜੇ। ਤੇ there is a small village ਹੈ, JAJAU, Jajau is probably the place still exists near Agra, ਜਿੱਥੇ ਬੈਟਲ ਹੁੰਦੀ ਹੈ। ਤੇ ਇਹ ਬੈਟਲ ਜਿਹੜੀ ਹੈ ਇਹ 8 ਜੂਨ 1707। So let me just make sure that we are on the right scale, on the time scale. ਅਕਤੂਬਰ 1706 ਤੋਂ ਨਿਕਲਦੇ ਹਨ ਤਲਵੰਡੀ ਸਾਬੋ ਤੋਂ। approximately May of 1707, ਸੋ ਲਗਾ ਲਓ 6 ਮਹੀਨਿਆਂ ਬਾਅਦ ਦਿੱਲੀ ਪਹੁੰਚਦੇ ਹਨ। ਪਹਿਲੇ ਬਗੌੜ ਜਾਂਦੇ ਹਨ, ਬਗੌੜ ਵਿੱਚ ਰੁਕਦੇ ਹਨ ਕਾਫੀ ਦੇਰ। ਉੱਥੇ ਭਾਈ ਦਇਆ ਸਿੰਘ ਜੀ ਨਾਲ ਮੁਲਾਕਾਤ ਹੁੰਦੀ ਹੈ, ਉਹ ਦੱਸਦੇ ਹਨ ਕਿ ਐਂਪਰਰ ਨਹੀਂ ਹੈ ਹੁਣ। however ਤੁਹਾਨੂੰ ਮੇਬੀ ਦਿੱਲੀ ਜਾ ਕੇ ਜਿਹੜਾ ਨਵਾਂ ਐਂਪਰਰ ਹੈ, we should meet with him. ਮਹਾਰਾਜ ਐਗਰੀ ਕਰਦੇ ਹਨ, ਬਗੌੜ ਤੋਂ ਵਾਪਸ ਦਿੱਲੀ ਜਾਂਦੇ ਹਨ। May 20th ਡੇਟ ਲਿਖੀ ਹੋਈ ਹੈ ਜਦੋਂ ਦਿੱਲੀ ਪਹੁੰਚਦੇ ਹਨ। ਤੇ ਦਿੱਲੀ ਪਹੁੰਚਣ ਤੋਂ ਕੁਝ ਦਿਨ ਬਾਅਦ ਹੀ ਦਮਦਮਾ ਸਾਹਿਬ ਬਹਾਦਰ ਸ਼ਾਹ ਨਾਲ ਮੁਲਾਕਾਤ ਹੁੰਦੀ ਹੈ ਉਹਨਾਂ ਦੀ। ਇਹ ਡਾਕੂਮੈਂਟਡ ਹੈ ਮੁਗਲ ਰੈਕਰਡਸ ਵਿੱਚ ਕਿ ਉਹਨਾਂ ਦੀ ਮੁਲਾਕਾਤ ਦਮਦਮਾ ਸਾਹਿਬ ਹੋਈ ਹੈ। ਹਾਂਜੀ, ਕੋਈ ਇਹਦੇ ਇਫਸ ਔਰ ਬਟਸ ਨਹੀਂ ਹੈ ਕੋਈ ਵੀ। 8 ਜੂਨ ਨੂੰ ਬੈਟਲ ਹੁੰਦੀ ਹੈ। ਸੋ ਇਹ May 20 ਤੋਂ ਲੈ ਕੇ within 19 days of him coming to Delhi,
the battle with his younger brother takes place near Agra. ਹਾਂਜੀ ਜਜਾਓ ਜਗ੍ਹਾ ਦਾ ਨਾਂ ਹੈ ਜਿੱਥੇ ਆਜ਼ਮ ਮਰ ਜਾਂਦਾ ਹੈ, ਆਜ਼ਮ ਦੀ ਡੈਥ ਹੋ ਜਾਂਦੀ ਹੈ ਜਿੱਥੇ। ਹੁਣ ਬੜੇ ਤੁਹਾਨੂੰ ਹਿਸਟੋਰਿਕ ਰਿਕਾਰਡ ਮਿਲਣਗੇ ਜਿਹਦੇ ਲਿਖਿਆ ਹੈ ਕਿ ਮਹਾਰਾਜ ਨੇ ਆਪ ਹਿੱਸਾ ਲਿੱਤਾ ਉਸ ਬੈਟਲ ਵਿੱਚ ਤੇ ਆਜ਼ਮ ਨੂੰ ਉਹਨਾਂ ਨੇ ਆਪ ਮਾਰਿਆ, ਜਿਹੜਾ ਤੀਰ ਨਿਕਲਿਆ ਉਹਦੇ ਸੋਨਾ ਲੱਗਿਆ ਹੋਇਆ ਸੀ ਨਾਲ। You know, there are different versions of the story that are available. God knows which one is right, which one is wrong. Maybe Guru Maharaj went and promised him that he will go in person and fight with him. Some say no, he did not go. He just sent his army to help him. The contingent, the Sikh contingent that went with him though could not have been a huge big contingent though. So, but still, you know, he felt, Muazzam Bahadur Shah felt कि मेरी मदद इन्होंने कीती है ते मैं ਤੁਹਾਨੂੰ ਉਹ ਫਿਰ ਜਦੋਂ ਬੈਟਲ ਤੋਂ ਬਾਅਦ ਜਦੋਂ he is formally declared a Mughal emperor of India। ਹਾਂਜੀ ਹਾਲੇ ਕਿ ਜਿਹੜਾ ਉਹਦਾ ਸਭ ਤੋਂ ਛੋਟਾ ਜਿਹੜਾ ਭਰਾ ਸੀ ਕਾਮ ਬਖਸ਼ ਉਹ ਹਾਲੇ ਵੀ ਦੱਖਣ ਵਿੱਚ ਹੈ ਹੈਦਰਾਬਾਦ ਤੇ ਹੈਦਰਾਬਾਦ ਜਾ ਕੇ ਉਹਨੇ ਆਪਣਾ ਡਿਕਲੇਅਰ ਕਰ ਦਿੱਤਾ ਕਿ ਮੈਂ ਐਮਪਰਰ ਹਾਂ। ਬਟ ਮੋਸਟ ਦਿੱਲੀ ਵਿੱਚ, ਦਿੱਲੀ ਦੇ ਲਾਲ ਕਿਲੇ ਦੇ ਵਿੱਚ ਜਾਂ ਆਗਰੇ ਦੇ ਲਾਲ ਕਿਲੇ ਦੇ ਵਿੱਚ he was declared as the Mughal emperor, next Mughal emperor after Aurangzeb। ਤੇ ਉੱਥੇ ਮਹਾਰਾਜ ਫਿਰ ਜਾਂਦੇ ਹਨ, ਆਗਰਾ ਜਾਂਦੇ ਹਨ ਉਹਨੂੰ ਮਿਲਣ ਵਾਸਤੇ ਦਿੱਲੀ ਤੋਂ ਆਗਰੇ। ਤੇ ਰਸਤੇ ਵਿੱਚ ਮਥੁਰਾ ਗੁਰਦੁਆਰੇ ਹਨ, ਤੁਸੀਂ ਦੇਖ ਸਕਦੇ ਹੋ ਮਥੁਰਾ ਵਿੱਚ ਜਿੱਥੇ ਜਿੱਥੇ ਰੁਕੇ ਹਨ ਮਹਾਰਾਜ ਉੱਥੇ ਗੁਰਦੁਆਰੇ ਹਨ ਮਥੁਰਾ ਵਿੱਚ। ਆਗਰੇ ਜਾਂਦੇ ਹਨ ਉਹਨੂੰ ਮਿਲਣ ਵਾਸਤੇ ਤੇ ਆਗਰੇ ਜਾ ਕੇ ਉਹਦੀਆਂ 1 ਜਾਂ 2 ਮੀਟਿੰਗਸ ਹੁੰਦੀਆਂ ਹਨ। ਇਹ ਮੀਟਿੰਗਸ ਇੰਪੋਰਟੈਂਟ ਇਸ ਵਾਸਤੇ ਹਨ ਕਿ ਮੁਗਲ ਰੈਕਡ ਦੇ ਹਿਸਾਬ ਦੇ ਨਾਲ ਇੱਕ ਫਾਰਮਲ ਮੀਟਿੰਗ ਹੁੰਦੀ ਹੈ ਮਹਾਰਾਜ ਦੀ ਬਹਾਦਰ ਸ਼ਾਹ ਦੇ ਨਾਲ, ਜਿਹਦੇ ਵਿੱਚ ਬਹਾਦਰ ਸ਼ਾਹ ਉਹਨਾਂ ਨੂੰ ਇੱਕ ਖਿਲਤ ਉਸ ਵੇਲੇ ਇੱਕ ਹੁੰਦਾ ਸੀ ਕੋਈ ਇੰਪੋਰਟੈਂਟ ਬੰਦਾ ਮਿਲਣ ਆਏ ਤੇ ਉਹਨੂੰ ਇੱਕ, ਹੁਣ ਵੀ ਆਉਂਦਾ ਕੋਈ ਘਰ ਤੁਹਾਡੇ ਕੋਈ ਆਏ ਅਗਰ ਇੰਪੋਰਟੈਂਟ ਨਾ ਵੀ ਹੋਏ ਕੋਈ ਪਿਆਰ ਨਾਲ ਤੁਹਾਡੇ ਘਰ ਆਏ ਤੇ ਉਹਨੂੰ ਕੋਈ ਗਿਫਟ ਦਿੱਤੀ ਜਾਂਦੀ ਹੈ। ਜਿਹੜਾ ਆਂਦਾ ਉਹ ਵੀ ਗਿਫਟ ਲੈ ਕੇ ਆਂਦਾ ਹੈ ਤੇ ਜਿਹੜਾ ਜਾਣ ਵਕਤ ਇੱਕ ਪਾਰਟਿੰਗ ਗਿਫਟ ਦਿੱਤੀ ਜਾਂਦੀ ਹੈ। ਤੇ ਉਸ ਵੇਲੇ ਇੱਕ ਐਕਸਪੈਂਸਿਵ ਸ਼ਾਲ ਕਹਿ ਲਓ ਜਾਂ ਕੁਝ ਵੀ ਕਹਿ ਲਓ, ਧੁਕਧੁਕੀ ਕਹਿੰਦੇ ਸਨ ਉਹਨੂੰ, ਮੁਗਲ ਰੈਕਡ ਦੇ ਹਿਸਾਬ ਦੇ ਨਾਲ ਇਹ ਦਿੱਤੀ ਗਈ ਉਸਨੂੰ। ਮੈਂ ਤਾਂ ਕਹਿ ਰਿਹਾ ਇਹ ਸਾਰੀ ਗੱਲ ਕਿਉਂਕਿ ਇੱਕ ਹੁਕਮਨਾਮਾ ਸਾਨੂੰ ਮਿਲਦਾ ਹੈ ਉਹਨਾਂ ਦਿਨਾਂ ਵਿੱਚ ਜਿਹੜੀ ਧੌਲਪੁਰ ਦੇ ਸੰਗਤ ਦੇ ਨਾਂ ਦੇ ਉੱਤੇ ਹੈ। ਧੌਲਪੁਰ is a small town. It exists today even. It's near Agra. It's not that far. If you go to Google Maps, you will be able to find Dholpur there. Dholpur ਦੀ ਸੰਗਤ ਦੇ ਨਾਂ ਤੇ ਹੁਕਮਨਾਮਾ ਮਿਲਦਾ ਜਿੱਥੇ ਮਹਾਰਾਜ ਇਹ ਮੈਂਸ਼ਨ ਕਰਦੇ ਹਨ ਕਿ I had a successful meeting with the emperor and he has given me this, ਮੇਰੀ ਇੱਜ਼ਤ ਮਾਨ ਉਹਨਾਂ ਨੇ ਕੀਤਾ ਤੇ ਮੈਨੂੰ ਇਹ ਦਿੱਤਾ ਉਹਨਾਂ ਨੇ ਤੇ ਅਸੀਂ ਜਲਦੀ ਹੀ ਕਾਲੂਰ ਵਾਪਸ ਪਹੁੰਚਾਂਗੇ ਅਨੰਦਪੁਰ ਸਾਹਿਬ। ਇਹ ਸਾਰੇ ਮਾਮਲੇ ਨਿਪਟਾ ਕੇ ਤੇ ਸਿੱਖ ਸੰਗਤਾਂ ਵਾਪਸ ਉੱਥੇ ਜਾਣਗੀਆਂ। ਅਗਰ ਕਿਸੇ ਨੇ ਹੁਕਮਨਾਮੇ ਦੀ ਕਾਪੀ ਦੇਖਣੀ ਹੋਵੇ, I will tell you the reference so that you don't think I'm making this up or something. ਹਰੀਰਾਮ ਗੁਪਤਾ ਦੀ ਵੋਲਿਊਮ 1 ਦੇ ਉੱਤੇ ਪੇਜ ਨੰਬਰ I'll tell you, I have the page number right here. ਅਗਰ ਕਿਸੇ ਨੇ ਦੇਖਣਾ ਹੋਵੇ ਤੇ ਹੁਕਮਨਾਮੇ ਦੀ ਕਾਪੀ ਉਸਨੇ ਛਾਪ ਕੇ ਉਸ ਬੁੱਕ ਵਿੱਚ ਰੱਖੀ ਹੋਈ ਹੈ। ਸੋ ਜਿਸਨੇ ਦੇਖਣੀ ਹੋਵੇ, ਮੇਰੇ ਕੋਲ ਹੁਣ ਸਾਹਮਣੇ ਮੇਰੇ ਪੇਜ ਨੰਬਰ ਨਜ਼ਰ ਨਹੀਂ ਆ ਰਿਹਾ ਮੈਨੂੰ, ਬਟ I have the copy of it. So ਬਾਅਦ ਵਿੱਚ maybe I can put it on exactly ਮੈਨੂੰ I can't find it right now at this time, but I read it from there and the ਹੁਕਮਨਾਮਾ exists, ਤੇ ਉਸ ਹੁਕਮਨਾਮੇ ਤੋਂ ਪਤਾ ਲੱਗਦਾ ਕਿ ਮਹਾਰਾਜ ਦੀ ਮੀਟਿੰਗਸ ਹੋਈਆਂ ਹਨ। ਲੇਕਿਨ ਐਮਪਰਰ ਬਦਲਣ ਤੋਂ ਬਾਅਦ as we all know ਉਹਦੇ ਥੋੜੀ ਟੋਨ ਬਦਲ ਜਾਂਦੀ ਹੈ। ਹੁਣ ਪਹਿਲੇ ਕਹਿੰਦਾ ਸੀ ਮੈਂ ਮਾਮਲਾ ਤੁਹਾਡਾ ਫੌਰਨ ਨਿਪਟਾ ਦਿਆਂਗਾ, ਹੁਣ ਕਹਿੰਦਾ ਨਹੀਂ ਮੈਨੂੰ ਖਬਰ ਆਈ ਹੈ ਰਾਜਪੁਤਾਨੇ ਤੋਂ, ਰਾਜਪੁਤਾਨੇ 'ਚ ਪ੍ਰੋਬਲਮ ਚਲਦੀਆਂ ਪਈਆਂ ਤੇ ਮੈਂ ਆਪਣੇ ਬ੍ਰਦਰ ਨੂੰ ਪਹਿਲੇ ਹਰਾਉਣਾ ਚਾਹੁੰਦਾ, ਤੁਸੀਂ ਮੇਰੇ ਨਾਲ ਰਹੋ, ਮੇਰੇ ਨਾਲ ਚੱਲੋ ਤੇ ਮੈਂ ਰਸਤੇ ਵਿੱਚ ਜਿਹੜਾ ਟਾਈਮ ਮਿਲੇਗਾ ਤੁਹਾਡੇ ਨਾਲ ਗੱਲਬਾਤ ਕਰਦਾ ਜਾਵਾਂਗਾ ਤੇ ਤੁਹਾਡਾ ਮਾਮਲਾ ਮੈਂ ਅਟਕਾਉਣਾ ਚਾਹੁੰਦਾ। Please don't forget this fact though that this was not liked by his Mughal courtiers at all. There was a big lobby of the Mughal court though which could not stand the Sikhs, कि ये काफरां दे नाल ये relationship रखनी, ये अच्छी नहीं है। They did not appreciate, though he was not very much liked. Maharaj told him कि ਅਸੀਂ तेरे नाल चलांगे पर तेरे काफले च नहीं चलना, ਅਸੀਂ या तेरे तो अगे चलांगे या तेरे तो पीछे चलांगे, सिख मेरे नाल होणगे ਤੇ ਇਹ ਜ਼ਰੂਰੀ ਨਹੀਂ ਹੈ ਕਿ ਹਰ ਰੋਜ਼ ਅਸੀਂ ਤੈਨੂੰ ਮਿਲਾਂਗੇ ਜਾਂ ਵਟਐਵਰ ਇਟ ਇਜ਼ ਤੈਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ, ਪਰ ਜੇ ਤੂੰ ਸਾਨੂੰ ਪ੍ਰੋਮਿਸ ਕਰਦਾ ਹੈ ਕਿ ਸਾਡਾ ਮਾਮਲਾ ਤੂੰ ਜ਼ਿਆਦਾ ਨਿਪਟਾ ਲਵੇਂਗਾ ਤੇ ਅਸੀਂ ਠੀਕ ਹੈ, ਅਸੀਂ ਟਾਈਮ ਸਪੈਂਡ ਕਰਨ ਨੂੰ ਤਿਆਰ ਹਾਂ ਤੇਰੇ ਨਾਲ।
Agra to the southward journey starts now towards Rajputana and down south, you know. तो इतने point तक मैं पहुंच के I want to make sure कि everybody is with me, you know. कोई issue तो नहीं आ रहा है किसी ने कोई समझने कोई गल। October approximately a हुक्मनामे दी date 2nd October 1707 है। We believe कि December of 1707 which he left Agra. You know, any questions so far जी? So series of events ਜਿਹੜੇ ਹਨ ਦਮਦਮਾ ਸਾਹਿਬ ਤੋਂ ਭਗੌੜ ਹੈ, ਭਗੌੜ ਤੋਂ ਦਿੱਲੀ ਜਾਂਦੇ ਹਨ, ਦਿੱਲੀ ਤੋਂ ਵਾਪਸ ਆਗਰੇ ਜਾਂਦੇ ਹਨ, ਆਗਰੇ ਬਹਾਦਰ ਸ਼ਾਹ ਜਦੋਂ when he is declared emperor ਉਸ ਤੋਂ ਬਾਅਦ emperor ਨਾਲ ਰਹਿੰਦੇ ਹਨ ਅਲੱਗ ਲੇਕਿਨ emperor ਦੇ ਨਾਲ ਮੀਟਿੰਗ ਜਾਰੀ ਹਨ ਤੇ emperor ਹੁਣ ਰਿਕੁਐਸਟ ਕਰਦਾ ਹੈ ਕਿ ਤੁਸੀਂ ਮੇਰੇ ਨਾਲ ਰਹੋ ਤੇ ਮੇਰੇ ਨਾਲ ਚੱਲੋ ਤੇ ਜਿਸਾ ਮੈਨੂੰ ਟਾਈਮ ਮਿਲੇਗਾ ਮੈਂ ਤੁਹਾਡੀਆਂ ਪ੍ਰੋਬਲਮ ਰਿਜ਼ੋਲਵ ਕਰਾਂਗਾ। It was just he was just buying time, I think, nothing. And as we will see in the future series of events though, there was nothing but an old tactic of buying time and he had no ਅੰਦਰੋਂ ਦੇ ਕੁਛ ਵੀ ਕਿ ਮੈਂ ਇਹ ਮਾਮਲਾ ਨਿਪਟਾਣਾ ਹੈ, you know. So any किसने पाया है गुरु का ताल 9वें गुरु नाल संबंधित गुरुद्वारा है जी। सो हाँ जी गुरु तेग बहादुर महाराज नाल संबंधित गुरुद्वारा है। any questions so far जी? And when before we move forward, भाई दया सिंह जी, भाई धर्म सिंह जी, भाई मान सिंह और नाल हैं गुरु साहब दे महाराज वीर जी। हाँ जी yeah, somebody has a question। हाँ जी दसो जी। हाँ जी वीर जी। I can't hear him. Anybody else can hear him? I'm going to continue until figures out कोई audio issue आ गई होनी है ते नाल। ते राजपुताना ਜਦੋਂ ਪਹੁੰਚਦੇ ਹਨ ਉੱਥੇ ਇੱਕ ਛੋਟਾ ਇਨਸੀਡੈਂਟ ਡਿਸਕ੍ਰਾਈਬ ਕੀਤਾ ਹੋਇਆ ਹੈ ਸਿੱਖ ਕ੍ਰੋਨਿਕਲਸ ਵਿੱਚ ਮਿਲਦਾ ਹੈ, ਮੁਗਲ ਕ੍ਰੋਨਿਕਲਸ ਵਿੱਚ ਹੈ। ਭਾਈ ਦਇਆ ਸਿੰਘ ਜੀ passes away near Chittor and the reason for that is innocent bystanders ਸਨ। ਇੱਕ ਮੁਠਭੇੜ ਹੋ ਗਈ ਰਾਜਪੂਤਾਂ ਨਾਲ, ਕਿਧਰੇ ਕੋਈ ਸਿੱਖ ਸੋਲਜਰ ਦਾ ਜੱਥਾ ਕਿਧਰੇ ਕੋਈ ਕਿਲਾ ਐਂਟਰ ਦੀ ਚਿਤੌੜ ਦੇ ਕਿਲੇ ਨੂੰ ਐਂਟਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕੋਈ ਰੈਜ਼ਿਸਟ ਕੀਤਾ, ਲੜਾਈ ਜੰਗ ਛਿੜ ਗਈ, ਕਿਸੇ ਨੇ ਬੰਦੂਕ ਚਲਾਈ ਤੇ ਗੋਲੀ ਜਿਹੜੀ ਹੈ ਭਾਈ ਦਇਆ ਸਿੰਘ ਜੀ ਨੂੰ ਲੱਗੀ ਤੇ ਐਮਪਰਰ ਵਾਸ ਵੈਰੀ ਅਪਸੈਟ ਵਿਦ ਇਟ, ਯੂ نو। ਐਂਡ ਮੁਗਲ ਰਿਕਾਰਡਸ ਵਿੱਚ ਲਿਖਿਆ ਹੋਇਆ ਹੈ ਕਿ ਹੀ ਇਵਨ ਆਫਰਡ ਗੁਰੂ ਜੀ ਕਿ ਮੈਂ ਅਗਰ ਚਾਹੋ ਤੇ ਜਿਸਨੇ ਉਹ ਗੋਲੀ ਚਲਾਈ ਹੈ ਮੈਂ ਤੁਹਾਡੇ ਉਹ ਸਪੂਤ ਕਰ ਦਵਾਂ, ਤੁਹਾਡੀ ਜਿਹੜੀ ਮਰਜ਼ੀ ਸਜ਼ਾ ਤੁਸੀਂ ਦੇਣੀ ਚਾਹੋ ਤੇ ਦੇ ਲਵੋ ਉਹਨੂੰ। ਮਹਾਰਾਜ ਮਾਫ ਕਰ ਦਿੰਦੇ ਹਨ। ਭਾਈ ਅਨਫੋਰਚੂਨਟਲੀ ਭਾਈ ਮਾਨ ਸਿੰਘ ਹੋਰਾਂ ਦੀ ਮਾਨ ਸਿੰਘ ਹੋਰਾਂ ਦੀ ਡੈਥ ਹੁੰਦੀ ਹੈ, ਸੌਰੀ ਭਾਈ ਦਇਆ ਸਿੰਘ ਹੋਰਾਂ ਦੀ ਨਹੀਂ, ਭਾਈ ਮਾਨ ਸਿੰਘ ਹੋਰੀ ਪਾਸਿਸ ਅਵੇ ਇਨ ਚਿਤੌੜ। ਬਾਕੀ ਸਿੱਖ ਜੱਥਾ ਜਿਹੜਾ ਹੈ ਭਾਈ ਨੰਦ ਲਾਲ ਵੀ ਨਾਲ ਹਨ ਤੇ ਬੜੇ ਹਿਸਟੋਰੀਅਨ ਬਿਲੀਵ ਕਰਦੇ ਹਨ ਭਾਈ ਮਣੀ ਸਿੰਘ ਹੋਰੀ ਵੀ ਨਾਲ ਹਨ। ਕਈ ਕਹਿੰਦੇ ਨਹੀਂ ਗਏ ਨਾਲ, ਉਹ ਦਿੱਲੀ ਹੀ ਰਹੇ ਮਾਤਾਵਾਂ ਨਾਲ, ਕਈ ਕਹਿੰਦੇ ਹਨ ਕਿ ਨਹੀਂ ਗੁਰੂ ਸਾਹਿਬ ਨਾਲ ਵਾਪਸ ਆ ਗਏ ਦੱਖਣ ਦੀ ਤਰਫ। ਤੇ ਮਹਾਰਾਜ ਚਿਤੌੜ ਤੋਂ ਹੁੰਦਿਆਂ ਹੋਇਆਂ if you look at the map now you're going deep down south now, there is a place, there's a next historical event that takes place, a place called Burhanpur, Burhanpur. The place is in modern day Madhya Pradesh. It sits on the river Tapti. ਤੇ ਅਗਰ ਤੁਸੀਂ ਟ੍ਰੇਨ ਤੇ ਜਾਓ from Delhi to Bombay, ਜਿਹੜੀ ਦੋ ਰੂਟ ਹਨ ਜਾਣਦੇ, ਜੋ one that goes from ਆਗਰਾ ਦੇ ਜਿਹੜਾ ਰੂਟ ਜਿਹੜਾ ਹੈ, ਜਿਹੜਾ ਭੋਪਾਲ ਹੋ ਕੇ ਜਾਂਦੀਆਂ ਜਿਹੜੀਆਂ ਟ੍ਰੇਨਾਂ ਜਿਹੜੀਆਂ ਜਾਂਦੀਆਂ, ਉਸ ਰੂਟ ਦੇ ਉੱਤੇ ਬੁਰਹਾਨਪੁਰ is a small station। ਤਾਪਤੀ ਰਿਵਰ ਦਾ ਨਾਂ ਹੈ ਜਿੱਥੇ ਮਹਾਰਾਜ ਉੱਥੇ ਜਾਂਦੇ ਹਨ ਬੁਰਹਾਨਪੁਰ, ਕਿਉਂਕਿ ਬੁਰਹਾਨਪੁਰ ਉਹ ਵੀ ਰੁਕਿਆ ਹੋਇਆ ਹੈ ਨਾਲ, ਬਹਾਦਰ ਸ਼ਾਹ ਵੀ ਰੁਕਿਆ ਹੋਇਆ ਨਾਲ, ਤੇ ਉੱਥੇ ਰੁਕਦੇ ਹਨ ਤਾਪਤੀ ਦੇ ਕਿਨਾਰੇ। ਮਹਾਰਾਜ 10-12 ਦਿਨ ਰਹਿੰਦੇ ਹਨ ਉੱਥੇ। ਤੇ ਉੱਥੇ ਇੱਕ ਪੁਰਾਤਨ ਇੱਕ ਸਾਖੀ ਹੈ ਜੀਵਨ ਦਾਸ ਦੀ ਜਿਹੜੀ ਮੈਂ ਸ਼ੇਅਰ ਕਰਾਂਗਾ ਹੁਣੇ ਸਭ ਨਾਲ। ਕਲਗੀਧਰ ਚਮਤਕਾਰ ਵਿੱਚ ਇੱਕ ਚੈਪਟਰ ਹੈ ਪੂਰਾ second volume ਵਿੱਚ towards the end called ਜੀਵਨ ਦਾਸ। ਮੇਰੇ ਖਿਆਲ ਚੈਪਟਰ ਦਾ ਨਾਮ ਜੀਵਨ ਦਾਸ ਹੀ ਹੈ। ਉਸ ਚੈਪਟਰ ਵਿੱਚ ਮਹਾਰਾਜ ਉਸ ਸਾਧੂ ਨੂੰ ਉਤਾਰਦੇ ਹਨ, ਪੁਰਾਤਨ ਸਾਧੂ ਹੈ, ਬਿਰਧ ਅਵਸਥਾ ਵਿੱਚ ਹੈ। ਅਸਾਮ ਵਿੱਚ ਉਹ ਸਾਧੂ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਵੀ ਰਿਹਾ ਹੈ ਤੇ ਜਦੋਂ ਵਿਛੜਦਾ ਹੈ ਢਾਕੇ ਤੋਂ, ਜਦੋਂ ਮਿਲਦੇ ਹਨ ਲਾਸਟ ਟਾਈਮ ਜਦੋਂ ਢਾਕੇ ਤੋਂ, ਤੇ ਉਹ ਪੁੱਛਦਾ ਹੈ ਕਿ ਉਹ ਕਦੋਂ ਦਰਸ਼ਨ ਹੋਣਗੇ। ਕਹਿੰਦੇ ਉਹ ਉਹਨਾਂ ਨੇ ਉੱਥੇ ਬਚਨ ਕੀਤਾ ਸੀ ਤੁਸੀਂ ਦੱਖਣ ਦੇਸ਼ ਚਲੇ ਜਾਓ, ਬੁਰਹਾਨਪੁਰ ਸੈਟਲ ਹੋ ਜਾਓ, ਮੇਰੀ 10ਵੀਂ ਜੋਤ ਉੱਥੇ ਆ ਕੇ ਤੁਹਾਨੂੰ ਦਰਸ਼ਨ ਦੇਵੇਗੀ। ਬਾਅਦ ਵਿੱਚ ਜਾ ਕੇ ਮਹਾਰਾਜ ਉੱਥੇ ਉਹਨੂੰ ਯਾਦ ਕਰਦੇ ਹਨ ਬਹੁਤ, ਜੀਵਨ ਦਾਸ ਸੁਰੀ
ਬੜੀ ਤੜਪ ਹੈ ਮਨ ਵਿੱਚ ਮਿਲਣ ਦੀ ਉਹਨਾਂ ਨੂੰ। ਉਸ ਚੈਪਟਰ 'ਚ ਬਹੁਤ ਸੋਹਣੀ ਤਰ੍ਹਾਂ ਸਮਝਾਇਆ ਉਹਨਾਂ ਨੇ। ਤੇ ਜਦੋਂ ਫਿਰ ਕੋਈ ਆ ਕੇ ਉਹਨਾਂ ਨੂੰ ਦੱਸਦਾ ਹੈ ਕਿ ਕਲਗੀਧਰ ਪਿਤਾ ਹੁਣ ਬੁਰਹਾਨਪੁਰ ਆਏ ਹੋਏ ਹਨ। ਬਹੁਤ ਵੱਡਾ ਗੁਰਦੁਆਰਾ ਹੈ ਬੁਰਹਾਨਪੁਰ। if you ever Google it up though, you will see the ਗੁਰਦੁਆਰਾ there, ਜਿੱਥੇ ਮਹਾਰਾਜ ਰਹੇ ਹਨ ਤਾਪਤੀ ਰਿਵਰ ਦੇ ਕਿਨਾਰੇ ਦੇ ਉੱਤੇ ਹੈ ਗੁਰਦੁਆਰਾ। ਉੱਥੇ ਇੱਕ ਪੁਰਾਤਨ ਬੀੜ ਸਾਹਿਬ ਵੀ ਪਈ ਹੋਈ ਹੈ। ਬਹੁਤ ਲੋਕ ਲਿਖਦੇ ਹਨ ਕਿ ਇਹ ਬੀੜ ਸ਼ਾਇਦ ਮਹਾਰਾਜ ਨੇ ਆਪ ਉੱਥੋਂ ਲੈ ਕੇ ਆਏ ਹੋਣ, ਤੇ ਕਈ ਕਹਿੰਦੇ ਹਨ ਉਹਨਾਂ ਦੇ ਦਸਤਖਤ ਵੀ ਉਸ ਬੀੜ ਦੇ ਉੱਤੇ ਹਨ। ਸੋ ਕੀ ਪਤਾ ਬੀੜ ਜਿਹੜੀ ਹੈ ਉਹਨਾਂ ਨੇ ਜੀਵਨ ਦਾਸ ਨੂੰ ਦਿੱਤੀ ਹੋਵੇ ਜਦੋਂ ਆਉਣ ਦੇ ਟਾਈਮ। ਵੀ ਡੋਂਟ ਨੋ ਦ ਫੁੱਲ ਥਿੰਗ, ਆਮ ਜਸਟ lot of speculations on that। ਬੁਰਹਾਨਪੁਰ ਰਹਿੰਦੇ ਹਨ 10-15 ਦਿਨ, ਜੀਵਨ ਦਾਸ ਨੂੰ ਤਾਰਦੇ ਹਨ। ਮਹਾਰਾਜ ਬਹੁਤ ਦੇਰ ਰਹਿ ਕੇ ਉੱਥੇ ਸੰਗਤਾਂ ਦੂਰੋਂ ਦੂਰੋਂ ਆ ਕੇ ਸੰਗਤਾਂ ਜਿਹੜੀਆਂ ਹਨ ਦਰਸ਼ਨ ਕਰਦੀਆਂ ਹਨ ਮਹਾਰਾਜ ਦੀਆਂ। ਤੇ ਬੁਰਹਾਨਪੁਰ ਮੈਂ ਆਪ ਕਦੀ ਦਰਸ਼ਨ ਨਹੀਂ ਕੀਤੇ ਉਸ ਜਗ੍ਹਾ ਦਾ, ਜਿਨ੍ਹਾਂ ਨੇ ਕੀਤੇ ਹਨ ਮੁਬਾਰਕ ਹੈ। ਗੁਰੂ ਨਾਨਕ ਦੇਵ ਦਾ ਵੀ ਅਸਥਾਨ ਬੁਰਹਾਨਪੁਰ ਹੈ ਉੱਥੇ। ਇਸ ਗੁਰਦੁਆਰੇ ਦਾ ਨਾਮ ਬੜੀ ਸਿੱਖ ਸੰਗਤ ਹੈ ਬੁਰਹਾਨਪੁਰ, ਜਿੱਥੇ ਮਹਾਰਾਜ ਰਹਿੰਦੇ ਹਨ। This is, remember, he is on his way now from Agra going down south though। ਤੇ ਬੁਰਹਾਨਪੁਰ ਪਹੁੰਚ ਕੇ ਇੱਕ ਡਿਸੀਜਨ ਲੈਂਦੇ ਹਨ ਮਹਾਰਾਜ ਕਿ ਅਸੀਂ ਹੁਣ ਨਾਂਦੇੜ ਜਦੋਂ ਪਹੁੰਚਾਂਗੇ, ਅਗਲਾ ਪੜਾਵ ਜਿਹੜਾ ਹੈ, ਅਸੀਂ ਹੁਣ ਇਹਦੇ ਨਾਲ ਨਹੀਂ ਜਾਣਾ। ਇਹ ਝੂਠੇ ਵਾਅਦੇ ਕੀਤੇ ਹਨ ਸਾਰੇ। ਉਹਨਾਂ ਨੂੰ ਕਲੀਅਰ ਹੋ ਜਾਂਦਾ ਇਸ ਗੱਲ ਦਾ ਕਿ ਬਹਾਦਰ ਸ਼ਾਹ ਨੇ ਕਿਸੇ ਗੱਲ ਨੂੰ ਨਹੀਂ ਮੰਨਣਾ। ਇਸਨੇ ਵਜ਼ੀਰ ਖਾਨ ਨੂੰ ਕੋਈ ਨਹੀਂ ਦੇਣੀ, ਇਸਨੇ ਸਜ਼ਾ ਨਹੀਂ ਦੇਣੀ, ਜਾਂ ਕੋਈ ਇਹਨੇ ਮਾਮਲੇ ਸੈੱਟ ਨਹੀਂ ਕਰਨੇ। ਕੋਈ ਪੀਸ ਦਾ ਕੋਈ ਇਹਦਾ ਮਤਲਬ ਨਹੀਂ ਹੈ। ਹੀ ਇਜ਼ ਜਸਟ ਮੇਕਿੰਗ ਸਟੋਰੀਜ਼, or all he has done is just delayed the whole process, nothing more than that। And I'm going to stop here। Somebody had a question। ਗੁਰਦਿਆਲ ਜੀ ਤੁਸੀਂ ਕੁਐਸਚਨ ਪੁੱਛਣਾ ਚਾਹੁੰਦੇ ਸੀ? ਤੁਸੀਂ, ਮੈਂ ਦੇਖਿਆ ਯੂ ਅਨਮਿਊਟਡ। ਜੀ ਮੈਂ ਨਾ ਉਹ ਮਤਲਬ ਬੁਰਹਾਨਪੁਰ ਦਰਸ਼ਨ ਕੀਤੇ ਹੋਏ ਨੇ 2 ਵਾਰੀ। ਥੈਂਕ ਯੂ। ਉੱਥੇ ਰਿਲੇਟਿਵਸ, I don't know if anybody who has been there, so it's nice to meet you। ਮਾਸੀ ਸਾਡੇ ਉੱਥੇ ਰਹਿੰਦੇ ਹੈਗੇ ਨੇ, ਤੇ ਉਹ ਬਾਬਾ ਜਿਹੜੀ ਬੀੜ ਹੈਗੀ ਹੈ ਉਹਦੇ ਵੀ ਦਰਸ਼ਨ ਕੀਤੇ। ਸਿਗਨੇਚਰ ਹੈਗੀ ਹਸਤ ਲਿਖਤ, ਪਰ ਉਹ ਭਾਈ ਸਾਹਿਬ ਉੱਥੇ ਦੱਸ ਨਹੀਂ ਸਕੇ ਕਿ ਵੀ ਇਹ ਗੁਰੂ ਸਾਹਿਬ ਦੀ ਆਪਣੀ ਹਸਤ ਲਿਖਤ ਹੈ ਕਿ ਕਿਸੇ ਹੋਰ ਨੇ ਲਿਖੀ ਹੈ। ਤੇ ਗੁਰੂ ਸਾਹਿਬ ਨੇ ਦਸਤਖਤ ਕੀਤੇ, ਦਸਤਖਤ ਦੇਖੇ ਹੈ, ਦਸਤਖਤ। ਮੈਂ ਵੀ ਜੋ ਮੈਂ ਪੜ੍ਹਿਆ ਹੈ, ਮੈਂ ਵੀ ਉਹੀ ਪੜ੍ਹਿਆ ਹੈ ਜੋ ਤੁਸੀਂ ਦੱਸਿਆ ਮੈਨੂੰ, ਕਿ ਉਹਨਾਂ ਦੇ ਹੱਥ ਦਸਤਖਤ ਹੋਏ ਹਨ। ਓਰੀਜਨਲ ਹੈ ਕਿ ਨਹੀਂ ਹੈ, ਲੇਕਿਨ ਪੁਰਾਤਨ ਬੀੜ ਹੈ, ਹੱਥ ਦੀ ਲਿਖੀ ਹੋਈ ਹੈ। ਔਰ ਕਹਿੰਦੇ ਨੇ ਜਿਹੜੇ ਅੰਗ ਜਿਹੜੇ ਹਨ ਬੀੜ ਦੇ ਬਹੁਤ ਬ੍ਰਿਧ ਹੋ ਚੁੱਕੇ ਨੇ ਹੁਣ ਦਰਸ਼ਨ ਨਹੀਂ ਕਰਾਉਂਦੇ। ਓਨਲੀ ਵਨਸ ਅ ਈਅਰ ਮਹਾਰਾਜ ਦੇ ਵਿਸਾਖੀ ਵਾਲੇ ਦਿਨ ਤੇ ਉਹਨਾਂ ਦੇ ਗੁਰਪੁਰਬ ਵਾਲੇ ਦਿਨ ਦਰਸ਼ਨ ਹੁੰਦੇ ਨੇ ਸੰਗਤ ਨੂੰ, ਹੋਰ ਕਿਸੇ ਦਿਨ ਸੰਗਤ ਨੂੰ ਦਰਸ਼ਨ ਨਹੀਂ ਕਰਾਉਂਦੇ। ਤੇ ਬੀੜ ਦਾ ਪ੍ਰਕਾਸ਼ ਵੀ ਨਹੀਂ ਹੁੰਦਾ ਹੁਣ ਉਸ ਬੀੜ ਦਾ। ਹਾਂਜੀ, ਸੈਕਿੰਡ ਟਾਈਮ ਜਿਸਲੇ ਅਸੀਂ ਗਏ ਸੀ, ਮਾਈਟ ਬੀ ਮੇਬੀ ਅਰਾਊਂਡ ਆਈ ਡੋਨਟ ਨੋ 15 ਇਅਰਸ ਅਗੋ 20 ਇਅਰਸ ਅਗੋ, ਜਿਸਲੇ ਮੈਂ ਗਿਆ ਉੱਥੇ, ਤੇ ਉਸਲੇ ਬੀੜ ਸਾਹਿਬ ਉੱਥੇ ਨਹੀਂ ਸਨ। ਉਹ ਕਹਿੰਦੇ ਜੀ ਭਾਈ ਸਾਹਿਬ ਨੇ ਦੱਸਿਆ ਜੀ ਉਹ ਗਵਰਨਮੈਂਟ ਲੈ ਗਈ ਉਹਨੂੰ ਰਿਸਟੋਰੇਸ਼ਨ ਕਰਨ ਵਾਸਤੇ, ਤੇ ਉਹਨੂੰ ਠੀਕ ਕਰਨਾ, ਇਸ ਕਰਕੇ ਉਹ ਲੈ ਗਏ ਹੈਗੇ ਨੇ। That's the second time when that was when the first time that is very sad ਕਿ ਅਗਰ I hope the bead they return it back to the ਗੁਰਦੁਆਰਾ। ਮਹਾਰਾਜ ਉੱਥੇ ਛੋੜ ਕੇ ਗਏ ਹਨ ਉਸ ਬੀੜ ਨੂੰ, ਜੀਵਨ ਦਾਸ ਨੂੰ ਤਾਰਦੇ ਹਨ। Any other questions here on up to this point though, before we reach Nader now, which is the final resting spot? And Burhanpur to Nader koi bahut dur nahi hai। If you look at the map, it's probably 300-400 kilometers away। I don't know exact distance, koi bahut dur nahi hai Burhanpur to Nader koi bahut dur nahi hai। Hanji, no questions। ਮਹਾਰਾਜ ਉੱਥੋਂ ਚੱਲਦੇ ਹਨ, ਤਾਪਤੀ ਰਿਵਰ ਨੂੰ ਕ੍ਰਾਸ ਕਰਦੇ ਹਨ ਸਿੱਖਾਂ ਦੇ ਨਾਲ, ਤੇ ਕ੍ਰਾਸ ਕਰਕੇ ਨਾਂਦੇੜ ਆਉਂਦੇ ਹਨ। NANDED is the name, how you spell ਨਾਂਦੇੜ। ਨੈਂਡੇਡ ਕਹੋਗੇ, ਬਟ ਮਰਾਠੀ ਪ੍ਰੋਨਾਂਸੀਏਸ਼ਨ ਜਿਹੜੀ ਹੈ ਉਹ ਥੋੜੀ ਜਿਹੀ ਨੇਜ਼ਲ ਹੈ, ਨਾਂਦੇੜ ਕਹਿੰਦੇ ਹਨ। ਬਟ ਨਾਂਦੇੜ is the ਪੰਜਾਬੀ version। English which NANDED ਲਿਖਦੇ ਹਨ, so Nanded ਹੋਇਆ, but I don't know why don't they spell it the way it is। I have no idea। ਨਾਂਦੇੜ ਮਹਾਰਾਜ ਜਦੋਂ ਰੁਕਦੇ ਹਨ, ਨਾਂਦੇੜ ਗੋਦਾਵਰੀ ਦੇ ਕੰਢੇ ਤੇ, ਜ਼ਿਆਦਾ ਦੂਰ ਗੋਦਾਵਰੀ ਤੋਂ ਬਹੁਤ ਦੂਰ ਨਹੀਂ ਹੈ ਜਗ੍ਹਾ। ਅਬਚਲ ਪਹਿਲਾ ਨਾਂ ਦੂਸਰਾ ਸੀ, ਹੁਣ ਅਬਚਲ ਨਗਰ ਨਾਂ ਪੈ ਗਿਆ ਹੈ। ਉੱਥੇ ਮਹਾਰਾਜ ਰੁਕਦੇ ਹਨ, ਕਨਾਤਾਂ ਲਗਾਉਂਦੇ ਹਨ, ਤੇ ਮਹਾਰਾਜ ਮੇਕਸ ਅ ਡਿਸੀਜਨ ਕਿ ਅਸੀਂ ਹੁਣ ਜਾਣਾ ਨਹੀਂ ਇੱਥੋਂ, ਅਸੀਂ ਇੱਥੇ ਹੀ ਹਾਂ ਹੁਣ, ਅਸੀਂ ਤੇ ਵਾਪਸ ਪੰਜਾਬ ਚਲੇ ਜਾਵਾਂਗੇ। ਕੋਈ ਫੈਸਲਾ ਨਹੀਂ ਹੋ ਪਾਇਆ ਇਹਦੇ ਨਾਲ। ਹੁਣ ਬਹਾਦਰ ਸ਼ਾਹ ਨੂੰ ਵੀ ਇੱਕ ਚਲੀ ਜਾਂਦੀ ਹੈ ਕਿ ਤੂੰ ਅੱਗੇ ਚਲਾ ਜਾ, ਅਸੀਂ ਤੇਰੇ ਨਾਲ ਨਹੀਂ ਜਾਣਾ, ਹੁਣ ਤੂੰ ਜਿੱਥੇ ਜਾਣਾ ਤੂੰ ਜਾ, ਅਸੀਂ we are not going to go anywhere, we are staying put here in Nader, we are not going anywhere। ਉੱਥੇ ਮਹਾਰਾਜ ਰਹਿੰਦੇ ਹਨ ਤੇ ਸੰਗਤਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਗੱਲ ਹੁਣ we are in
ਆਲਮੋਸਟ ਤੁਸੀਂ ਕਹਿ ਲਓ ਕਿ ਦਸੰਬਰ 1700 ਤੇ ਇਹ ਹੁਣ ਨਾਦੇੜ ਦੀ ਡੇਟ ਪਹੁੰਚਣ ਦੀ ਜਿਹੜੀ ਲਿਖੀ ਹੋਈ ਹੈ ਹਿਸਟੋਰੀਅਨ ਨੇ ਉਹ ਅਗਸਤ ਆਫ 1708 ਹੈ ਜੀ 1708 ਵਿੱਚ ਅਗਸਤ ਵਿੱਚ ਰਿਮੈਂਬਰ ਵਿਚ ਮੇਕ ਸੈਂਸ ਰਾਈਟ ਤੁਸੀਂ ਦੇਖੋ ਦਸੰਬਰ ਵਿੱਚ ਚਲੇ ਆਣ ਉੱਥੋਂ ਦਿੱਲੀ ਤੋਂ ਆਈ ਮੀਨ ਆਗਰੇ ਤੋਂ ਤੇ 6-7 ਮਹੀਨੇ ਤੇ ਲੱਗੇ ਹੋਣੇ by the time you went through Rajputana and everything and reaching Burhanpur also staying there for a little bit there and then reaching Nader, you know. In that time lagya ਜ਼ਰੂਰ ਹੋਣਾ 6-7 ਮਹੀਨੇ so the dates make complete logical sense to me ਕਿ mid August ਵਿੱਚ sometime August of 1708 ਵਿੱਚ ਨਾਦੇੜ ਪਹੁੰਚਦੇ ਹਨ ਹਾਂਜੀ ਤੇ ਅਬਚਲ ਨਗਰ ਜਗ੍ਹਾ ਦਾ ਨਾਂ ਹੈ ਜਿੱਥੇ ਜਿੱਥੇ ਤਬੂ ਲੱਗਦਾ ਹੈ ਜਿੱਥੇ ਕਨਾਤਾਂ ਲੱਗਦੀਆਂ ਹਨ ਮਹਾਰਾਜ ਸੈਟਲ ਹੁੰਦੇ ਹਨ ਉੱਥੇ ਤੇ ਇੱਥੇ ਫਿਰ ਮੀਟਿੰਗ ਜਿਹੜੀ ਹੈ ਬੰਦੇ ਬਹਾਦਰ ਨਾਲ ਹੁੰਦੀ ਉਹਨਾਂ ਦੀ ਮਾਧੋ ਦਾਸ ਬੈਰਾਗੀ ਉਹਦਾ origignal ਨਾਂ ਸੀ ਜਿਨ੍ਹਾਂ ਨੇ ਹਜ਼ੂਰ ਸਾਹਿਬ ਦਰਸ਼ਨ ਕੀਤੇ ਹਨ ਜਿਨ੍ਹਾਂ ਦੇ ਜਿਹੜੇ ਗਏ ਹਨ ਮੈਂ ਦਰਸ਼ਨ ਕੀਤੇ ਹੋਏ ਹਨ ਜਗ੍ਹਾ ਦੇ ਜਿਹੜੇ ਨਹੀਂ ਗਏ ਹਨ ਉਹ ਅਗਲੀ ਵਾਰੀ ਤੁਸੀਂ ਜਾਓ ਜਰੂਰ ਦਰਸ਼ਨ ਕਰੋ ਬਹੁਤ ਇੰਪੋਰਟੈਂਟ ਜਗ੍ਹਾ ਮੇਰੇ ਹਿਸਾਬ ਨਾਲ one of the most important place in Sikh history ਦੇ ਜਿਹੜੀ ਸੰਬੰਧਿਤ ਸਥਾਨ ਹੈ ਬਹੁਤ ਇੰਪੋਰਟੈਂਟ ਹੈ ਮਹਾਰਾਜ ਰਹੇ ਹਨ ਕਾਫੀ ਦੇਰ ਉੱਥੇ ਬੜੇ ਵੱਡੇ ਵੱਡੇ ਚੀਜ਼ਾਂ ਹੋਈਆਂ ਹਨ ਉੱਥੇ ਗੁਰਿਆਈ ਦਿੱਤੀ ਗਈ ਹੈ ਆਪ ਜੋਤੀ ਜੋਤ ਸਮਾਏ ਹਨ ਉੱਥੇ ਬਹੁਤ ਬਹੁਤ ਇੰਪੋਰਟੈਂਟ ਹੈ ਜਗ੍ਹਾ ਉਹ ਵਿਜ਼ਿਟ ਕਰਨ ਵਾਲੇ ਜਿਨ੍ਹਾਂ ਨੇ ਨਹੀਂ ਵਿਜ਼ਿਟ ਕੀਤਾ ਅਗਲੀ ਵਾਰੀ ਜ਼ਰੂਰ ਜਾਇਓ ਵਿਜ਼ਿਟ ਕਰਨ ਹਜ਼ੂਰ ਸਾਹਿਬ ਮੈਨੂੰ ਯਾਦ ਹੈ ਬਚਪਨ ਜਦੋਂ ਮੈਂ ਗਿਆ ਛੋਟੇ ਹੁੰਦਿਆਂ ਵਿਦ ਮਾਈ ਪੇਰੈਂਟਸ ਤੋਂ ਉਸ ਵੇਲੇ ਜਾਣਾ ਇੰਨਾ ਈਜ਼ੀ ਨਹੀਂ ਸੀ there were no direct trains there ਬੰਦਾ ਬਹਾਦਰ did not belong to that place he belonged to Jammu and Kashmir ਰਿਆਸੀ ਤੋਂ ਸਨ ਉਹ originally ਉਹਨਾਂ ਦੀ ਫੈਮਿਲੀ ਰਿਆਸੀ ਵਿੱਚ ਹੈ ਹੁਣ ਵੀ ਉਹਨਾਂ ਦੇ ਜਨਮ ਸਥਾਨ ਜਿਹੜਾ ਹੈ ਰਿਆਸੀ ਵਿੱਚ ਹੈ ਰਿਆਸੀ is very close to ਜਿਹਦੇ ਵੈਸ਼ਨੋ ਦੇਵੀ ਜਗ੍ਹਾ ਜਿੱਥੇ ਹੈ ਉੱਥੋਂ ਬਹੁਤ ਦੂਰ ਨਹੀਂ ਹੈ ਉੱਥੋਂ ਕਟਰੇ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਹੈ ਉੱਥੋਂ so he is from Riasi yeah but he settled down in Nader ਮਹਾਰਾਜ ਜਾਣੀ ਜਾਣ ਸਨ ਸਭ ਇਹ ਇਨਸੀਡੈਂਟ ਸਭ ਉਹਨਾਂ ਨੂੰ ਪਤਾ ਸਨ ਕੀ ਹੋਣਾ ਹੈ ਮੇਰੇ ਨਾਲ ਕਿੱਥੇ ਜਾਣਾ ਹੈ ਕੀ ਕਰਨਾ ਹੈ ਭੇਜੇ ਗਏ ਸਨ ਸਪੈਸ਼ਲੀ ਇਸ ਮਾਮਲੇ ਵਾਸਤੇ ਉਹ ਤੇ ਦੁਨੀਆ ਤੋਂ ਸਿਰਫ ਕਾਇਰਤਾ ਦੂਰ ਕਰਨ ਆਏ ਸਨ ਇਸ ਮਾਨਵਤਾ ਨੂੰ ਠੀਕ ਕਰਨ ਆਏ ਸਨ ਜੋ ਉਹਨਾਂ ਦਾ ਕੰਮ ਸੀ ਇੱਥੇ ਕਰਨਾ ਆ ਕੇ ਉੱਥੇ ਮਾਧੋ ਦਾਸ ਬੈਰਾਗੀ ਯੂਜ਼ਡ ਟੂ ਲਿਵ ਜਿਹਨੇ ਦਰਸ਼ਨ ਕੀਤੇ ਹਨ ਜਿਹਨੇ ਬੰਦਾ ਘਾਟ ਗੁਰਦੁਆਰਾ ਗੋਦਾਵਰੀ ਦੇ ਉੱਤੇ ਹੈ ਜਿੱਥੇ ਉਹਦਾ ਸਥਾਨ ਸੀ ਮਹਾਰਾਜ ਜਾਂਦੇ ਹਨ ਉੱਥੇ ਤੇ ਸਾਖੀ ਇਹ ਹੈ ਕਿ ਉੱਥੇ ਇੱਕ ਚਰਪਾਈ ਜੀ ਬਾਹਰ ਬਿਠਾਈ ਹੋਈ ਸੀ ਹੁਣ ਕਈ ਲੋਕ ਨਹੀਂ ਬਿਲੀਵ ਕਰਦੇ ਤੁਹਾਡੀ ਮਰਜ਼ੀ ਹੈ ਤੁਸੀਂ ਕਰੋ ਨਾ ਕਰੋ ਬਿਲੀਵ ਆਈ ਐਮ ਜਸਟ ਨਰੇਟਿੰਗ ਦਾ ਜੋ ਸੂਰਜ ਪ੍ਰਕਾਸ਼ ਲਿਖਿਆ ਹੋਇਆ ਜੋ ਅਸੀਂ ਬਿਲੀਵ ਕਰਦੇ ਹਾਂ ਕਿ ਉਹਨੇ ਇੱਕ ਬਾਹਰ ਜੀ ਚਰਪਾਈ ਜੀ ਬਾਹਰ ਬਿਠਾਈ ਹੋਈ ਸੀ ਤੇ ਜਿਹੜਾ ਬੈਠਦਾ ਸੀ ਤੇ ਉਹ ਆਪਣੀ ਮੈਜੀਕਲ ਪਾਵਰਸ ਨਾਲ ਕਿ ਤਾਂਤਰਿਕ ਸੀ ਇਹ ਸਭ ਚੀਜ਼ਾਂ ਉਹਦੇ ਕੋਲ ਤਾਕਤ ਇਹਨਾਂ ਦੀ ਰਿੱਧੀਆਂ ਸਿੱਧੀਆਂ ਬੜੀਆਂ ਪ੍ਰਾਪਤ ਹੋਈਆਂ ਸਨ ਉਹਨੂੰ ਤੇ ਉਹਦਾ ਮਖੌਲ ਕਰਾਉਣ ਵਾਸਤੇ ਉਹਨੂੰ ਗਿਰਾ ਦਿੰਦਾ ਸੀ ਉਸਨੂੰ ਉਹਦੇ ਨਾਲ ਮੰਜੀ ਜਿਹੜੀ ਸੀ ਉਹ ਗਿਰ ਜਾਂਦੀ ਸੀ ਥੱਲੇ ਤੇ ਜਿਹੜਾ ਬੈਠਿਆ ਜਿਹੜਾ ਬੰਦਾ ਉਹ ਗਿਰ ਜਾਂਦਾ ਸੀ ਥੱਲੇ ਪਹਿਲੇ ਹਿਸਟਰੀ ਜੋ ਲਿਖਿਆ ਮਿਲਦਾ ਹੈ ਕਿ ਉੱਥੇ ਮਹਾਰਾਜ ਜਦੋਂ ਗਏ ਉੱਥੇ ਬੈਠੇ ਜਾ ਕੇ ਤੇ ਉਹਨੇ ਬੜੀ ਕੋਸ਼ਿਸ਼ ਕੀਤੀ ਤਾਂ ਗਿਰੇ ਨਹੀਂ ਥੱਲੇ ਆਫ ਕੋਰਸ ਤੇ ਫਿਰ ਉਹ ਮਾਫੀ ਮੰਗੀ ਉਸਨੇ ਤੇ ਮਹਾਰਾਜ ਨੇ ਹੁਕਮ ਕੀਤਾ ਕਿ ਨਹੀਂ ਤੇਰਾ ਕੰਮ ਤੂੰ ਕਿਸੇ ਦੁਨੀਆ ਦੇ ਦੂਸਰੇ ਹੋਰ ਕੰਮ ਕਰਨ ਵਾਸਤੇ ਆਇਆ ਹੈ ਤੈਨੂੰ ਖਾਲਸਾ ਅਸੀਂ ਸਾਜਣਾ ਹੈ ਤੈਨੂੰ ਅੰਮ੍ਰਿਤ ਛਕਾ ਕੇ ਤੇ ਤੂੰ ਹੁਣ ਮੇਰਾ ਰਿਪਰੈਜ਼ੈਂਟੇਟਿਵ ਬਣ ਕੇ ਪੰਜਾਬ ਜਾਏਗਾ ਤੇ ਪੰਜਾਬ ਜਾ ਕੇ ਇਹ ਜਿਹੜਾ ਜੋ ਸਾਡੀ ਕੌਮ ਨਾਲ ਜੋ ਹੋ ਰਿਹਾ ਹੈ ਇਹ ਤੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰੇਗਾ ਤੂੰ ਹਾਂਜੀ ਐਨੀ ਕੁਐਸਚਨਸ ਸੋ ਫਾਰ ਦੋ ਇਹ ਗੱਲ ਮੁਲਾਕਾਤ ਉਹਨਾਂ ਦੀ ਬੰਦੇ ਨਾਲ ਜਿਹੜੀ ਬੰਦਾ ਬਹਾਦਰ ਨਾਲ ਜਿਹੜੀ ਮੀਟਿੰਗ ਜਿਹੜੀ ਸਿੱਖ ਕ੍ਰੋਨਿਕਲਸ ਦੇ ਹਿਸਾਬ ਨਾਲ ਡੇਟ ਜਿਹੜੀ ਮਿਲਦੀ ਹੈ ਉਹ अर्ਲੀ ਸੈਪਟੈਂਬਰ ਦੀ ਹੈ ਸੈਪਟੈਂਬਰ ਆਫ 1708 3rd of September 1708 ਅਗਸਤ ਵਿੱਚ ਪਹੁੰਚਦੇ ਹਨ ਮਿਡ ਅਗਸਤ ਵਿੱਚ ਸੈਪਟੈਂਬਰ 3 ਨੂੰ ਬੰਦੇ ਨਾਲ ਮਾਧੋ ਦਾਸ ਬੈਰਾਗੀ ਪੁਰਾਣਾ ਨਾਂ ਹੈ ਬੰਦਾ ਨਾਂ ਕਿ ਤੂੰ ਮੇਰਾ ਬੰਦਾ ਬਣ ਗਿਆ ਹੈ ਇਸ ਵਾਸਤੇ ਬੰਦੇ ਨੂੰ ਤਿਆਰ ਕਰਦੇ ਹਨ ਉੱਥੇ ਤੇ ਉਹਦੇ ਨਾਲ ਦੇ 5 ਸਿੰਘ ਹੋਰ ਤਿਆਰ ਹੁੰਦੇ ਹਨ ਮਹਾਰਾਜ ਤਿਆਰ ਕਰਦੇ ਹਨ ਉੱਥੇ ਤੇ ਉਹ 5 ਸਿੰਘ ਜਿਹੜੇ ਹਨ ਉਹਨਾਂ ਚੋਂ ਭਾਈ ਬਿਨੋਦ ਸਿੰਘ ਜੀ ਜਿਹੜੇ 5 ਇੰਪੋਰਟੈਂਟ ਸਿੱਖ ਜਿਹੜੇ ਹਨ ਤੇ ਬੰਦੇ ਨੂੰ ਤਿਆਰ ਕਰਦੇ ਹਨ ਕਿ ਤੁਸੀਂ ਜਾਓ ਪੰਜਾਬ ਤੇ ਉਹਨਾਂ ਨੂੰ ਸ਼ਸਤਰ ਜਿਹੜੇ ਹਨ ਆਪਣੇ ਹੱਥਾਂ ਨਾਲ ਲਗਾਉਂਦੇ ਹਨ ਮਹਾਰਾਜ 5 ਤੀਰ ਵੀ ਦਿੰਦੇ ਹਨ ਉਹਨਾਂ ਨੂੰ ਤੇ ਇਹ ਉਪਦੇਸ਼ ਦਿੰਦੇ ਹਨ ਕਿ ਤੁਸੀਂ ਜਾਓ ਪੰਜਾਬ ਤੇ ਪੰਜਾਬ ਜਾ ਕੇ ਤੁਸੀਂ ਜੋ ਸਿੱਖਾਂ ਨਾਲ ਜੋ ਹੋ ਰਿਹਾ ਹੈ ਉਹ ਰਿਵਰਸ ਕਰਨ ਦੀ ਕੋਸ਼ਿਸ਼ ਕਰੋ ਹਾਂਜੀ ਐਨੀ ਕੁਐਸਚਨ ਸੋ ਫਾਰ ਜੀ ਜੀ sorry ਇੱਕ question ਹੈਗਾ ਜੀ ਕਿ about the languages spoken during this time because obviously ਅਸੀਂ traverse ਕਰ ਰਹੇ ਹਾਂ from
Punjab to Delhi to Agra to Maharashtra. ਤੇ ਇਹਦੇ ਵਿੱਚ ਕੋਈ ਮੈਂਸ਼ਨ ਆਂਦਾ ਜਿਹੜਾ ਤੁਸੀਂ ਪੜਿਆ ਹੈ ਕਿ ਉਹਦੇ ਵਿੱਚ ਲੈਂਗੁਏਜਸ ਕਿਹੜੀਆਂ ਸਪੋਕਨ ਸੀ ਐਂਡ was Guru Sahib able to speak those languages or how did he converse with the different language based people? ਇਤਿਹਾਸ ਵਿੱਚ ਕੁਝ ਨਹੀਂ ਆਂਦਾ ਪਰ ਵੀਰ ਜੀ ਉਸ ਵੇਲੇ ਦੀ ਜਿਹੜੀ ਕੋਰਟ ਲੈਂਗੁਏਜ ਤੇ ਪਰਸ਼ੀਅਨ ਸੀ ਫਾਰਸੀ ਸੀ ਕੋਰਟ ਲੈਂਗੁਏਜ ਸੋ I bet you the discussions that went on formally which Bahadur Shah probably happened in Persian though. Many of the army officers ਜਿਹੜੇ ਪੜ੍ਹੇ ਲਿਖੇ ਸਨ ਭਾਈ ਨੰਦ ਲਾਲ ਵਰਗੇ ਨਾਲ ਸਨ ਭਾਈ ਨੰਦ ਲਾਲ probably was a major person who probably was there in every single discussion that took place with the emperor. ਮਹਾਰਾਜ ਆਪ ਫਾਰਸੀ ਦੇ ਬੜੇ ਜਾਣੂ ਸਨ ਸੰਸਕ੍ਰਿਤ ਦੇ ਜਾਣੂ ਸਨ ਇਸ ਤੋਂ ਇਲਾਵਾ ਹਿਸਟਰੀ 'ਚ ਕੋਈ ਲਿਖਿਆ ਨਹੀਂ ਆਂਦਾ ਕਿ ਕਿਸ ਲੈਂਗੁਏਜ ਦੇ ਨਾਲ there probably ਅਗਰ ਲੈਂਗੁਏਜ ਦਾ ਕਿਧਰੇ ਇਸ਼ੂ ਆਂਦਾ ਹੋਏਗਾ ਤੇ probably interpreters who were available northern India ਵਿੱਚ ਤੇ Hindustani was the spoken language so Hindustani ਵਿੱਚ ਹੀ ਗੱਲ ਹੁੰਦੀ ਹੋਣੀ ਹੈ ਜ਼ਿਆਦਾ ਪਰ Persian was the court language official language Persian ਸੀ so ਗੱਲਬਾਤ official ਜਿਹੜੇ document ਤਿਆਰ ਹੁੰਦੇ ਸਨ ਜਾਂ official ਜਿਹੜੀ ਗੱਲਬਾਤ ਹੁੰਦੀ ਸੀ ਜਿਹੜੀਆਂ ਖਿਲਤਾਂ ਦਿੱਤੀਆਂ ਜਾਂਦੀਆਂ ਸਨ ਜਾਂ imperial ਜਿਹੜੇ ਹੁਕਮਨਾਮੇ ਸਨ ਜਿਹੜੇ ਮੁਗਲ ਗਵਰਨਮੈਂਟ ਦੇ ਉਹ ਸਾਰੇ ਫਾਰਸੀ ਵਿੱਚ ਸਨ ਹਾਂਜੀ I hope that answers the question. Thank you. No problem. Any other questions ji? No questions. ਮਹਾਰਾਜ ਮਿਲਦੇ ਹਨ ਤੇ ਉਹ 5 ਤੀਰ ਦੇ ਕੇ ਮਹਾਰਾਜ ਥਾਪੜੀ ਦਿੰਦੇ ਹਨ ਬੰਦੇ ਨੂੰ ਤੇ ਇਹ ਭੇਜਦੇ ਹਨ ਉਹਨੂੰ ਇਸ ਗੱਲ ਦਾ ਪਤਾ ਬਹਾਦਰ ਸ਼ਾਹ ਨੂੰ ਲੱਗਦਾ ਹੈ ਤੇ he is obviously enraged at the fact ਕਿ ਤੁਸੀਂ ਮੇਰੀ ਹੈਲਪ ਜਿਹੜੀ ਹੈ ਲਿੱਤੀ ਨਹੀਂ ਹੈ ਪਰ ਉਹਦੀ ਹੈਲਪ ਕਰਨ ਦੀ ਕੋਈ ਉਹ ਨਹੀਂ ਸੀ ਅੰਦਰੋਂ ਇੱਛਾ ਕੋਈ ਅੰਦਰੋਂ ਹੈਲਪ ਕਰਨ ਦੀ ਨਹੀਂ ਸੀ ਤੇ then we all know the series of events ਦੋ ਪਠਾਨ ਜਿਹੜੇ ਨਿਯੁਕਤ ਕੀਤੇ ਗਏ assassinate ਕਰਨ ਵਾਸਤੇ ਗੁਰੂ ਜੀ ਨੂੰ ਜਿਨ੍ਹਾਂ ਦਾ ਨਾਮ ਜਮਸ਼ੇਦ ਖਾਨ ਤੇ ਅਤੁੱਲਾ ਖਾਨ ਦੋਨੋਂ ਭਰਾ ਸਨ ਵਜ਼ੀਰ ਖਾਨ ਨੇ ਇਹਨਾਂ ਦੋਨਾਂ ਨੂੰ ਭੇਜਿਆ ਕਈ ਜਗ੍ਹਾ ਨਾਮ ਜਮਸ਼ੇਦ ਖਾਨ ਲਿਖਿਆ ਆਂਦਾ ਹੈ ਕਈ ਜਗ੍ਹਾ ਨਾਮ ਗੁਲ ਖਾਨ ਲਿਖਿਆ ਆਂਦਾ ਹੈ ਗੁਲ ਖਾਨ was probably not his formal name ਕਈ ਜਗ੍ਹਾ ਗੁਲ ਲਿਖਿਆ ਆਂਦਾ ਹੈ ਕਈ ਜਗ੍ਹਾ ਜਮਸ਼ੇਦ ਲਿਖਿਆ ਆਂਦਾ ਹੈ ਇਹ ਦੋ ਪਠਾਨ ਮਹਾਰਾਜ ਦੀ ਸੰਗਤ ਵਿੱਚ ਆਣੇ ਸ਼ੁਰੂ ਹੋ ਗਏ ਕੀਰਤਨ ਸੁਣਦੇ ਹਨ ਨਾਲ ਰਹਿੰਦੇ ਹਨ ਤੇ ਬਾਕੀ ਬਹਿਰੂਪੀਏ ਹਨ I mean they ਉਹਨਾਂ ਦਾ obvious ਜਿਹੜਾ ਹੈ ਅੰਦਰੋਂ ਜਿਹੜਾ ਹੈ ਉਹਨਾਂ ਦਾ ਇਰਾਦਾ ਮਹਾਰਾਜ ਨੂੰ assassinate ਕਰਨ ਦਾ ਹੈ ਇਰਾਦਾ ਤੇ ਇਹ ਕਿਉਂ ਹੋਇਆ ਬਿਕਾਜ਼ ਵਜ਼ੀਰ ਖਾਨ ਨੂੰ ਬੜਾ ਡਰ ਲੱਗ ਗਿਆ ਕਿ ਅਗਰ ਵਾਕਈ ਐਮਪਰਰ goes on ਮਹਾਰਾਜ ਦੀ ਸਾਈਡ ਦੇ ਤੇ ਮੇਰਾ ਕੀ ਬਣੇਗਾ ਮੇਰਾ ਤੇ ਤਖਤਾ ਹੀ ਉਲਟ ਜਾਣਾ ਹੈ ਬੁਰਾ ਹਾਲ ਹੋਏਗਾ ਮੇਰਾ ਨਹੀਂ ਚਾਹੁੰਦੇ ਸਨ ਮੁਗਲ ਕੋਟੀਅਰਸ ਵੀ ਕੋਈ ਫੈਸਲਾ ਹੋਵੇ ਸਿੱਖਾਂ ਨਾਲ ਤੇ ਇਹ ਗੱਲਾਂ assassination attempt ਦੀ ਡੇਟ ਜਿਹੜੀ ਹੈ ਉਹ 20 ਸਤੰਬਰ ਦੀ ਲਿਖੀ ਮਿਲਦੀ ਹੈ ਇਤਿਹਾਸ ਵਿੱਚ ਤੇ ਇਹ ਗੱਲ 2 ਜਾਂ 3 ਦਿਨ ਬਾਅਦ ਦੀ ਹੈ after ਬੰਦਾ ਬਹਾਦਰ leaves ਨਾਂਦੇੜ just to let you know from the date the angle ਤੋਂ exact dates ਲਿਖਣੀਆਂ ਕਰਨੀਆਂ ਬੜੀਆਂ ਮੁਸ਼ਕਿਲ ਨੇ and this is the best I could find though somebody has a better dates than me more than welcome to share on the chat group mid September 20th ਦੇ ਕਰੀਬ assassination date ਜਿਹੜੀ ਲਿਖੀ ਹੋਈ ਹੈ so the way it goes is this ਕਿ ਆਰਤੀ ਸੋਦਰ ਦੀ ਚੌਂਕੀ ਤੋਂ ਬਾਅਦ ਮਹਾਰਾਜ ਜਦੋਂ ਲੰਗਰ ਖਾ ਕੇ ਆਰਾਮ ਕਰਦੇ ਪਏ ਸਨ ਆਪਣੇ ਕਮਰੇ ਦੇ ਅੰਦਰ ਆਪਣੇ ਕਨਾਤ ਦੇ ਅੰਦਰ ਜਿਹੜਾ ਉਹਨਾਂ ਦਾ ਪਰਸਨਲ ਰੂਮ ਸੀ ਜਿਹੜਾ ਤੇ ਉਸ ਰੂਮ ਦੇ ਅੰਦਰ ਜਦੋਂ ਆਰਾਮ ਕਰਦੇ ਪਏ ਸਨ ਤੇ ਪਹਿਰੇਦਾਰ ਨਹੀਂ ਹੋਣਾ ਬਾਹਰ ਜਾਂ ਹੋਣਾ ਹੈ ਤੇ ਨਜ਼ਰ ਨਹੀਂ ਆਇਆ Jamshed Khan entered one of the Pathans entered the room though where Maharaj was sleeping though ਸੁੱਤੇ ਹੋਏ ਸਨ ਲੇਟੇ ਹੋਏ ਸਨ ਜਦੋਂ ਤੇ ਉਹਨਾਂ ਦੀ ਪਿੱਠ ਜਿਹੜੀ ਹੈ ਇਹ ਮਿਲਦਾ ਹੈ ਇਤਿਹਾਸ ਕਿ ਉਹਨਾਂ ਦੀ ਪਿੱਠ ਜਿਹੜੀ ਹੈ ਦਰਵਾਜ਼ੇ ਦੀ ਤਰਫ ਸੀ so he was not looking at the door his face was facing the wall not the door ਤੇ ਉਸਨੇ ਆ ਕੇ ਪਿੱਛੋਂ ਉਹਨਾਂ ਨੇ ਰਾਈਟ ਸਾਈਡ ਦੇ ਉੱਤੇ ਨੀਅਰ ਹਿਸ ਹਾਰਟ ਉਹਨਾਂ ਨੇ ਉਸਨੇ ਵੈਪਨ ਦਾ ਨਾਮ ਵੀ ਲਿਖਿਆ ਹੋਇਆ ਹੈ ਪਰਸ਼ੀਅਨ ਵਿੱਚ ਜਿਸ ਵੈਪਨ ਦੇ ਨਾਲ ਉਸਨੇ ਅਟੈਕ ਕੀਤਾ ਜ਼ੋਰ ਦੀ ਤੇ ਬਹੁਤ ਜਿਹੜਾ ਜ਼ਖਮ ਜਿਹੜਾ ਬੜਾ ਭਾਰੀ ਹੋ ਜ਼ਖਮ ਸੀ ਮਹਾਰਾਜ ਨੇ ਉਸੇ ਵੇਲੇ ਉਹ ਕੱਢ ਕੇ ਤੇ ਉਹ ਤੇ ਉਸੇ ਵੇਲੇ ਹੀ ਮਰ ਗਿਆ ਤੇ ਉਹ ਜਿਹੜਾ ਦੂਸਰਾ ਉਹਦਾ ਜਿਹੜੇ ਸਾਥੀ ਸੀ ਸਿੰਘਾਂ ਨੇ ਉਹਨੂੰ ਬਾਹਰ ਪਕੜ ਕੇ ਮਾਰ ਦਿੱਤਾ ਸੋ that they were taken care of but ਜ਼ਖਮ ਬਹੁਤ ਗਹਿਰਾ ਔਰ ਬੜਾ ਵੱਡਾ ਜ਼ਖਮ ਹੋਇਆ ਮਹਾਰਾਜ ਨੂੰ ਤੇ ਹਿਸਟਰੀ ਵਿੱਚ ਲਿਖਿਆ ਇਹ ਵੀ ਮਿਲਦਾ ਹੈ ਕਿ ਬਹਾਦਰ ਸ਼ਾਹ ਦਾ ਪਰਸਨਲ ਡਾਕਟਰ ਸੀ
British gentleman, Dr. Call ਆਇਆ now the historical records which right ਹੈ wrong ਹੈ ਪਤਾ ਨਹੀਂ ਮੈਨੂੰ, but ਇਹ ਹੁੰਦਾ ਕਿ ਬੜੇ European doctors were looking for jobs in India ਉਸ ਵੇਲੇ during the Mughal Empire. Just historical sake ਤੁਹਾਨੂੰ ਇਹ ਵੀ ਦੱਸ ਦਿਆਂ ਕਿ Maharaja Ranjit Singh, the personal doctor, was also a Firangi. He was a white gentleman from Hungary. Hungarian doctor ਸੀ ਉਹਨਾਂ ਦਾ ਆਪਣਾ personal Maharaja Ranjit Singh ਦਾ ਉਹਨਾਂ ਦਾ. So ਜਿਹੜਾ ਹਕੀਮ ਵੀ ਸਨ ਜਿਹੜੇ, ਲੇਕਿਨ ਵੈਸਟਰਨ ਜਿਹੜੀ ਮੈਡੀਸਿਨ ਜਿਹੜੀ ਉਸ ਵੇਲੇ ਇੰਡੀਆ ਕਰ ਗਈ ਸੀ ਜਿਹੜੇ, ਤੇ ਬਹਾਦਰ ਸ਼ਾਹ ਦਾ ਆਪਣਾ ਪਰਸਨਲ ਫਿਜ਼ੀਸ਼ੀਅਨ ਜਾਂ ਸਰਜਨ ਉਹਨੇ ਭੇਜਿਆ ਮਹਾਰਾਜ ਦੇ ਜ਼ਖਮ ਜਿਹੜੇ ਲਗਾਉਣ ਵਾਸਤੇ, ਔਰ ਉਹਨਾਂ ਨੇ ਬੜੀ ਆਪਣੀ ਸਹਾਨੁਭੂਤੀ ਪੇਸ਼ ਕੀਤੀ ਕਿ ਬੜਾ ਅਫਸੋਸ ਹੈ ਤੁਹਾਡੇ ਨਾਲ ਇਹ ਗੱਲ ਹੋਈ ਹੈ। ਤੇ ਗੱਲ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਹੁਣ ਇੱਕ ਗੱਲੋਂ ਤੇ ਕਹਿੰਦਾ ਹੈ ਕਿ ਮੈਂ ਬੜਾ ਅਫਸੋਸ ਹੈ ਮੈਨੂੰ ਇਸ ਗੱਲ ਦਾ, ਤੇ ਦੂਸਰੀ ਤਰਫ ਬਿਲੀਵ ਕਰੋ ਨਾ ਕਰੋ ਮਹਾਰਾਜ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਤੁਸੀਂ ਇਹਦਾ ਮਰਡਰ ਵੀ ਹੋਇਆ ਤੁਹਾਡੇ ਦੇ ਉੱਤੇ, ਤੁਹਾਡੇ ਹੱਥੋਂ ਹੋਇਆ, ਇਹ ਮਰਿਆ ਤੁਹਾਡੇ ਹੱਥੋਂ। ਤੇ ਦੂਸਰੀ ਗੱਲ ਦਾ ਪ੍ਰੂਫ ਇਸ ਗੱਲ ਦਾ ਮਿਲਦਾ ਹੈ ਕਿ ਹੁਣ ਦਰਬਾਰੇ ਜਿਹੜੀ ਅਖਬਾਰ ਹੈ ਤੇ ਮੁਹੱਲਾ ਜਿਹੜੀ ਅਖਬਾਰ ਜਿਹੜੀ ਹੈ ਕਮਲ ਵਿਚ ਨੇ ਪਾਏ ਸਨ ਥੋੜੀ ਜਿਹੀਆਂ ਉਹਦੇ ਉੱਤੇ, ਬਾਕੀ ਪੇਜਸ ਨਹੀਂ ਹਲੇ ਮਿਲੇ ਸਾਨੂੰ, ਜਿਹੜੇ ਮਿਲਦੇ ਹਨ ਹਰੀਰਾਮ ਗੁਪਤਾ ਨੇ ਛਾਪੇ ਹਨ ਉਹ ਪੇਜ, ਉਹਨਾਂ ਚੋਂ ਇੱਕ ਹੋਰ ਗੱਲ ਬੜੀ ਕਲੀਅਰ ਹੋ ਜਾਂਦੀ ਹੈ ਕਿ ਉਹਦੇ ਵਿੱਚ ਉਸ ਫੈਮਿਲੀ ਨੂੰ ਜਦੋਂ ਮਹਾਰਾਜ ਜੋਤੀ ਜੋਤ ਸਮਾਉਂਦੇ ਹਨ ਮਹੀਨੇ ਬਾਅਦ, 1.5 ਮਹੀਨੇ ਬਾਅਦ, ਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜੋ ਮੁਗਲ ਗਵਰਨਮੈਂਟ ਨੇ ਜਿਹੜੀ ਖਿਲਤ ਦਿੱਤੀ ਹੈ, ਇੱਕ ਹੁੰਦੀ ਸੀ ਕੋਈ ਇੰਪੋਰਟੈਂਟ ਬੰਦੇ ਦੀ ਜਦੋਂ ਵੀ ਨਹੀਂ ਪਾਸਡ ਅਵੇ ਤੇ ਗਵਰਨਮੈਂਟ ਦੀ ਤਰਫੋਂ ਇੱਕ ਦਿੱਤਾ ਜਾਂਦਾ ਸੀ ਉਹਦੇ ਏਅਰ ਨੂੰ ਕੋਈ ਸਮਾਨ, ਸ਼ਾਲ ਜਾਂ ਉਹਦੇ ਚ ਕੋਈ ਗਿਫਟ, ਇੱਕ ਹੁਣ ਵੀ ਸਾਡੇ ਚ ਹੈ, ਕੋਈ ਕਿਸੇ ਦੀ ਡੈਥ ਹੋ ਜਾਵੇ ਤੇ ਅਸੀਂ ਦਿੰਦੇ ਹਾਂ, ਪਗੜੀ ਦਿੰਦੇ ਹਾਂ, ਕੁਝ ਕਰਦੇ ਹਾਂ, ਉਸ ਵੇਲੇ। You believe me or not, you'll be surprised when I tell you this ਕਿ ਦੋਨਾਂ ਦੀਆਂ ਕਾਪੀਜ਼ ਹਰੀਰਾਮ ਗੁਪਤਾ ਨੇ ਛਾਪੀਆਂ ਹੋਈਆਂ ਆਪਣੀ ਬੁੱਕ ਵਿੱਚ, ਤੇ ਉਹਨਾਂ ਨੇ ਸੇਮ ਜਿਹੜੀ ਹੈ ਖਿਲਤ ਉਹਨਾਂ ਦੋਨਾਂ ਭਰਾਵਾਂ ਦੀ ਫੈਮਲੀਜ਼ ਨੂੰ ਦਿੱਤੀ, ਤੇ ਉਹ ਹੀ ਖਿਲਤ ਮਹਾਰਾਜ ਨੂੰ ਭੇਜੀ ਉਹਨਾਂ ਨੇ ਉਹਨਾਂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ। Obviously they had equal respect for the people who assassinated him or made an assassination attempt at his life. ਜ਼ਖਮ ਜਿਹੜੇ ਭਰਨੇ ਸ਼ੁਰੂ ਹੋ ਗਏ ਮਹਾਰਾਜ ਦੇ, ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ, ਪਤਾ ਲੱਗ ਜਾਂਦਾ ਹੈ ਉਸ ਵੇਲੇ, ਬੜੇ ਦੂਰੋਂ ਦੂਰੋਂ ਸੰਗਤਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨਾ ਦੇੜ, ਇਹ ਵੀ ਪਤਾ ਲੱਗ ਜਾਂਦਾ ਹੈ ਕਿ ਮਹਾਰਾਜ ਇੰਜਰਡ ਹੋ ਗਏ ਹਨ, ਖਬਰ ਦਿੱਲੀ ਵੀ ਪਹੁੰਚ ਜਾਂਦੀ ਹੈ। ਤੇ ਲੇਕਿਨ ਗੱਲ ਇੱਥੇ ਇਹ ਹੋ ਜਾਂਦੀ ਹੈ ਹੁਣ ਕਿ ਇਹ ਹੁਣ ਬਹਾਦਰ ਸ਼ਾਹ ਬਾਰ-ਬਾਰ ਬੰਦਾ ਭੇਜਦਾ ਹੈ ਕਿ ਹਾਂਜੀ ਤੁਸੀਂ ਠੀਕ ਹੋ ਗਏ ਹੋ। ਹਰੀਰਾਮ ਗੁਪਤਾ ਲਿਖਦਾ ਹੈ ਕਿ ਬੜੇ ਆਥਰ ਲਿਖਦੇ ਹਨ ਕਿ ਉਹਨੂੰ ਫਿਕਰ ਪੈ ਜਾਂਦਾ ਕਿ ਮਹਾਰਾਜ ਤੇ ਬੈਟਰ ਹੋ ਰਹੇ ਨੇ, ਇਹ ਕੀ ਗੱਲ ਬਣ ਗਈ, ਉਹਨਾਂ ਤੇ ਚਲੇ ਜਾਂਦੇ ਤੇ ਬੈਟਰ ਸੀ, ਉਹਨੂੰ ਚਾਹੁੰਦੇ ਸਨ ਚਲੇ ਜਾਣ। ਤੇ ਹੁਣ ਇਹ ਗੱਲ ਸੱਚੀ ਹੈ ਕਿ ਨਹੀਂ ਹੈ ਕਿ ਇੱਕ ਸਾਖੀ ਇੱਕ ਹੋਰ ਆਉਂਦੀ ਹੈ ਮੁਗਲ ਰੈਕਰਡਸ ਜਿਹਦੇ ਪ੍ਰੂਫ ਮਿਲਦੇ ਹਨ ਕਿ ਉਹਨਾਂ ਨੇ ਆਪਣਾ ਕੋਈ ਵੱਡਾ ਇੱਕ ਬੋ ਭੇਜਿਆ, ਕੋਈ ਤੀਰ ਕਮਾਨ ਭੇਜਿਆ ਉਹਦੇ ਚ ਕਿ ਤੁਸੀਂ ਇਸ ਨੂੰ, ਤੇ ਉਹਨਾਂ ਨੇ ਜਦੋਂ ਦੇਖਿਆ ਤੇ ਉਹ ਸਿੰਘਾਂ ਕੋਲ ਕਿਧਰੇ ਨਹੀਂ ਚੜਿਆ, ਉਹ ਬੋ ਥ੍ਰੈਡ ਨਹੀਂ ਹੋ ਪਾਇਆ ਉਹਨਾਂ ਕੋਲ, ਤੇ ਮਹਾਰਾਜ ਨੇ ਆਪ ਕੋਸ਼ਿਸ਼ ਕੀਤੀ ਕਰਨ ਦੀ, ਉਹਨਾਂ ਕੋਲ ਹੋ ਗਿਆ, ਲੇਕਿਨ ਉਸ ਪ੍ਰੋਸੈਸ ਵਿੱਚ ਉਹਨਾਂ ਦੇ ਜ਼ਖਮ ਦੁਬਾਰਾ ਖੁੱਲ ਗਏ। ਹੁਣ ਇਹ ਗੱਲ ਰਾਈਟ ਹੈ ਰੋਂਗ ਹੈ, I mean I couldn't tell you this is what the Sikh Chronicles say, ਪਰ ਇਹ ਜ਼ਰੂਰ ਹੈ ਕਿ ਇਹ ਬੋ ਦੀ ਜਿਹੜੀ ਪ੍ਰੈਜੈਂਟੇਸ਼ਨ ਜਿਹੜੀ ਹੈ ਗਿਫਟ ਜਿਹੜਾ ਬਹਾਦਰ ਸ਼ਾਹ ਨੇ ਭੇਜਿਆ ਸੀ, ਹੁਣ he was an innocent gift and he tried and it happened, or what the purpose behind was that he really tried and they wanted to assassinate him or kill him. Apni imagination hai. Many authors believe that this was purposely done. ਉੱਥੇ ਜਦੋਂ ਹੁੰਦਾ ਹੈ, ਜਦੋਂ ਇਹ ਗੱਲ ਜਦੋਂ ਵਾਪਰਦੀ ਹੈ ਉੱਥੇ, ਜਦੋਂ ਤੇ ਮਹਾਰਾਜ ਦੇ ਜ਼ਖਮ ਜਦੋਂ ਖੁੱਲ ਜਾਂਦੇ ਹਨ ਤੇ ਉਹ ਡਾਕਟਰ ਵਾਪਸ ਆਂਦਾ ਹੈ, ਜਿਹੜਾ ਬ੍ਰਿਟਿਸ਼ ਜਿਹੜਾ ਡਾਕਟਰ ਹੈ, ਉਹ ਜਵਾਬ ਦੇ ਦਿੰਦਾ ਕਿ ਹੁਣ ਕੁਝ ਨਹੀਂ, ਹੁਣ ਤੇ ਜ਼ਖਮ ਬੜੇ ਗਹਿਰੇ ਹਨ, ਤੇ ਮਹਾਰਾਜ ਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਜਾਂਦਾ ਹੈ ਕਿ ਮੈਂ ਹੁਣ ਰਹਿਣਾ ਨਹੀਂ ਹੈ ਇੱਥੇ ਬੜੀ ਦੇਰ। ਤੇ ਇਸ ਪੁਆਇੰਟ ਤੱਕ this is now late September, very early October 3rd 4th ਨੂੰ ਡੇਟ ਹੈ। most historians believe ਜਦੋਂ ਗੁਰਿਆਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਜਿਹੜੀ ਹੈ 3 ਜਾਂ 4 ਅਕਤੂਬਰ ਨੂੰ, ਔਰ 6 ਜਾਂ 7 ਨੂੰ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਦਿਨ ਹੈ। ਸੋ ਇੱਕ ਦਿਨ ਪਹਿਲੇ ਉਹਨਾਂ ਨੇ ਸਾਰਾ ਜੋ ਕੀਤਾ। ਹੁਣ ਤੱਕ ਕੋਈ ਕੁਐਸਚਨ ਹੋਵੇ ਤੇ ਮੈਂ ਆਨਸਰ ਕਰਾਂਗਾ ਜੀ, ਹੁਣ ਤੱਕ ਜਿਹੜੇ ਹਨ।
obvious ਹੈ ਜਦੋਂ ਪਤਾ ਲੱਗਿਆ ਮਹਾਰਾਜ ਜਦੋਂ ਤੇ ਸੰਗਤਾਂ ਤੇ ਬਹੁਤ ਬੁਰਾ ਹਾਲ ਹੋਇਆ, ਬੜਾ ਪਿਆਰ ਸੀ ਸਿੱਖ ਸੰਗਤਾਂ ਨਾਲ ਗੁਰੂ ਦਾ। ਦੂਰੋਂ ਸੰਗਤਾਂ ਆਣੀਆਂ ਸ਼ੁਰੂ ਹੋ ਗਈਆਂ ਮਹਾਰਾਜ ਦੇ ਦਰਸ਼ਨ ਕਰਨ ਕਿ ਮਹਾਰਾਜ ਨੇ ਰਹਿਣਾ ਨਹੀਂ, ਹੁਣ ਥੋੜੇ ਦਿਨ ਹੋਰ ਚਲੇ ਜਾਣਾ ਹੈ ਇੱਥੋਂ। ਤੇ ਬਹੁਤ ਮਨ ਵਿੱਚ ਰੋਸ਼, ਬਹੁਤ ਮਨ ਵਿੱਚ ਇੱਕ ਬਿਰਹਾ ਦੀ ਫੀਲਿੰਗ ਬੜੀ। ਤੇ ਉਹ ਇਸ ਫੀਲਿੰਗ ਨਾਲ ਸੰਗਤਾਂ ਜਿਹੜੀਆਂ ਹਨ ਦੂਰੋਂ ਜਿੱਥੇ ਜਗ੍ਹਾ ਸਨ। ਔਰ ਇਹ ਨਾ ਸੋਚੋ ਕਿ ਨਾਂਦੇੜ ਪਹਿਲੇ ਸਿੱਖ ਨਹੀਂ ਸਨ, ਨਾਂਦੇੜ ਗੁਰੂ ਨਾਨਕ ਦੇਵ ਮਹਾਰਾਜ ਦਾ ਵੀ ਅਸਥਾਨ ਵੀ ਹੈ। You will be surprised to know this. ਨਾਂਦੇੜ ਸ਼ਹਿਰ ਦੇ ਅੰਦਰ ਹੈ, ਅਬਚਲ ਨੰਬਰ ਚ ਨਹੀਂ ਹੈ। ਮਹਾਰਾਜ ਉੱਥੇ ਗਏ ਹੋਏ ਹਨ ਦੂਸਰੀ ਉਦਾਸੀ ਵਿੱਚ। ਐਂਡ ਵੀ ਬਿਲੀਵ ਦੋ ਸਿੱਖ ਕ੍ਰੋਨਿਕਲ ਦੇ ਹਿਸਾਬ ਦੇ ਨਾਲ ਗੁਰੂ ਨਾਨਕ ਦੇਵ ਜੀ ਉੱਥੇ ਜਦੋਂ ਸੰਗਲਾਦੀਪ ਗਏ ਹਨ, ਜਦੋਂ ਮਿਲਣ ਵਾਸਤੇ ਰਾਜਾ ਭੁੱਲ ਗਿਆ ਨਾਂ ਉਹਦਾ ਮੈਨੂੰ, ਸ਼ਿਵਨਾਬ ਨੂੰ, ਜਦੋਂ ਸ਼ਿਵਨਾਬ ਨੂੰ ਮਿਲਣ ਗਏ ਹਨ ਸੰਗਲਾਦੀਪ, ਜਦੋਂ ਸਿਲੋਨ ਗਏ ਹਨ ਤੇ ਨਾਂਦੇੜ ਹੋ ਕੇ ਗਏ ਹਨ, ਨਾਂਦੇੜ ਰਸਤੇ ਚ ਰੁਕੇ ਹਨ। ਨਾਂਦੇੜ ਇਹ ਗੁਰੂ ਨਾਨਕ ਦੇਵ ਦੇ ਸਥਾਨ ਦੋ ਹਨ ਉੱਥੇ। ਮਾਲ ਟੇਕੜੀ ਸਾਹਿਬ ਵੀ ਉਹਨਾਂ ਦਾ ਸਥਾਨ ਹੈ ਤੇ ਅੰਦਰ ਜਿਹੜੇ ਹੈ ਛੋਟੀ ਸਿੱਖ ਸੰਗਤ ਜਿਹੜੀ ਨਾਂਦੇੜ ਜਿਹੜੀ ਅੰਦਰ ਸਥਾਨ ਜਿਹੜਾ ਹੈ ਗੁਰੂ ਨਾਨਕ ਜੀ ਦਾ, ਉਹ ਵੀ ਸਥਾਨ ਹੈ ਉੱਥੇ। ਸੋ ਸਿੱਖ ਉੱਥੇ ਮੌਜੂਦ ਸਨ ਨਾਂਦੇੜ, ਇਸ ਨਾਂਦੇੜ ਸਿੱਖ ਨਹੀਂ ਸਨ। Somebody is sharing I don't know what happened. Nanak Chira Gurdwara has nothing to do with it. If is this Nanak Chira is very far from there, Parminder ji, and only that has nothing to do with this. That is in Bidar, which is in Karnataka. That is a completely different place. ਹਾਂਜੀ। ਸੋ ਹੁਣ ਤੱਕ ਦੀ ਇਹ ਹੈ ਕਿ ਜਦੋਂ ਮਹਾਰਾਜ ਨੇ ਜਦੋਂ ਫਿਰ 3 ਅਕਤੂਬਰ ਨੂੰ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਅਸੀਂ ਨਹੀਂ ਰਹਿਣਾ, ਹੁਣ ਅਸੀਂ ਚਲੇ ਜਾਣਾ ਹੈ ਵਾਪਸ ਆਪਣੇ ਪਿਤਾ ਜਿੱਥੋਂ ਆਏ ਆ ਅਕਾਲ ਪੁਰਖ ਤੋਂ, ਅਸੀਂ ਵਾਪਸ ਉੱਥੇ ਚਲੇ ਜਾਣਾ। ਜਦੋਂ ਸੰਗਤਾਂ ਨੂੰ ਇਸ ਗੱਲ ਦੀ ਖਬਰ ਪਈ ਜਦੋਂ, ਤੇ ਬਹੁਤ ਵਿਰਹਾ ਦੀ ਫੀਲਿੰਗ, ਰੋ ਪਏ ਬੜੇ ਲੋਕ। ਭਾਈ ਦਇਆ ਸਿੰਘ ਜੀ ਨਾਲ ਸਨ, ਭਾਈ ਧਰਮ ਸਿੰਘ ਹੋਰੀ ਨਾਲ ਸਨ, ਭਾਈ ਨੰਦ ਲਾਲ ਜੀ ਨਾਲ ਸਨ। ਤੇ ਉੱਥੇ ਫਿਰ ਬੜੇ ਬਚਨ ਬਿਲਾਸ ਹੋਏ ਉਹਨਾਂ 3-4 ਦਿਨਾਂ ਵਿੱਚ। ਤੇ ਮੈਂ ਬਾਕੀ ਦਾ ਸੈਸ਼ਨ ਜਿਹੜਾ ਵੇ ਉਹਦੇ ਉੱਤੇ ਫੋਕਸ ਕਰਨਾ ਹੈ। ਜੇ ਅੱਜ ਨਹੀਂ ਖਤਮ ਹੋ ਪਾਇਆ ਤੇ ਨੈਕਸਟ ਵੀਕ ਵੀ ਵਿਲ ਐਂਡ ਇਟ। ਇੱਕ ਬਚਨ ਬਿਲਾਸ ਹੁੰਦੇ ਹਨ ਜਦੋਂ ਗੁਰਿਆਈ ਦਿੰਦੇ ਹਨ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ, ਉੱਥੇ ਜਿਹੜੇ ਹੋਏ ਹਨ ਬਚਨ ਬਿਲਾਸ। ਤੇ ਉਹ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿੱਚ ਬੜੀ ਅੱਛੀ ਤਰ੍ਹਾਂ ਡਾਕੂਮੈਂਟਡ, ਇਨ ਵਿਚ ਆਈ ਵਿਲ ਸ਼ੇਅਰ ਟੁਡੇ ਵਿਦ ਐਵਰੀਬਾਡੀ। ਤੇ ਇੱਕ ਬਚਨ ਬਿਲਾਸ ਹੁੰਦੇ ਹਨ ਜਦੋਂ ਉਹਨਾਂ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਹੜੇ ਸਿੱਖ ਜਦੋਂ ਰਹਿ ਜਾਂਦੇ ਹਨ, ਭਾਈ ਸੰਤੋਖ ਸਿੰਘ ਹੋਰੀ ਜਿਹੜੇ ਪਹਿਲੇ ਜਥੇਦਾਰ ਥਾਪੇ ਜਾਂਦੇ ਹਨ, ਤੇ ਉਹਨਾਂ ਨਾਲ ਜਿਹੜੇ ਬਚਨ ਬਿਲਾਸ ਹੋਏ ਹਨ, ਜਿਹੜੇ ਉਹ ਸਵੀਟੀ ਦੀਦੀ ਵਿਲ ਸ਼ੇਅਰ ਦੈਟ ਫਰਮ ਕਲਗੀਧਰ ਚਮਤਕਾਰ। ਵੀ ਹੈਵ ਸਿਲੈਕਟਡ ਦ ਪੇजेस। ਤੇ ਉਸ ਬਚਨ ਬਿਲਾਸ ਤੋਂ ਬਾਅਦ 5 ਗੁਰਮਤੇ ਪਾਸ ਹੁੰਦੇ ਹਨ ਨਾਂਦੇੜ ਭਾਈ ਸੰਤੋਖ ਸਿੰਘਰਾਂ ਦੀ ਨਿਗਰਾਨੀ ਦੇ ਥੱਲੇ। ਉਹ ਗੁਰਮਤੇ ਜਿਹੜੇ ਹਨ ਇੰਪੋਰਟੈਂਟ ਹਨ ਬੜੇ ਮਹਾਰਾਜ ਦੀ ਜਾਣ ਤੋਂ ਬਾਅਦ। ਰਿਮੈਂਬਰ ਕਿ ਜਿਹੜੇ ਸਿੱਖ ਉੱਥੇ ਸਨ, ਜਿਹੜੇ ਜਸਟ ਇਮੈਜਿਨ, ਉਹਨਾਂ ਨੇ ਸਰੀਰ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਲਗੀਧਰ ਪਿਤਾ ਦੇ ਦਰਸ਼ਨ ਕੀਤੇ ਹਨ ਤੇ ਉਹਨਾਂ ਨੇ 2 ਗੁਰੂਆਂ ਦੇ ਦਰਸ਼ਨ ਕੀਤੇ ਹਨ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੇ ਰੋਜ਼ ਦਰਸ਼ਨ ਕਰਦੇ ਹਨ, ਪਰ ਗੁਰੂ ਰੂਪ ਵਿੱਚ ਨਹੀਂ ਮੰਨਿਆ। ਗੁਰੂ ਹੁਣ ਥਾਪੇ ਗਏ ਹਨ 3 ਜਾਂ 4 ਅਕਤੂਬਰ ਨੂੰ। ਤੇ ਬੜੀ ਜਗ੍ਹਾ ਇਹਦੇ ਪ੍ਰੂਫ ਮਿਲਦੇ ਹਨ। ਪਰ ਮੈਂ ਗੁਰਬਿਲਾਸ ਤੋਂ ਮੈਂ ਲਾਈਨ ਦਿੰਦਾ, ਜਦੋਂ ਦ ਸੀਰੀਜ਼ ਇਵੈਂਟਸ ਇੰਜ ਹੋਇਆ ਕਿ ਮਹਾਰਾਜ ਨੇ ਜਦੋਂ ਡਿਸੀਜਨ ਲਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਹੋਇਆ। ਕਈਆਂ ਨੇ ਲਿਖਿਆ ਕਿ ਭਾਈ ਮਾਨ ਸਿੰਘ ਨੇ ਪਹਿਲਾ ਵਾਕ ਲਿੱਤਾ, ਕਈਆਂ ਨੇ ਲਿਖਿਆ ਕਿ ਆਪ ਵਾਕ ਉਹਨਾਂ ਨੇ ਆਪੇ ਲਿੱਤਾ। 5 ਪੈਸੇ ਤੇ ਨਾਰੀਅਲ ਜਿਹੜੀ ਪੁਰਾਣੀ ਗੁਰੂ ਘਰ ਦੀ ਮਰਿਆਦਾ ਸੀ ਦੇ ਕੇ ਪ੍ਰਦਕਸ਼ਨਾ ਕੀਤੀ ਉਹਨਾਂ ਨੇ ਆਸ-ਪਾਸ ਉਹਦੇ ਪੂਰੇ ਘੁੰਮੇ, ਉਹਨਾਂ ਨੇ ਪੂਰਾ ਜਿਹੜੀ ਕਰਕੇ ਐਂਡ ਦੈਨ ਪ੍ਰਦਕਸ਼ਨਾ ਕਰਕੇ ਮੱਥਾ ਟੇਕ ਕੇ ਤੇ ਉਹਨਾਂ ਨੇ ਗੁਰਿਆਈ ਜਿਹੜੀ ਹੈ ਇਹ 3 ਅਕਤੂਬਰ ਦੀ ਰਾਤ 4 ਦੀ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਭੋਗ ਪੈਣ ਤੋਂ ਬਾਅਦ, ਆਸਾ ਦੀ ਵਾਰ ਦੀ ਅਰਦਾਸ ਤੋਂ ਬਾਅਦ ਗੁਰਿਆਈ ਜਿਹੜੀ ਹੈ ਇਹ ਗੁਰਿਆਈ ਜਿਹੜੀ ਹੈ ਇੰਪੋਰਟੈਂਟ ਇਵੈਂਟ ਦੈਟ ਟੁਕ ਪਲੇਸ। ਉਹਨਾਂ ਨੇ ਗੁਰਿਆਈ ਅੱਗੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਦਿੱਤੀ ਤੇ ਇਹ ਹੀ ਕਿਹਾ ਕਿ ਜੋ ਮੇਰਾ ਸਤਿਕਾਰ, ਜੋ ਮੇਰੀ ਇੱਜ਼ਤ ਤੁਸੀਂ ਕਰਦੇ ਹੋ, ਜਿਸ ਤਰ੍ਹਾਂ ਮੈਨੂੰ ਤੁਸੀਂ ਮੇਰੇ ਜਿੱਥੇ ਛਤਰ ਤੇ ਚਲਾਉਂਦੇ ਹੋ, ਜਿਸ ਤਰ੍ਹਾਂ ਮੇਰਾ ਜੋ ਸਤਿਕਾਰ ਜੋ ਹੈ ਉਹ ਸੇਮ ਸਤਿਕਾਰ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਇਆ ਕਰੇਗਾ। ਜਿਸ ਤਰ੍ਹਾਂ ਮੈਨੂੰ ਮੱਥਾ ਟੇਕਦੇ ਹੋ, ਜਿਸ ਤਰ੍ਹਾਂ ਮੇਰਾ ਸਤਿਕਾਰ ਕਰਦੇ ਹੋ, ਉਹ ਸਤਿਕਾਰ ਜਿਹੜਾ ਵੈ ਉਹ ਸਤਿਕਾਰ ਜਿਹੜਾ ਵੈ ਤੁਸੀਂ ਹੁਣ ਇਹਨਾਂ ਦਾ ਕਰਨਾ ਹੈ ਸਤਿਕਾਰ।
Let me share this screen with you. ਗੁਰਬਿਲਾਸ ਤੋਂ ਲਾਈਨਾਂ ਹਨ ਮੈਂ ਲਿਤੀਆਂ ਹਨ ਗੁਰਬਿਲਾਸ ਤੋਂ. Let me share this. I took Mayor's help yesterday in copying a page from Gurbilas ਤੋਂ. Can everybody see my page though? Can somebody unmute themselves and tell me that, please? Yes, Veerji. Okay ji. ਤੇ ਇਹ ਗੁਰਬਿਲਾਸ ਤੋਂ ਹੈ ਲਾਈਨ ਆਏ ਤੇ I'm going to start with ਇਹ ਜਿਹੜੀ ਲਾਈਨ ਹੈ ਸਰਬ ਪੂਰੀ ਨਹੀਂ ਮੈਂ ਲਿੱਤੀ, ਮੈਂ ਖਾਲੀ ਇੰਪੋਰਟੈਂਟ ਲਾਈਨਾਂ ਜਿਹੜੀਆਂ ਲਿੱਤੀਆਂ ਹਨ ਗੁਰਬਿਲਾਸ ਤੋਂ ਤਾਂ ਕਿ ਤੁਹਾਨੂੰ ਉਸ ਗੱਲ ਦਾ ਅੰਦਾਜ਼ਾ ਤੁਹਾਨੂੰ ਲੱਗ ਜਾਏ. ਸਰਬ ਸੋ ਸੰਗਤ ਖਾਲਸ ਮਾਨ ਸ੍ਰੀ ਅਸਕੇਤ ਗੋਦ ਮੈਂ ਜਾਨ. ਸਾਰੀ ਖਾਲਸਾ ਨੂੰ, ਸਾਰੀ ਮੇਰੀ ਸੰਗਤ ਨੂੰ, ਮੈਂ ਆਪਣੇ ਖਾਲਸੇ ਵਿੱਚ ਹਾਂ. ਸਾਰੀ ਸੰਗਤ ਨੂੰ ਮੇਰਾ ਰੂਪ ਸਮਝੋ. ਸ੍ਰੀ ਅਸਕੇਤ ਪ੍ਰਮਾਤਮਾ ਵਾਸਤੇ ਆਇਆ ਹੈ. ਸ੍ਰੀ ਅਸਕੇਤ ਗੋਦ ਮੈਂ ਜਾਨ. ਉਸ ਪ੍ਰਮਾਤਮਾ ਦੀ ਗੋਦ ਵਿੱਚ ਆਪਣੇ ਆਪ ਨੂੰ ਬੈਠਾ ਸਮਝੋ. ਮੈਂ ਤੁਹਾਡੇ ਤੋਂ ਦੂਰ ਨਹੀਂ ਰਵਾਂਗਾ, ਮੈਂ ਆਪਣੇ ਖਾਲਸੇ ਵਿੱਚ ਰਵਾਂਗਾ. ਤੇ ਮਹਾਰਾਜ ਨੇ ਕੁਝ ਮਹਾਰਾਜ ਕਿਹਦੇ ਲੜ ਲਗਾ ਚੁੱਕੇ ਹੋ ਹੁਣ, ਤੇ ਅਗਲੇ ਵਰਡ ਹਨ ਲੜ ਪਕੜਾਏ ਸ਼ਬਦ ਕਾ ਰੂਪ. ਗੁਰਬਿਲਾਸ ਦੀ ਪਬਲਿਕੇਸ਼ਨ ਡੇਟ ਮਹਾਰਾਜ ਦੀ ਜੋਤੀ ਜੋ ਸਮਾਨ ਤੋਂ ਥੋੜੀ ਦੇਰ ਬਾਅਦ ਦੀ ਹੈ. ਸੋ ਦਿਸ ਇਜ਼ ਵੈਰੀ ਕੰਟੈਂਪਰੇਰੀ ਰਿਕਾਰਡਸ ਹਨ ਉਸ ਵੇਲੇ ਦੇ. ਲੜ ਪਕੜਾਏ ਸ਼ਬਦ ਕਾ ਰੂਪ. ਤੁਹਾਨੂੰ ਮੈਂ ਸ਼ਬਦ ਦੇ ਰੂਪ ਦੇ ਨਾਲ ਤੁਹਾਡੇ ਸ਼ਬਦ ਨੂੰ ਤੁਹਾਡੇ ਨਾਲ ਲਗਾ ਚਲਿਆ ਹਾਂ. ਮੈਂ ਜਾ ਨਹੀਂ ਕਿਧਰ ਰਿਹਾ, ਮੈਂ ਖਾਲਸੇ ਵਿੱਚ ਹਾਂ. ਮੈਂ ਲੜ ਪਕੜਾਏ ਸ਼ਬਦ ਕਾ ਰੂਪ. ਜੋ ਮਾਨੇ ਸੋ ਸਿੰਘ ਅਨੂਪ. ਅਨੂਪ ਕਹਿੰਦੇ ਹਨ ਸੋਹਣੇ ਨੂੰ, ਅਨੂਪ ਕਹਿੰਦੇ ਹਨ ਪਵਿੱਤਰ ਨੂੰ. ਜਿਹੜਾ ਇਸ ਗੱਲ ਨੂੰ, ਜਿਹੜਾ ਇਸ ਸ਼ਬਦ ਨੂੰ ਮੰਨੇਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੇਰਾ ਰੂਪ ਸਮਝੇਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੇਰੇ ਵਿੱਚੋਂ, ਉਹਨਾਂ ਵਿੱਚੋਂ ਮੇਰੇ ਦਰਸ਼ਨ ਜਿਹੜੇ ਕਰੇਗਾ, ਜਿਹੜਾ ਇਸ ਗੱਲ ਨੂੰ, ਮੇਰੀ ਗੱਲ ਨੂੰ ਮੰਨੇਗਾ, ਇੱਜ਼ਤ ਮਾਨ ਹੋਏਗਾ. ਦਰਸ਼ਨ ਗੁਰ ਕਾ ਹੈ ਸਭ ਸਾਵਧਾਨ. ਸ੍ਰੀ ਗ੍ਰੰਥ ਜੀ ਸਾਹਿਬ ਮਾਨ. ਬੜੇ ਸਾਵਧਾਨ ਹੋ ਕੇ, ਜਿਸ ਤਰ੍ਹਾਂ ਮੇਰਾ ਦਰਸ਼ਨ ਸਾਵਧਾਨ ਹੋ ਕੇ ਕਰਦੇ ਹੋ, ਜਿਸ ਤਰ੍ਹਾਂ ਮੇਰੇ ਸਾਹਮਣੇ ਆਉਂਦੇ ਹੋ, ਮੇਰਾ ਦਰਸ਼ਨ ਕਰਨ ਵਾਲੇ ਬੜੇ ਸਾਵਧਾਨ ਹੁੰਦੇ ਹੋ, ਬੜੀ ਇੱਜ਼ਤ ਵਿੱਚ ਰਹਿੰਦੇ ਹੋ, ਬੜੇ ਡੈਕੋਰਮ ਵਿੱਚ ਰਹਿੰਦੇ ਹੋ, ਇੱਕ ਅਲੱਗ ਡੈਕੋਰਮ ਮੇਨਟੇਨ ਕਰਦੇ ਹੋ. ਉਸੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਵੀ ਉਹੀ ਤੁਸੀਂ ਇੱਜ਼ਤ ਮਾਨ ਦੇਣਾ ਹੈ. ਸ੍ਰੀ ਗ੍ਰੰਥ ਜੀ ਸਾਹਿਬ ਮਾਨ, ਇਹਨਾਂ ਨੂੰ ਵੀ ਸਾਹਿਬ ਤਰ੍ਹਾਂ ਮੰਨਣਾ ਹੈ. ਜਿਸ ਤਰ੍ਹਾਂ ਮੈਨੂੰ ਸਾਹਿਬ ਨੂੰ ਮੰਨਿਆ ਹੈ, ਜਿਸ ਤਰ੍ਹਾਂ ਮੇਰੇ ਸਾਹਿਬ ਜਿਹੜੇ, ਜਿਸ ਤਰ੍ਹਾਂ ਮੈਨੂੰ ਇੱਜ਼ਤ ਮਾਨ ਜਿਹੜਾ ਦਿੰਦੇ ਹੋ, ਉਹ ਇੱਜ਼ਤ ਮਾਨ ਇਸ ਗ੍ਰੰਥ ਨੂੰ ਦੇਣਾ ਹੈ. ਜਿਸ ਤਰ੍ਹਾਂ ਮੇਰਾ ਦਰਸ਼ਨ ਕਰਦੇ ਹੋ, ਇਸੇ ਤਰ੍ਹਾਂ ਉਸ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਹਨ. ਫਿਰ ਹੁਕਮ ਹੋਇਆ ਲੈ ਆਵੋ ਤਾਂ ਕੋਇਆ ਥਾਨਾ, ਲੈ ਆਏ ਗੁਰ ਦਸਮ ਸੁਜਾਨਾ. ਦਸਮ ਇੱਥੇ ਦਸਮ ਪਿਤਾ ਬਾਰੇ ਆਇਆ ਹੈ. ਸੁਜਾਨਾ ਮਨੇ ਸਿਆਣੇ, ਪ੍ਰਮਾਤਮ ਰੂਪ ਗੁਰੂ. ਲੈ ਆਵੋ ਤਾਂ ਕੋਇਆ ਥਾਨਾ. ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਇੱਥੇ ਲੈ ਆਓ ਤੁਸੀਂ. ਹੁਣ सुन के कहा ए इतिहास, चलो आज सतगुरु के पास. क्या सोहनी लाइना है गुरबिलास चों. I wish I can discuss more of this, you know, the time होवे ते, but मैं ये 6 लाइना तां कढियां हैं because ये both directly relate करदियां हैं उस दिन दे events ਨੂੰ. सुन के कहा एहो इतिहास, चलो आज सतगुरु के पास. ਇਹ ਸੁਣ ਕੇ ਮਹਾਰਾਜ ਨੇ ਹੁਕਮ ਕੀਤਾ ਕਿ ਚਲੋ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਕੋਲ ਲੈ ਚੱਲਦਾ ਹਾਂ. ਤੁਹਾਨੂੰ ਮੈਂ ਹੁਣ ਆਜ ਸਤਿਗੁਰ ਕੇ ਪਾਸ, ਆਦ ਸਤਿਗੁਰ ਗੁਰੂ ਨਾਨਕ ਦੇਵ ਜੀ ਸੀ ਵਰਡ ਆਇਆ ਹੈ. ਚਲੋ ਆਜ ਸਤਿਗੁਰ ਕੇ ਪਾਸ, ਚਲੋ ਮੈਂ ਤੁਹਾਨੂੰ ਹੁਣ ਗੁਰੂ ਨਾਨਕ ਦੇਵ ਜੀ ਦਰਸ਼ਨ ਕਰਾਉਂਦਾ ਹਾਂ. ਤੁਹਾਨੂੰ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਵਿੱਚੋਂ ਤੁਹਾਨੂੰ ਆਦ ਗੁਰੂ ਦੇ ਦਰਸ਼ਨ ਵੀ ਹੋਣਗੇ. ਇਹ ਇਤਿਹਾਸ ਵਿੱਚ ਲਿਖਿਆ ਹੋਇਆ ਹੈ. ਤਬ ਪੁਨ ਆਪ ਉਠੇ ਸਭ ਸੰਗਾ. ਇਹ ਵਾਲੀ ਲਾਈਨ ਹੈ. ਤਬ ਪੁਨ ਆਪ ਉਠੇ ਸਭ ਸੰਗਾ. ਤਾਂ ਉਸ ਵੇਲੇ ਆਪ ਉੱਠ ਗਏ, ਸਾਰਿਆਂ ਦੇ ਸੰਗ ਨਾਲ ਆਪ ਖੜੇ ਹੋ ਗਏ. ਤੇ ਖੜੇ ਹੋ ਕੇ ਪੈਸੇ 5 ਨਲੀਅਰ 100 ਅੰਗਾ. 5 ਪੈਸੇ ਤੇ ਨਾਰੀਅਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੇ ਸਾਹਮਣੇ ਰੱਖ ਕੇ ਹੱਥ ਜੋੜ ਕੇ ਅਰਦਾਸ ਕੀਤੀ. ਲੈ ਕੇ ਤਾਹੇ ਅਰਪ ਕੀ ਬੰਧਨ. ਇਹ 5 ਪੈਸੇ ਤੇ ਨਾਰੀਅਲ ਰਹਿ ਕੇ ਅੰਦਰ ਹੱਥ ਜੋੜ ਕੇ ਪੱਲਾ ਬਣ ਕੇ ਅਰਦਾਸ ਕੀਤੀ ਕਿ हे ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਸੀਂ ਸ਼ਬਦ ਰੂਪ ਵਿੱਚ ਹੁਣ ਖਾਲਸੇ ਦੀ ਅਗਵਾਈ ਕਰੋਗੇ. ਤੁਸੀਂ ਹੁਣ ਗੁਰੂ ਹੋ. ਤੁਸੀਂ ਜੋ ਮੇਰੀ ਇੱਜ਼ਤ ਮਾਨ ਹੈ, ਜੋ ਸਿੰਘ ਜਿਸ ਤਰ੍ਹਾਂ ਜਾਣਦੇ ਹਨ, ਹੁਣ ਤੋਂ ਲੈ ਕੇ ਇਸ ਪੁਆਇੰਟ ਤੋਂ ਲੈ ਕੇ ਤੁਹਾਡੀ ਅਗਵਾਈ ਵਿੱਚ ਸਭ ਕੁਝ ਹੋਏਗਾ.
ਤੁਹਾਡੇ ਕੋਲ ਪੁੱਛਿਆ ਜਾਏਗਾ ਹਰ ਚੀਜ਼, ਤੁਹਾਡੀ ਇੱਜ਼ਤ ਮਾਨ ਵਿੱਚ ਹਰ ਚੀਜ਼ ਹੋਏਗੀ। ਲੈ ਕੇ ਤਾਹੇ ਅਰਬ ਕੀ ਬੰਧਨ, ਪ੍ਰਦਖਨ ਕਰਤ ਮਨ ਰੰਗਨ। ਪ੍ਰਦਖਨ ਕਹਿੰਦੇ ਹਨ ਚਾਰ ਫੇਰੇ ਘੁੰਮਣਾ, ਜਿਹੜੀ ਜਦੋਂ ਜਾਂਦੇ ਆ, ਇਹ ਕਾਮਨ ਰਿਹਾ ਹੈ ਕਿ ਅਸੀਂ ਹੁਣ ਵੀ ਕਰਦੇ ਆ ਇਹ ਚੀਜ਼, ਕਿ ਇਹ ਇੱਕ ਇੱਜ਼ਤ ਮਾਨ ਇੱਕ ਹੁੰਦਾ ਹੈ ਬੰਦੇ ਦਾ। ਲਾਵਾਂ ਫੈਣ ਵਾਲੇ ਵੀ ਕਰਦੇ ਹਾਂ, ਜਦੋਂ ਹਰਮੰਦਰ ਸਾਹਿਬ ਜਾਂਦੇ ਆ ਚਾਹ ਵੀ ਅਸੀਂ ਕਰਦੇ ਹਾਂ, ਜਿਹਨੂੰ ਪਰਿਕਰਮਾ ਕਰਦੇ ਹਾਂ। ਤੇ ਪਰਿਕਰਮਾ ਕਰਨ ਦਾ, ਪ੍ਰਦਖਨ ਪਰਿਕਰਮਾ ਕਰਨ ਦੀ ਇਹ ਇੱਕ ਇੰਡੀਅਨ ਰਹੀ ਹੈ ਪੁਰਾਤਨ ਮਰਿਆਦਾ। ਪ੍ਰਦਖਨ ਕਰਤੇ ਮਨ ਰੰਗਨ, ਪ੍ਰਦਖਣਾ ਕਰਦੇ ਹਨ ਤੇ ਮਨ ਗਦਗਦ ਹੋ ਜਾਂਦਾ, ਉਹਨਾਂ ਦਾ ਮਨ ਰੰਗ ਵਿੱਚ ਆ ਜਾਂਦਾ ਹੈ। ਕਹਾ ਜੋਏ ਬਚਨ ਕੀਨੇ ਚਾਹੇ, ਪਾਠ ਕਰੇ ਗੁਰ ਕੋ ਸੁਖ ਪਾਏ। ਜਿਹੜੇ ਮੇਰੇ ਨਾਲ ਗੱਲਾਂ ਕਰਨਾ ਚਾਹੇ, ਜੋ ਬਚ ਕੀਨਾ ਚਾਹੇ, ਜੇ ਮੇਰੇ ਨਾਲ ਕਿਸੇ ਨੇ ਗੱਲਾਂ ਕਰਨੀਆਂ ਹੋ। ਕਹਾ ਜੋਏ ਬਚ ਕੀਨੇ ਚਾਹੇ, ਜਿਹੜੇ ਬਚਨ ਕਿਹਾ ਹੈ, ਜੋਏ ਬਚ ਕੀਨਾ ਚਾਹੇ, ਜਿਹੜੇ ਮੇਰੇ ਨਾਲ ਕਿਸੇ ਨੇ ਬਚਨ ਕਰਨੇ ਚਾਹੇ ਹੋਣ ਗੱਲਾਂ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨਾਲ ਉਹ ਪਾਠ ਕਰੇ ਗੁਰੂ ਕੋ ਸੁਖ ਪਾਏ। ਜੇ ਪਾਠ ਕਰੇਗਾ ਤੇ ਗੁਰੂ ਕੋਲੋਂ ਸੁਖ ਮਿਲੇਗਾ ਉਹਦਾ। ਤੇ ਇਹ ਯਾਦ ਰੱਖਣਾ, ਜਿਹੜੀ ਲਾਸਟ ਲਾਈਨ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ, ਕਿ ਯਾ ਮਮ ਔਰ ਕੋਈ ਗੁਰ ਨਾਹੀ। ਇਸ ਗੱਲ ਦਾ ਤੁਹਾਨੂੰ ਇਹ ਗੱਲ, ਜਿਹੜੇ ਦੇਹਧਾਰੀ ਗੁਰੂਆਂ ਦੇ ਜਿਹੜੇ ਪੜ੍ਹ ਕੇ ਬੈਠੇ ਹੋਏ ਹਨ, ਜਾਂ ਸਮ ਔਰ, ਸਮ ਮਨੇ ਹਨ ਮੇਰੇ ਮੁਕਾਬਲੇ ਤੇ, ਜਾਂ ਸਮ ਔਰ ਕੋਈ ਗੁਰ ਨਾਹੀ, ਮੇਰੇ ਹੁਣ ਇਹਦੇ ਮੁਕਾਬਲੇ ਤੇ ਕੋਈ ਹੋਰ ਗੁਰੂ ਨਹੀਂ। ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭੀੜ ਹੈ, ਔਰ ਕੋਈ ਇਹ ਬਾਣੀ ਹੈ ਜਿਹੜੀ ਤੁਹਾਡੀ ਅਗਵਾਈ ਕਰੇਗੀ ਹੁਣ ਤੋਂ ਲੈ ਕੇ, ਇਹਦੇ ਮੁਕਾਬਲੇ ਤੇ ਹੋਰ ਕੋਈ ਨਹੀਂ ਆ ਸਕਦਾ। ਬਿਨਾ ਕਾਨ ਸਚ ਬਾਖ ਬਣਾਈ। ਮੈਂ ਕਿਸੇ ਤੋਂ ਗੱਲ ਸੁਣਾਈ ਨਹੀਂ ਕਹਿ ਰਿਹਾ, ਇਹ ਭੰਨ ਰਿਹਾ, ਆਪਣੇ ਕੋਲੋਂ ਗੱਲ ਸੁਣਾ ਰਿਹਾ ਇਹ ਸਾਰੀ ਤੁਹਾਡੀ। ਤੇ ਇਹ ਗੱਲ ਜਿਹੜੀ ਹੈ ਇਹ ਗੁਰਬਿਲਾਸ ਵਿੱਚ ਡਾਕੂਮੈਂਟਡ ਹੈ, ਹਰ ਤੱਕ ਪੁਰਾਣੇ ਜਿਹੜੇ ਹਨ, ਜਿਹੜੇ ਸਾਡੇ ਕ੍ਰੋਨਿਕਲਸ, ਉਹਨਾਂ ਵਿੱਚੋਂ ਮਿਲੇਗੀ। ਤੇ ਇਹ ਜਦੋਂ ਮੱਥਾ ਟੇਕਿਆ, ਤੇ ਮੱਥਾ ਟੇਕਣ ਤੋਂ ਬਾਅਦ ਇਹ ਗੱਲਾਂ ਜਿਹੜੀਆਂ ਹੋਈਆਂ ਉੱਥੇ, ਤੇ ਫਿਰ ਪਹਿਲਾ ਵਾਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ, ਜਦੋਂ ਗੁਰਿਆਈ ਮਿਲਣ ਤੋਂ ਬਾਅਦ ਜਦੋਂ ਮੱਥਾ ਟੇਕਿਆ, 5 ਪੈਸੇ ਤੇ ਨਾਰੀਅਲ ਪ੍ਰਦਛਨਾ ਵੀ ਕੀਤੀ ਕਰਨ ਤੋਂ ਬਾਅਦ, ਜਿਹੜਾ ਪਹਿਲਾ ਵਾਕ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਆਇਆ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤੇ ਉਸ ਤੋਂ ਬਾਅਦ ਫਿਰ ਜੋ ਗੱਲਾਂ ਹੋਈਆਂ ਹਨ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। If you can give me, can figure it out ਕਿ how do I get to this point though। ਤੇ ਇਹ ਸ਼ਬਦ ਅਸੀਂ ਸਿੱਖਿਆ ਹੋਇਆ ਹੈ, ਗਾਉਂਦੇ ਹਾਂ ਬੜਾ, ਮਾਰੂ ਦੀ ਰੀਤ ਹੈ ਵਾਲੀ, ਮਾਰੂ ਮਹੱਲਾ ਪੰਜਵਾਂ। ਇਹ ਪਹਿਲਾ ਵਾਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ, ਜਿਹੜਾ ਇਹ ਅੰਗ 1000 ਤੇ ਹੈ, ਜਿਨ੍ਹਾਂ ਨੇ ਦੇਖਣਾ ਹੋਵੇ ਸ਼ਬਦ ਆਫਟਰ ਦੈਟ। ਇਹ ਰਿਮੈਂਬਰ ਜਿਹੜਾ ਪਹਿਲਾ ਵਾਕ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਪਹਿਲੀ ਵਾਰੀ ਸਥਾਪਿਤ ਹੋਈ, ਕਰਤਾਰਪੁਰ ਵਾਲੀ ਬੀੜ ਗੁਰੂ ਅਰਜਨ ਦੇਵ ਮਹਾਰਾਜ ਦੇ ਟਾਈਮ ਵਿੱਚ, ਉੱਥੇ ਵਾਕ ਆਇਆ ਸੀ। ਉੱਥੇ ਵਾਕ ਡਿਫਰੈਂਟ ਆਇਆ ਸੀ, ਹਰ ਕਰਨ ਕਰਾਵਨ ਰਾਇਆ ਰਾਮ, ਸੰਗਤਾਂ ਕੇ ਕਾਰਜ ਆਪ ਖੜੋਇਆ। ਉਹ ਵਾਕ ਦੂਸਰਾ ਹੈ। ਉਹ ਵਾਕ ਜਿਹੜਾ ਹੈ ਜਦੋਂ ਪਹਿਲੀ ਵਾਰੀ ਬੀੜ ਸਥਾਪਿਤ ਹੋਈ ਹੈ ਉੱਥੇ। ਇਹ ਵਾਕ ਜਿਹੜਾ ਹੈ ਜਦੋਂ ਗੁਰਿਆਈ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ, ਜਦੋਂ ਗੁਰਿਆਈ ਮਹਾਰਾਜ ਨੇ ਆਪ ਦਿੱਤੀ ਤੇ ਕਹਿ ਦਿੱਤਾ ਕਿ ਹੁਣ ਤੋਂ ਲੈ ਕੇ ਇਹ ਅਗਵਾਈ ਕਰਨਗੇ ਤੁਹਾਡੀ, ਜੋ ਇੱਜ਼ਤ ਮਾਨ ਮੇਰਾ ਹੈ ਉਹ ਇਸ ਬੀੜ ਦਾ ਹੋਏਗਾ। ਹੁਣ ਜੋ ਬਿਲਕੁਲ ਜਿਸ ਤਰ੍ਹਾਂ ਮੇਰੀ ਟ੍ਰੀਟਮੈਂਟ ਹੈ, ਉਹੀ ਟ੍ਰੀਟਮੈਂਟ ਇਹਨਾਂ ਨੂੰ ਜਾਏਗੀ। ਮਾਰੂ ਮਹੱਲਾ ਪੰਜਵਾਂ, I'll just go through the shabad very quickly, not every line, you can look at yourself later। ਖੁੱਲਿਆ ਕਰਮ ਕਿਰਪਾ ਬਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਤਾਈ, ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸਰਨਾਈ। ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਹਜ਼ੂਰ ਸਾਹਿਬ, ਇਹ ਸ਼ਬਦ ਅੰਦਰ ਜਿੱਥੇ ਮੋਣੀ ਬਾਬਾ ਹੋਰੀ ਜਾਂਦੇ ਹਨ, ਜਿੱਥੇ ਅੰਗੀਠਾ ਹੈ ਉਹਨਾਂ ਦਾ, ਜਿੱਥੇ ਅੰਦਰ ਜਾਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ, ਉਸ ਅੰਗੂਠੇ ਦੇ ਜਿਹੜੇ ਸਦਨਲੀ ਦੀਵਾਰ ਦੇ ਉੱਤੇ, ਸੰਗਮਰਮਰ ਦੀ ਉੱਤੇ ਇਹ ਸ਼ਬਦ ਖੁੱਭਿਆ ਹੋਇਆ ਹੈ ਅੰਦਰ। ਨਾਲ ਥੱਲੇ ਨੋਟ ਵੀ ਲਿਖਿਆ ਹੋਇਆ ਹੈ ਕਿ ਇਹ ਪਹਿਲਾ ਵਾਕ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ। ਤੇ ਅਬ ਮੋਹੇ ਜੀਵਨ ਪਦਵੀ ਪਾਈ। ਪਦਵੀ ਕਹਿੰਦੇ ਹਨ ਕਿਸੇ ਅਹੁਦੇ ਨੂੰ, ਜਦੋਂ ਕੋਈ when you reach a stage in life, ਕਹਿੰਦੇ ਕਿ ਇਹਨੂੰ ਫਲਾਣੀ ਪਦਵੀ ਮਿਲੀ ਹੈ, ਕੋਈ ਕਿਸੇ ਪਦਵੀ ਤੇ ਪਹੁੰਚਿਆ ਹੈ, ਕੋਈ ਪਦਵੀ, ਕੋਈ ਇਨਾਮ ਮਿਲਿਆ ਹੈ। ਤੇ ਜੀਵਨ ਪਦਵੀ ਕੀ ਹੁੰਦੀ ਹੈ? ਜੀਵਨ ਪਦਵੀ ਹੁੰਦੀ ਹੈ ਜਦੋਂ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦਾ ਦਾਨ ਉਸ ਨੂੰ ਮਿਲ ਜਾਵੇ। ਜਦੋਂ ਪ੍ਰੇਮਾ ਭਗਤੀ ਦਾ ਦਾਨ ਕਿਸ ਨੂੰ ਮਿਲ ਜਾਏ ਤੇ ਉਹ ਜੀਵਨ ਪਦਵੀ ਹੈ।
ਅਬ ਮੋਹੇ ਜੀਵਨ ਪਦਵੀ ਪਾਈ, ਹੁਣ ਇਹ ਜੀਵਨ ਦੀ ਪਦਵੀ ਮੈਨੂੰ ਮਿਲੀ ਹੈ। ਕਿਉਂ? ਕਿਉਂਕਿ ਮੈਨੂੰ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ। ਮੇਰੇ ਅੰਦਰ ਹੁਣ ਹਮੇਸ਼ਾ ਉਸ ਪਰਮ ਵਿਧਾਤਾ, ਉਸ ਪ੍ਰਮਾਤਮਾ ਦਾ ਪਿਆਰ ਮੇਰੇ ਹਿਰਦੇ ਦੇ ਅੰਦਰ ਹਮੇਸ਼ਾ ਵਾਸਤੇ ਆ ਗਿਆ ਹੈ। ਤੇ ਇਹ ਮਿਲਿਆ ਆਪੇ ਨਹੀਂ ਹੈ, ਇਹ ਸੰਤਨ ਕੀ ਸਰਣਾਈ ਦਾ ਹੈ। ਇਹ ਪ੍ਰਮਾਤਮਾ ਦੀ, ਇਹ ਗੁਰੂਆਂ ਦੀ ਕਿਰਪਾ ਨਾਲ ਮਿਲਿਆ ਹੈ, ਜੁੜਿਆ ਹੋਏ ਦੀ ਸੰਗਤ ਦੀ ਕਿਰਪਾ ਦੀ ਸਰਣਾਈ ਤੋਂ ਮਿਲਿਆ ਹੈ। ਤੇ ਜਸ ਹੈਰਾਨ ਹੋ ਜਾਂਦਾ ਜਦੋਂ ਪਹਿਲੀ ਲਾਈਨ ਪੜ੍ਹਦਾ ਮੈਂ, ਤੇ ਕਹਿੰਦੇ ਜਦੋਂ ਮੇਰੇ ਤੇ ਬਹੁਤੀ ਕਿਰਪਾ ਹੋ ਗਈ, ਜਦੋਂ ਖੁੱਲਿਆ ਕਰਮ ਕਿਰਪਾ ਬਈ ਠਾਕੁਰ, ਕਹਿੰਦੇ ਨਾ ਖੁੱਲਾ ਵਰਤਾਓ, ਲੰਗਰ ਖੁੱਲਾ ਪ੍ਰਸ਼ਾਦ ਵਰਤਾਓ, ਖੁੱਲਾ ਕੰਮ ਕਰੋ। ਮਤਲਬ ਕਿ ਦੇਖੋ ਨਾ, ਮਤਲਬ ਕੁਆਂਟੀਟੀ ਤੇ ਨਾ ਨੋਟ ਕਰੋ, ਖੁੱਲਾ ਕੰਮ ਕਰੋ। ਇੱਥੇ ਕਰਮ ਕਿਰਪਾ ਵਾਸਤੇ ਆਇਆ ਹੈ। ਕਰਮ ਇੱਥੇ ਫਾਰਸੀ ਦਾ ਵਰਡ ਕਰਮ ਆਇਆ ਹੈ। ਤੇ ਜਦੋਂ, ਕਿਉਂਕਿ ਮੈਨੂੰ ਹੁਣ ਪਤਾ ਲੱਗ ਗਿਆ ਹੈ ਕਿ ਖੁੱਲਿਆ ਕਰਮ ਕਿਰਪਾ ਬਈ ਠਾਕੁਰ, ਜਦੋਂ ਮੇਰੇ ਤੇ ਉਹਦਾ ਬਹੁਤ ਜ਼ਿਆਦਾ ਕਿਰਪਾ ਮੇਰੇ ਤੇ ਜਦੋਂ ਹੋ ਜਾਂਦੀ ਹੈ, ਉਹਦੀ ਠਾਕੁਰ ਦੀ, ਤੇ ਮੈਨੂੰ ਕੀਰਤਨ ਦੀ ਦਾਤ ਮੈਨੂੰ ਬਖਸ਼ੀ ਉਹਨਾਂ ਨੇ। ਕੀਰਤਨ ਹਰ ਹਰ ਗਾਈ, ਖੁੱਲਿਆ ਕਰਮ ਕਿਰਪਾ ਬਈ ਠਾਕੁਰ, ਕੀਰਤਨ ਹਰ ਹਰ ਗਾਈ। ਜਦੋਂ ਬਹੁਤ ਹੀ ਕਿਰਪਾ ਉਹਦੀ ਹੋ ਗਈ ਮੇਰੇ ਜੀਵਨ ਦੇ ਉੱਤੇ, ਤੇ ਇਹ ਕਿਰਪਾ ਮੇਰੇ ਤੇ ਕੀਤੀ ਕਿ ਮੇਰੇ ਕੋਲੋਂ ਕੀਰਤਨ ਦੀ ਦਾਤ ਮੇਰੀ ਝੋਲੀ ਚ ਪਾਈ ਉਹਨਾਂ ਨੇ। ਮੈਂ ਕੀਰਤਨ ਉਹਨਾਂ ਦਾ ਗਾਇਆ ਆਪ, ਹਰ ਹਰ ਗਾਈ ਕਿ ਔਰ ਮੇਰਾ ਮਨ ਸ਼ਰਮ ਥਾਕਾ ਪਹਿ ਬਿਸਰਾਮਾ, ਮਿਟ ਗਈ ਸਗਲੀ ਤਾਈ। ਮੇਰਾ ਮਨ ਜਿਹੜਾ ਕਦੀ ਇੱਕ ਜਗ੍ਹਾ ਠਹਿਰਦਾ ਨਹੀਂ ਸੀ, ਜਿਹੜਾ ਚੰਚਲ ਸੀ ਮਨ ਮੇਰਾ, ਸ਼ਰਮ ਥਾਕਾ ਪਾਏ ਬਿਸਰਾਮਾ, ਹੁਣ ਵਿਸ਼ਰਾਮ ਵਿੱਚ ਆ ਰਿਹਾ ਹੈ। ਮਿਟ ਗਈ ਸਗਲੀ ਥਾਈ, ਅਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਓ। ਕਾਮ ਕ੍ਰੋਧ ਲੋਭ ਮੋਹ ਨਿਵਾਰੇ ਸਗਲ ਬਹਿਰਾਈ, ਸਜ ਹਜੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਇਓ ਦੁਰਾਈ। ਬਾਣੀ ਵੀ, ਇਹ ਵਾਕ ਵੀ so appropriate when it came though on that particular occasion, ਕਿ ਉਹ ਸ਼ਬਦ ਗੁਰੂ ਹਰ ਜਗ੍ਹਾ ਹਾਜ਼ਰ ਹੈ, ਹਜ਼ੂਰ ਹੈ, ਦੂਰ ਤੁਹਾਡੇ ਤੋਂ ਨਹੀਂ ਹੈ ਸ਼ਬਦ ਗੁਰੂ। ਤੁਸੀਂ ਸ਼ਬਦ ਗੁਰੂ ਤੋਂ ਦੂਰ ਹੋ, ਸ਼ਬਦ ਗੁਰੂ ਤੁਹਾਡੇ ਤੋਂ ਦੂਰ ਨਹੀਂ ਹੈ। ਤੇ ਜਿਹੜੇ ਨੇੜੇ ਆਉਂਦੇ ਹਨ, ਉਹਨਾਂ ਦੀ ਅਵਸਥਾ ਇਹ ਹੋ ਜਾਂਦੀ ਹੈ ਕਿ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ, ਪਾਵਨ ਪਤਿਤ ਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ। ਗੁਰਬਾਣੀ ਦੇ ਜਿਹੜੇ ਨੇੜੇ ਲੱਗਦੇ ਹਨ, ਉਹਨਾਂ ਨੂੰ ਫਿਰ ਦੇਰ ਨਹੀਂ ਲੱਗਦੀ ਉਹਨਾਂ ਦੇ ਪਤਿਤ ਤੋਂ ਪਾਵਨ ਹੋਣ ਨੂੰ। ਬੁਰੇ ਤੋਂ ਬੁਰੇ ਕੰਮ ਕਰਨ ਵਾਲੇ ਵੀ ਸੰਤ ਬਣ ਜਾਂਦੇ ਹਨ। ਨਿਰਭਉ ਭੈ ਸਗਲ ਭੈ ਖੋਏ, ਗੋਬਿੰਦ ਚਰਨ ਉਟਾਈ। ਨਾਨਕ ਜਸ ਗਾਵੇ ਠਾਕੁਰ ਕਾ, ਰਹਿਣ ਦਿਨਸ ਲਿਵ ਲਾਈ। ਨਾਨਕ ਨੇ ਤੇ ਜਸ ਗਾਵਣੇ ਹਨ ਠਾਕੁਰ ਦੇ, ਨਾਨਕ ਨੇ ਤੇ ਕੀਰਤਨ ਕਰਨਾ ਹੈ ਠਾਕੁਰ ਦਾ। ਤੁਹਾਨੂੰ ਇਨਕਰੇਜ ਕਰਦੇ ਹਨ, ਤੁਸੀਂ ਵੀ ਕਰੋ। ਤੇ ਇਹ ਪਵਿੱਤਰ ਵਾਕ ਜਿਹੜਾ ਅੰਗ 1000 ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤੇ ਜਿਹੜਾ ਹੈ, ਇਹ ਵਾਕ ਇਹ 3-4 ਅਕਤੂਬਰ ਦੀ ਅੰਮ੍ਰਿਤ ਵੇਲੇ ਦੀ ਜਿਹੜੀ ਸਭਾ ਦੇ ਵਿੱਚ ਜਿਸ ਦੀਵਾਨ ਦੇ ਵਿੱਚ ਮਹਾਰਾਜ ਨੇ ਜਦੋਂ ਗੁਰਿਆਈ ਸੌਂਪੀ, ਜਦੋਂ ਤੇ ਇਹ ਉੱਥੇ ਵਾਕ ਆਇਆ ਹੈ ਉਸ ਵੇਲੇ ਸਵੇਰੇ। I will stop sharing the screen now. If anybody has any questions so far, I will share that with them. ਜਿਹੜੇ beginners class ਦੇ student ਜਿਹੜੇ ਕੀਰਤਨ ਸਿੱਖਦੇ ਪਏ ਹਨ, I definitely plan to teach this Shabad sometime in the future. This is definitely on the list though. This is a must Shabad to learn how to sing in Rag Maru properly. ਇਹ ਪੁਰਾਤਨ ਰੀਤ ਜੋ ਅਸੀਂ ਸਿੱਖੀ ਹੈ ਗੁਰੂ ਮਹਾਰਾਜ ਦੇ ਟਾਈਮ ਦੀ, ਉਹ ਜਦੋਂ ਗਾਓਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਵਾਕਈ ਕੀ ਹੈ ਵਿਸ਼ਰਾਮ ਔਰ ਕੀ ਹੈ ਠਹਿਰਾਵ। ਜਦੋਂ ਗਾਉਂਦੇ ਹੋ ਮਾਰੂ ਨੂੰ, ਮਾਰੂ ਇਹੋ ਜਿਹਾ ਰਾਗ ਹੈ, ਮਾਰੂ ਤੇ ਵਡਹੰਸ 2 ਰਾਗ ਨਿਸ਼ਚਿਤ ਹੋਏ ਸਨ ਉਸ ਵੇਲੇ। ਕਿਸੇ ਅਕਾਲੀ ਕੋਈ ਪ੍ਰਾਣੀ ਚਲਾ ਜਾਏ ਇੱਥੋਂ ਤੇ ਉਸ ਵੇਲੇ ਵਡਹੰਸ ਤੇ ਮਾਰੂ ਦੇ ਰਾਗ ਵਿੱਚ ਕੀਰਤਨ ਕਰਨ ਦੀ ਇਤਾਇਤ ਹੈ, ਕਿਉਂਕਿ ਸੁਣਨ ਨਾਲ ਮਨ ਨੂੰ ਸ਼ਾਂਤੀ ਪਹੁੰਚਦੀ ਹੈ ਬਹੁਤ। ਸੁਣਨ ਮਨ ਜਿਹੜਾ ਹੈ ਉਹ ਬੜਾ ਠਹਿਰਾਵ ਵਿੱਚ ਆ ਜਾਂਦਾ ਹੈ। ਇੱਕ ਗੱਲ ਹੋਰ ਨੋਟਿਸ ਕਰੋਗੇ ਕਿ ਹੁਣ ਅਸੀਂ ਪੇਜ 1000 ਤੋਂ ਵਾਕ ਨਹੀਂ ਲੈਂਦੇ, ਵਿਚਕਾਰੂ ਲੈਂਦੇ ਹਾਂ ਬਹੁਤ। ਉਸ ਵੇਲੇ ਵਾਕ ਲੈਣ ਦੀ ਪ੍ਰਥਾ ਜਿਹੜੀ ਸੀ ਉਹ ਰੈਂਡਮਲੀ, ਵਾਕਈ ਰੈਂਡਮ ਸੀ। ਜੇ ਨਾ ਰੈਂਡਮ ਹੁੰਦੀ ਤੇ ਟੁਵਰਡਸ ਦੀ ਐਂਡ ਵਿੱਚ ਜਾ ਕੇ ਇਹ ਵਾਕ ਨਾ ਆਉਂਦਾ ਉਸ ਵੇਲੇ ਪੇਜ 1000 ਵਾਲਾ। I'm going to stop here for a quick second. Spoken a lot. Let me see if anybody has any questions though. Maybe Sudhi di thodi aaj wari na hi aaye aaj, pata nahi. So we'll see what happens. We'll do it next time if we don't do it this.
Viji, who read the Hukamnama that day? ਦੋ ਹਨ ਮਹਾਰਾਜ ਨੇ ਆਪ ਲਿੱਤਾ ਹੋਣਾ ਹੈ ਜਾਂ ਭਾਈ ਦਇਆ ਸਿੰਘ ਉਹਨਾਂ ਨੇ ਲਿੱਤਾ ਹੋਣਾ ਹੈ ਕਹਿਣਾ ਮੁਸ਼ਕਿਲ ਹੈ ਕਿਹਨੇ ਲਿੱਤਾ ਹੋਣਾ ਹੁਕਮਨਾਮਾ I would not be surprised ਕਿ ਉਹਨਾਂ ਨੇ ਆਪ ਲਿੱਤਾ ਹੋਣਾ ਉਸ ਵੇਲੇ ਕਿਉਂਕਿ ਆਪ ਜਦੋਂ ਉਹਨਾਂ ਨੇ ਕੀਤੀ ਜਦੋਂ ਪ੍ਰਕਰਮਾ ਵੀ ਆਪ ਕੀਤੀ ਜਦੋਂ 5 ਪੈਸੇ ਨਾਲੀ ਰੱਖ ਕੇ ਜਦੋਂ ਗੁਰਿਆਈ ਬਖਸ਼ੀ ਜਦੋਂ ਤੇ ਉਸ ਵੇਲੇ I would not be surprised ਕਿ ਆਪ ਤਾਬਿਆ ਬੈਠ ਕੇ ਉਹਨਾਂ ਨੇ ਆਪ ਹੁਕਮਨਾਮਾ ਲਿਖਾ ਹੋਣਾ ਹੈ ਪਹਿਲਾ ਹੁਕਮਨਾਮਾ ਜਿਹੜਾ ਆਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਵਿੱਚ Even though he was wounded, right? ਹਾਂਜੀ Even though he was wounded. Even though he was wounded, yes. Yes. I would not be surprised, but ਕਈ ਹਿਸਟੋਰੀਅਨ ਭਾਈ ਦਇਆ ਸਿੰਘ ਨੂੰ ਲਿਖਦੇ ਹਨ ਭਾਈ ਦਇਆ ਸਿੰਘ ਨੂੰ ਉਹ ਵੀ ਲੈ ਸਕਦੇ ਹਨ ਤੇ ਬੜੇ ਵੱਡੇ ਗੁਰਸਿੱਖ ਉੱਥੇ ਭਾਈ ਨੰਦ ਲਾਲ ਵੀ ਮੌਜੂਦ ਸਨ ਉੱਥੇ ਭਾਈ ਦਇਆ ਸਿੰਘ ਹੋਰੀ ਮੌਜੂਦ ਸਨ ਭਾਈ ਧਰਮ ਸਿੰਘ ਹੋਰੀ ਮੌਜੂਦ ਸਨ ਭਾਈ ਸੰਤੋਖ ਸਿੰਘ ਹੋਰੀ ਮੌਜੂਦ ਸਨ ਬੜੇ ਸਕਾਲਰ ਸਨ ਆਪ ਸਾਰੇ ਸਿਆਣੇ ਗੁਰਸਿੱਖ ਮੌਜੂਦ ਸਨ ਉੱਥੇ ਤੇ ਨਾਲ ਉਹਨਾਂ ਨੂੰ ਨਾ ਭੁੱਲਿਓ ਮਾਈ ਭਾਗੋ ਵੀ ਮੌਜੂਦ ਸੀ ਉਸ ਸਭਾ ਵਿੱਚ ਸੋ ਮਾਈ ਭਾਗੋ ਵੀ ਨਾਲ ਗਈ ਹੈ ਗੁਰੂ ਸਾਹਿਬ ਦੇ ਉਹ ਵੀ ਨਾਲ ਉੱਥੇ ਖੜੇ ਸਨ ਤੇ ਬੜਾ ਹਿਸਟੋਰੀਕਲ ਇਵੈਂਟ ਹੈ ਦੈਟਸ ਵਾਈ ਨਾਦੇੜ ਦਰਸ਼ਨ ਬਹੁਤ ਇੰਪੋਰਟੈਂਟ ਹਨ ਗੁਰੂ ਕੇ ਨੈਕਸਟ ਟਾਈਮ ਕੋਈ ਹੁਣ ਫੈਮਿਲੀ ਦੇ ਡਿਨਰਸ ਦੇ ਉੱਤੇ ਨਾ ਘੱਟ ਕਨਸੈਂਟਰੇਟ ਕਰਕੇ ਤੇ ਕੱਪੜਿਆਂ ਤੇ ਜਾਂ ਹੋਰ ਚੀਜ਼ਾਂ ਖਰੀਦਣ ਜਾਂਦੇ ਇੰਡੀਆ ਉਹਨਾਂ ਤੇ ਘੱਟ ਕਨਸੈਂਟਰੇਟ ਕਰਕੇ ਗੁਰੂ ਮਹਾਰਾਜ ਦੇ ਉਹਨਾਂ ਦੇ ਚਰਨ ਛੋਹ ਸਥਾਨ ਸਪੈਸ਼ਲੀ ਪਟਨਾ ਤੇ ਨਾਦੇੜ ਤੁਸੀਂ ਟਾਈਮ ਕੱਢ ਕੇ ਇਹ ਦਰਸ਼ਨ ਜ਼ਰੂਰ ਕਰਨੇ ਹਨ ਉਹਨਾਂ ਸਥਾਨਾਂ ਦੇ ਹਾਂਜੀ ਇਹਨਾਂ ਦੇ ਗੁਰੂ ਦੀ ਖੁਸ਼ੀਆਂ ਲੈਣੀਆਂ ਹਨ ਔਰ ਉੱਥੇ ਜਾ ਕੇ ਉਸ ਗੱਲ ਨੂੰ ਮਹਿਸੂਸ ਕਰਨਾ ਹੈ ਤੁਸੀਂ ਇੱਕ ਗੱਲ ਮੈਂ ਹੋਰ ਕਹਿ ਦਿਆਂ ਮੈਂ ਅੱਜ ਸ਼ਾਇਦ ਨਾ ਡਿਸਕਸ ਕਰ ਸਕਾਂ ਬੰਦਾ ਇਮੋਸ਼ਨਲ ਹੋ ਜਾਂਦਾ ਕਈ ਵਾਰੀ ਹਰ ਅਸਥਾਨ ਦੇ ਨਾਲ ਕੋਈ ਨਾ ਕੋਈ ਮਿਰਕਲਸ ਜੁੜੇ ਹੋਏ ਹਨ ਹੁੰਦੇ ਰਹਿੰਦੇ ਹਨ ਮਿਰਕਲਸ ਬੰਗਲਾ ਸਾਹਿਬ ਆਮ ਹੁੰਦੇ ਹਨ ਹਰਿਮੰਦਰ ਸਾਹਿਬ ਆਮ ਹੁੰਦੇ ਹਨ ਪਰ ਸਿੱਖ ਇਤਿਹਾਸ ਵਿੱਚ ਜਿਤਨੇ ਮਿਰਕਲਸ ਨਾਦੇੜ ਰਿਕਾਰਡ ਹੁੰਦੇ ਹਨ ਨਾ ਜਿਤਨੇ ਮਹਾਰਾਜ ਉੱਥੇ ਆਪ ਹਨ ਹੁਣ ਵੀ ਜਿਹੜੇ ਜਿਨ੍ਹਾਂ ਨੇ ਦਰਸ਼ਨ ਕਰਨੇ ਹੁਣ ਵੀ ਉਹਨਾਂ ਦੀ ਚਰਨ ਛੋਹ ਬਹੁਤ ਜ਼ਿਆਦਾ ਨਾਦੇੜ ਹੈ ਸੋ ਹਜ਼ੂਰ ਸਾਹਿਬ ਦਰਸ਼ਨ ਸਭ ਨੇ ਕਰਨੇ ਹਨ ਜੀ ਤੇ ਅਗਲੇ ਜਿਹੜਾ ਆਈ ਵਾਂਟ ਟੂ ਵੇਟ ਫॉर ਸਮ ਕੁਐਸਚਨ ਦੋ ਤੇ ਮੈਂ ਹੁਣ ਅਗਲੀ ਜਿਹੜੀ ਚੀਜ਼ ਸਾਂਝੀ ਕਰਨੀ ਹੈ ਤੁਹਾਡੇ ਨਾਲ ਉਹ ਜਿਹੜੇ ਬਚਨ ਬਿਲਾਸ ਹੋਏ ਹਨ ਗੁਰਿਆਈ ਦੇਣ ਤੋਂ ਬਾਅਦ this took place probably on the night of October 5th and 6th night 7th early morning ਉਹ ਵਿਛੋੜਾ ਦੇ ਗਏ ਹਨ ਚਲੇ ਜਾਂਦੇ ਹਨ ਇੱਥੋਂ ਸੋ 5 ਸੰਗਤਾਂ ਜਿਹੜੀਆਂ ਹਨ ਜਦੋਂ ਗੁਰਿਆਈ ਦਿਵਸ ਦੇ ਟਾਈਮ ਸੰਗਤਾਂ ਬਹੁਤ ਉਮਮਾ ਕੇ ਨਾਦੇੜ ਪਹੁੰਚੀਆਂ ਪਤਾ ਲੱਗ ਗਿਆ ਸੀ ਮਹਾਰਾਜ ਕੁਝ ਕੋਤਕ ਵਰਤਾਣਾ ਹੈ ਹੁਣ ਅਗਲਾ ਕੌਣ ਗੁਰੂ ਬਣੇਗਾ ਬੜੇ ਲੋਕਾਂ ਨੇ ਇਹ ਮਨ ਵਿਚਾਰ ਸੀ ਕਿ ਔਰ ਗੁਰਿਆਈ ਸ਼ੁਰੂ ਤੋਂ ਇਹੀ ਰੂਲ ਰਿਹਾ ਹੈ ਕਿ ਆਪਣੇ ਹੁੰਦਿਆਂ ਸੌਂਦਿਆਂ ਉਹ ਲੋਕ ਅਗਲੇ ਗੁਰੂ ਨੂੰ ਦਿੰਦੇ ਹਨ ਤੇ ਅੰਦਰੋਂ ਸੀ ਕਿ ਕੌਣ ਨੈਕਸਟ ਹੂ ਵਿਲ ਬੀ ਦ ਨੈਕਸਟ ਪਰਸਨ ਸਰਬੰਸਦਾਨੀ ਪਿਤਾ ਹਨ ਕੋਈ ਅੰਸ ਨਹੀਂ ਹੈ ਉਹਨਾਂ ਦੀ ਅੱਗੇ ਨਾ ਅੱਗੇ ਦੇਣੇ ਦੀ ਵਿਚਾਰ ਸੀ ਉਹਨਾਂ ਨੇ ਮਨ ਪੱਕਾ ਕੀਤਾ ਹੋਇਆ ਸੀ ਕਿ ਅੱਗੇ ਕਿਸੇ ਸਰੀਰ ਰੂਪ ਵਿੱਚ ਗੁਰਿਆਈ ਕਿਸੇ ਨੂੰ ਨਹੀਂ ਜਾਣੀ that decision was made long time ago ਲੇਕਿਨ ਉਸ ਦਿਨ ਫਾਰਮਲਾਈਜ਼ ਜਿਹੜਾ ਡਿਸੀਜਨ ਹੋਇਆ ਹੈ ਇਹ ਅਕਤੂਬਰ 3 ਜਾਂ 4 ਦੀ ਦਿਨ ਨੂੰ ਉਸ ਦਿਨ ਹੋਇਆ ਹੈ ਉੱਥੇ ਡਿਸੀਜਨ ਜਿਹੜੇ ਗੁਰਬਿਲਾਸ ਚ ਲਾਈਨਾਂ ਜਿਹੜੀਆਂ ਪੜ੍ਹੀਆਂ ਹਨ ਗੁਰਸੋਭਾ ਵਿੱਚ ਵੀ ਲਾਈਨਾਂ ਆਉਂਦੀਆਂ ਹਨ ਸੈਨਾਪਤ ਦੀਆਂ ਉੱਥੋਂ ਵੀ ਮਿਲਦੀਆਂ ਹਨ ਲਾਈਨਾਂ ਸੋ ਬੜੇ ਸਿੱਖ ਕ੍ਰੋਨਿਕਲ ਦੇ ਬੜੇ ਪੁਰਾਤਨ ਜਿਹੜੀਆਂ ਹਿਸਟੋਰੀਕਲ ਬੁੱਕਸ ਵਿੱਚੋਂ ਇਸ ਗੱਲ ਦਾ ਪ੍ਰੂਫ ਮਿਲਦਾ ਹੈ ਹਾਂਜੀ any questions or any comments question before I move forward ਜ਼ਿਆਦਾ time ਨਹੀਂ ਹੈ ਮੇਰੇ ਕੋਲ I'm thinking should I just wait until next week probably might be a better idea because I'm going to discuss the two things that have been left over to discuss. Number one, the discussions that took place with the Sangat before Jide Jyoti Jo Saman to Pehle, which probably happened on the 4th or 5th of October or 6th of October. In a 3 ਦਿਨਾਂ ਚ ਬਹੁਤ ਰੋਏ ਬੜੇ ਲੋਕਾਂ ਨੇ ਲੋਕ ਕਈਆਂ ਦੇ ਹਾਲ ਇਹੋ ਜਿਹੇ ਹੋ ਗਏ ਕਿ ਹਾਲ ਤੋਂ ਬੇਹਾਲ ਲੋਕ ਹੋ ਗਏ ਵੀ ਹੁਣ ਕੀ ਹੋਏਗਾ ਤੁਸੀਂ ਜਾ ਰਹੇ ਹੋ ਤੁਸੀਂ ਨਹੀਂ ਹੋਏਗੀ ਤੇ ਕੌਣ ਕਰੇਗਾ ਹੁਣ ਅਗਵਾਈ ਕੌਣ ਜੇ ਮਦਦ ਮੰਗਣ ਜਾਵਾਂਗੇ ਕਿੱਥੋਂ ਜਾਵਾਂਗੇ ਉਹ ਦੱਸੋ ਸੋ ਯੂ ਕੈਨ ਇਮੈਜਿਨ ਵਾਟ ਪਲਾਈਟ ਦੇ ਮਾਈਟ ਹੈਵ ਹੈਡ ਸੋ ਉਹ ਹੁਣ maybe I should discuss it today that part maybe it's related to it ਤੇ ਅਗਲਾ ਜਿਹੜਾ ਪਾਰਟ ਜਿਹੜਾ ਹੈ ਜੋਤੀ ਜੋ ਸਮਾਉਂਦੇ ਹਨ
ਅੰਗੀਠਾ ਉਹਨਾਂ ਦਾ ਮਿਲਿਆ ਨਹੀਂ ਕਿਸੇ ਨੂੰ, ਉਹਨਾਂ ਦਾ ਅੰਗੀਠਾ ਕਿਸੇ ਨੂੰ ਨਹੀਂ ਮਿਲਿਆ। ਮਹਾਰਾਜ ਸੈਲਫ ਇਮੂਲੇਸ਼ਨ ਹੋਈ ਉਹਨਾਂ ਦੀ। ਤੇ ਚੰਦਨ ਦੀਆਂ ਲੱਕੜੀਆਂ ਜਿਹੜੀਆਂ ਮੰਗਵਾਈਆਂ ਹਨ ਆਪ, ਹਿਸਟੋਰੀਕਲ ਰਿਕਾਰਡ ਜੋ ਮਿਲਦਾ ਹੈ ਰਿਕਾਰਡ, ਉਹ ਪੈਸੇ ਉਹਨਾਂ ਨੇ ਆਪਣੇ ਪਰਸਨਲ ਜਿਹੜੇ ਉਹ ਸੰਗਤ ਦੇ ਪੈਸੇ ਵਿੱਚੋਂ ਨਹੀਂ, ਉਹਨਾਂ ਨੇ ਆਪਣੇ ਪਰਸਨਲ ਜਿਹੜੀ ਹੈ ਮਾਇਆ ਦੇ ਕੇ ਭਾਈ ਦਇਆ ਸਿੰਘ ਨੂੰ ਰਿਕੁਐਸਟ ਕੀਤੀ ਕਿ ਉਹ ਜਿਹੜੀ ਲੱਕੜਾਂ ਜਿਹੜੀਆਂ ਹਨ ਮੇਰੀ ਚਿਤਾ ਦੀਆਂ ਤੁਸੀਂ ਆਪ ਮੰਗਵਾਉਣੀਆਂ ਹਨ। ਉਹ ਮੰਗਵਾ ਕੇ ਉਹਨਾਂ ਨੇ ਅਲੱਗ ਇੱਕ ਕਮਰੇ ਵਿੱਚ ਰਖਵਾਈਆਂ, ਹੋਰ ਉੱਥੇ ਚਿਤਾ ਉਹਨਾਂ ਦੀ ਬਣੀ, ਔਰ ਉੱਥੇ ਅੰਦਰ ਕੋਈ ਨਹੀਂ ਗਿਆ, ਉਹ ਅੰਦਰ ਸੀਕ੍ਰੇਸੀ ਵਿੱਚ ਹੋਇਆ ਕੰਮ। Nobody was allowed. Nobody was allowed. Even Bhai Daya Singh Ji was not allowed to be even anywhere close to where Maharaj entered. ਤੇ ਉਹ ਫਿਰ ਸਵੇਰੇ ਆਪਣੇ ਜਿਸ ਤਰ੍ਹਾਂ ਤਿਆਰ ਹੁੰਦੇ ਹਨ ਸ਼ਸਤਰਾਂ ਸਾਹਿਬ ਵਿੱਚ, ਬਿਲਕੁਲ ਉਸੇ ਹੀ ਕਮਰ ਕਸੇ ਨਾਲ ਜਿਸ ਤਰ੍ਹਾਂ ਤੀਰ ਕਮਾਨ ਸਾਰੇ ਸ਼ਸਤਰ ਲੈ ਕੇ ਅੰਦਰ ਜਾਂਦੇ ਹਨ। Let me just, I have 10, let me discuss that. It's related to today. So let me, when maybe Sweetie Didi can discuss the events after his passing away. So मैं share करदा screen, ये भाई नंदलाल जी ਦਾ ਹੁਕਮਨਾਮਾ ਹੈ ਜੀ, ਜਿਹਦੇ ਵਿੱਚ ਮਹਾਰਾਜ ਦੇ ਨਾਲ ਜੋ ਗੱਲਾਂ ਹੋਈਆਂ ਹਨ ਉਸ ਵੇਲੇ ਉਹ documented ਹਨ। ਤੇ ਮੈਂ let me share that. It will take 10 minutes and I think it's better to do it today than next week. ਤੇ ਮੈਂ ਹੁਣ ਸਾਰਾ ਰਹਿਤਨਾਮਾ ਡਿਸਕਸ ਨਹੀਂ ਕਰਨਾ, that would be too much to ask for. ਹੁਣ ਦੇਖੋ ਗੁੰਮ ਗਿਆ ਮੇਰੇ ਕੋਲ, ਇੱਥੇ ਸੀ ਤੇ I've lost it now. Hold on. ਇੱਥੋਂ ਸ਼ੁਰੂ ਹੁੰਦਾ ਰਹਿਤਨਾਮਾ, ਲੇਕਿਨ ਮੈਂ ਇੱਥੋਂ ਡਿਸਕਸ ਨਹੀਂ ਕਰਨਾ। I'm going to discuss it from ਸ੍ਰੀ ਗੁਰੂ ਵਾਚ ਦੋਹਾ, तीन रूप है मोहे को सुनो नंद चित लाए। ਇਹ ਡਿਸਕਸ਼ਨ ਹੁੰਦੀ ਪਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਭਾਈ ਨੰਦ ਲਾਲ ਦੇ ਵਿਚਕਾਰ, ਸੰਗਤ ਦੇ ਵਿਚਕਾਰ ਡਿਸਕਸ਼ਨ ਹੁੰਦੀ ਹੈ। ਇਹ ਡਿਸਕਸ਼ਨ probably took place somewhere between 4th of October to 6th of October ਦੇ ਵਿਚਕਾਰ ਇਹ ਹੈ। ਕਈ ਹਿਸਟੋਰੀਅਨਸ ਕਹਿੰਦੇ ਹਨ ਕਿ maybe this discussion took place near Anandpur Sahib. Most historians say no, this somebody is drawing on these pictures though, whoever that is though, please do not अगर तुसी अगर ना कुछ करो तो मेरी PDF document disturb हो जाएगा, because I have to use that, and whoever did that can help me in erasing those lines. Somebody drew this yellow lines on my page. I don't know why they did that, but somebody did that, Let me read those lines to you. दोहा, तीन रूप है मोहे को सुनो नंद चित लाए। हे नंद लाल, मेरे तीन रूप हैं। ਇਹ ਗੁਰਿਆਈ ਦੇਣ ਤੋਂ ਬਾਅਦ ਦੀ ਗੱਲ ਹੈ। तीन रूप है मोहे को सुनो नंद चित लाए। हे नंद लाल, सुनो चित ला के ध्यान नाल ਇਹ ਗੱਲ सुनो। मेरे तीन रूप हैं, तीन रूप है मोहे को। ਤੇ ਤਿੰਨ ਰੂਪ ਜਿਹੜੇ ਹਨ, ਪਹਿਲਾ ਰੂਪ ਕਹਿ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੇ ਤੋਹੇ ਸਮਝਾਏ। ਇੱਕ ਨਿਰਗੁਣ ਰੂਪ ਵਿੱਚ ਮੇਰਾ ਰੂਪ ਹੈ, ਇੱਕ ਸਰਗੁਣ ਰੂਪ ਵਿੱਚ ਰੂਪ ਹੈ, ਇੱਕ ਸ਼ਬਦ ਰੂਪ ਵਿੱਚ ਹਾਂ ਮੈਂ। हे नंद लाल, मैं ਤੈਨੂੰ ਇਸ ਗੱਲ ਨੂੰ ਸਮਝਾ ਜਾਣਾ ਚਾਹੁੰਦਾ ਹਾਂ ਮੇਰੇ ਜਾਣ ਤੋਂ ਪਹਿਲੇ ਕਿ ਨੰਦ ਲਾਲ ਜੀ ਤੁਹਾਨੂੰ ਕਿਧਰੇ ਕੋਈ ਦਿੱਕਤ ਨਾ ਆਏ ਸਮਝਣ ਵਿੱਚ। ਤੇ ਪਹਿਲਾ ਰੂਪ ਸਮਝਾਉਂਦੇ ਹਨ ਪਹਿਲੇ, ਏਕ ਰੂਪ ਤੈ ਗੁਣ ਤੇ ਪਰੇ। This is the line. Can somebody see my cursor on the screen? Can somebody can say yes or something? Okay. ਏਕ ਰੂਪ, okay. ਏਕ ਰੂਪ ਤੈ ਗੁਣ ਤੇ ਪਰੇ, ਨੇਤ ਨੇਤ ਜਿਹ ਨਿਗਮ ਉਚਰੇ। ਏਕ ਰੂਪ ਤੈ ਗੁਣ ਤੇ ਪਰੇ, ਇਹ ਰੂਪ ਜਿਹੜਾ ਵੈ ਨਿਰਗੁਣ ਰੂਪ ਵਾਲਾ, ਇਹ ਤਿੰਨਾਂ ਗੁਰਾਂ ਤੋਂ ਪਰੇ ਹੈ। ਭਾਵ ਇਹ ਰਜੋ ਸਤੋ ਤੇ ਤਮੋ ਵਿੱਚ ਨਹੀਂ ਆਉਂਦਾ, ਇਹ ਨਿਰਗੁਣ ਰੂਪ ਵਿੱਚ ਹੈ ਮੇਰਾ ਰੂਪ। ਇਹ ਰੂਪ ਉਹ ਵਾਲਾ ਹੈ, ਨਿਗਮ ਦੇ ਮਤਲਬ ਹੈ ਵੇਦ ਸ਼ਾਸਤਰ, ਨੇਤ ਨੇਤ ਮਤਲਬ ਜਿਹਦਾ ਕੋਈ ਅੰਤ ਨਾ ਪਾਇਆ ਜਾ ਸਕੇ, ਜਿਸ ਨੂੰ ਪ੍ਰਮਾਤਮਾ ਨੇਤ ਨੇਤ ਕਹਿੰਦੇ ਹਨ, ਜਿਸ ਨੂੰ ਵੇਦ ਨੇਤ ਨੇਤ ਕਹਿੰਦੇ ਹਨ, ਉਚਰਦੇ ਹਨ। ਇਹ ਨਿਰਗੁਣ ਰੂਪ ਮੇਰਾ ਪ੍ਰਮਾਤਮਾ ਨਾਲ ਮਿਲਿਆ ਹੋਇਆ ਹੈ ਤੇ ਹਰ ਇੱਕ ਵਿੱਚ ਹਾਂ ਮੈਂ। ਹਰ ਇੱਕ ਵਿੱਚ, ਜਿਸ ਤਰ੍ਹਾਂ ਤੁਸੀਂ ਹਰ ਇੱਕ ਵਿੱਚ ਹੋ, ਉਸੇ ਤਰ੍ਹਾਂ ਮੇਰਾ ਨਿਰਗੁਣ ਰੂਪ ਹਰ ਇੱਕ ਵਿੱਚ ਹੈ। ਘਟ ਘਟ ਵਿਆਪਕ ਅੰਤਰਜਾਮੀ, ਜਿਸ ਤਰ੍ਹਾਂ ਉਹ ਵਿਆਪਕ ਹੈ ਅੰਤਰਜਾਮੀ, ਉਹ ਵਿਆਪਕ ਹੈ ਹਰ ਜਗ੍ਹਾ, ਉਸੇ ਤਰ੍ਹਾਂ ਮੇਰਾ ਨਿਰਗੁਣ ਰੂਪ ਹਰ ਇੱਕ ਵਿੱਚ ਹੈ। ਪੂਰ ਰਹੋ ਜਿਉ ਜਲ ਘਟ ਭਾਨੀ, ਤੇ ਉਸੇ ਤਰ੍ਹਾਂ ਮੇਰਾ ਜਿਸ ਤਰ੍ਹਾਂ ਉਹ ਜਲ ਵਿੱਚ ਹਰ ਜਗ੍ਹਾ ਮੌਜੂਦ, ਘਟ ਵਿੱਚ ਮਤਲਬ ਹਰ ਇੱਕ ਦੇ ਦਿਲਾਂ ਵਿੱਚ ਹਰ ਜਗ੍ਹਾ ਮੌਜੂਦ ਹੈ। ਤੇ ਭਾਨੀ ਵਰਡ ਭਾਨ ਤੋਂ ਆਇਆ ਹੈ, ਰੋਸ਼ਨੀ ਤੋਂ। ਕਈਆਂ ਵਿੱਚ ਸੂਰਜ ਨੂੰ ਵੀ ਭਾਨ ਕਿਹਾ ਗਿਆ ਹੈ।
ਦਸਮ ਬਾਣੀ ਵਿੱਚ ਹੀ ਬੜੀ ਵਾਰੀ ਵਰਡ ਭਾਨ ਵਰਡ ਯੂਜ਼ ਕੀਤਾ ਨੇ। ਭਾਨੀ ਜਿਸ ਤਰ੍ਹਾਂ ਰੋਸ਼ਨੀ ਵਿੱਚ, ਹਰ ਰੋਸ਼ਨੀ ਵਿੱਚ ਪ੍ਰਮਾਤਮਾ ਦੀ ਰੋਸ਼ਨੀ ਹੈ, ਹਰ ਹਿਰਦੇ ਵਿੱਚ ਪ੍ਰਮਾਤਮਾ ਬੈਠਾ ਹੋਇਆ ਹੈ, ਹਰ ਜਲ ਵਿੱਚ ਬੈਠਾ ਹੋਇਆ, ਹਰ ਥਲ ਵਿੱਚ ਬੈਠਾ ਹੋਇਆ ਹੈ। ਉਹ ਨਿਰਗੁਣ ਰੂਪ, हे ਨੰਦ ਲਾਲ, ਇਹ ਗੱਲ ਮੇਰੀ ਧਿਆਨ ਨਾਲ ਸੁਣ ਕਿ ਇਹ ਨਿਰਗੁਣ ਰੂਪ ਮੇਰਾ ਹਰ ਜਗ੍ਹਾ ਹੈ। ਉਹ रोम रोम अक्षर जो सो लहे, जराथत बात तुम स्यों सत कहे। रोम रोम अक्षर मन तेरे रोम रोम विच हर एक जगह परमात्मा दा वासा है निर्गुण रूप विच। जदारत बात तुम सो सत कहे, हे नंद लाल, ये सत गल, ये सच्ची गल मैं तेरे नाल गल कह रहा हां। ये एंड ऑफ दी नंबर 13 तक है। हुण दूसरे रूप बारे गल करदे हन कि दूसरा रूप जिहड़ा है वो सरगुण रूप वाला रूप है मेरा। वो मेरे सिख हैं। कौन हैं? देखो लगे आएंगे वर्ड। जो सिख गुरु दर्शन के चाहे ने, गुरु ग्रंथ साहिब महाराज दी पहले गल कही पहले कि शब्द रूप विच केड़ा गुरु आया है। जो सिख गुर दर्शन के चाहे, दर्शन करे ग्रंथ जी आए। जेड़े मेरे दर्शन करना चाहे, तुसी रोंदे हो कि मेरे शरीर दे दर्शन किंज होणगे तुहानू जे मैनू देखना है। तुसी जो सिख गुर दर्शन के चाहे, जिहदी चाहत होवे कि मैनू गुरु दे दर्शन करने हैं, दर्शन करे ग्रंथ जी आए। वो गुरु ग्रंथ साहिब महाराज दे दर्शन करे। ओदे दर्शन समझ लो मेरे शरीर दे दर्शन, उन्हां नू देखना समझ लो मैनू देखना है। मेरे ते इन्हां च कोई फर्क नहीं है। दर्शन करे ग्रंथ जी आए, प्रभास समय करके स्नान, 3 प्रदक्षिणा करे सुजान। प्रभात समय अमृत वेले स्नान करके जेड़े प्रदक्षिणा करते हैं, परिक्रमा करते हैं, सुजान हैं वो जेड़े महाराज दे दर्शन करके ते नाले परिक्रमा करते हैं गुरु ग्रंथ साहिब महाराज दी बाणी दे। उन्हां गुरसिखां दे असी भी ओ सुजान गुरसिखां नू दर्शन साडे गुरु ग्रंथ साहिब महाराज दी बाणी विचों होने हैं। दर्शन जेड़े गुरु ग्रंथ साहिब महाराज दे दर्शन करते हैं, समझ लो मेरे दर्शन करे हैं। हाथ जोड़ कर अदब सो बैठे मोहे हजूर, सीस टेक गुरु ग्रंथ जी, बचन सुनो सो हजूर। हाथ जोड़ के अदब नाल गुरु गोबिंद सिंह महाराज मेरे हजूरी बैठते हैं ते सीस टेक गुरु ग्रंथ जी, गुरु ग्रंथ साहिब महाराज नू अपना सीस टेकते हैं गुरु गोबिंद सिंह जी महाराज। हुण उन्हां दे गुरु हैं, हुण आप गुरु नहीं रहे। जिस वेले गुरियाई थापी गई, ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਗੁਰੂ ਥਾਪੇ ਗਏ ਤੇ ਗੁਰੂ ਨਾਨਕ ਦੇਵ ਦੀ ਗੁਰਿਆਈ ਜਦੋਂ ਲੈਣੇ ਨੂੰ ਗਈ ਤੇ ਆਪ ਹੁਣ ਸੰਗਤ ਵਿੱਚ ਬੈਠਦੇ ਸਨ। ਜਦੋਂ ਗੁਰੂ ਆਪ ਸਨ, ਜਦੋਂ ਸੀਸ ਟੇਕ ਗੁਰੂ ਗ੍ਰੰਥ ਜੀ, ਬਚਨ ਸੁਣੋ ਜੋ ਸੋ ਹਜ਼ੂਰ। ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਸਾਹਮਣੇ ਹਜ਼ੂਰ ਵਿੱਚ ਬੈਠਦੇ ਹਨ ਮੱਥਾ ਟੇਕ ਕੇ ਤੇ ਕਹਿੰਦੇ ਹਨ ਮੇਰੀ ਹਜ਼ੂਰੀ ਵਿੱਚ ਇਹ ਬਚਨ ਨੰਦ ਲਾਲ ਤੂੰ ਇਹ ਵੀ ਸੁਣ ਲੈ। ਤੇ ਭਾਈ ਨੰਦ ਲਾਲ ਨੇ ਜੋ ਸੁਣਿਆ ਤੇ ਉਹਨਾਂ ਨੇ ਆਪਣੇ लिखिया। जो मैं इस लाइन ते आ गया चौपई, शब्द सुने गुर हित चित लाए, ज्ञान शब्द गुर सुने सुनाए। जेड़े गुरु के सिख, जेड़ा गुरु का शुक, शब्द सुने गुर हित चित लाए। हित मने खुशी नाल, प्यार नाल, चित नाल मने ध्यान नाल। हित नाल ते चित नाल दोनों चीजां नाल, खाली ध्यान ना होवे एज अ स्कॉलर, हित नाल भी सुने, प्यार नाल सुने। ज्ञान शब्द गुर सुने सुनाए, ते उस गुरु शब्द का जो ज्ञान है वो आप ही श्रवण करे ते दूसरिਆਂ ਨੂੰ ਵੀ ਸੁਣਾਏ। ਇਹੋ ਜਿਹੇ ਗੁਰਸਿੱਖ ਜਿਹੜੇ ਜਦੋਂ ਬੈਠਦੇ ਹਨ, ਜੋ ਮਮ ਸਾਥ ਚਾਹੇ ਕਰ ਬਾਤ। ਇਹ ਬੜਾ ਕਾਮਨ ਕੁਐਸਚਨ ਸੀ। ਮਾਨਾ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ ਤੇ ਤੁਹਾਡੇ ਨਾਲ ਗੱਲਾਂ ਕਰ ਸਕਦੇ ਆ। ਅਸੀਂ ਕੁਐਸਚਨ ਪੁੱਛਦੇ ਆ, ਤੁਸੀਂ ਜਵਾਬ ਦੇ ਦਿੰਦੇ ਹੋ। ਤੁਸੀਂ ਹੋਗੇ ਨਹੀਂ, ਕੱਲ ਤੁਸੀਂ ਚਲੇ ਜਾਣਾ ਹੈ ਤੇ ਜੇ ਕੱਲ ਤੁਸੀਂ ਨਹੀਂ ਹੋਵੋਗੇ ਤੇ ਕਿਹਦੇ ਨਾਲ ਕੁਐਸਚਨ ਪੁੱਛਾਂਗੇ। ਜੋ ਮਮ ਸਾਥ ਚਾਹੇ ਕਰ ਬਾਤ, ਮਮ ਸੰਸਕ੍ਰਿਤ ਦਾ ਵਰਡ ਹੈ ਮਮਾ, ਮੇਰੇ ਨਾਲ। ਜੋ ਮਮ ਸਾਥ ਚਾਹੇ ਕਰ ਬਾਤ, ਜਿਹੜੇ ਮੇਰੇ ਨਾਲ ਗੱਲਾਂ ਜਿੰਨੀਆਂ ਕਰਨੀਆਂ ਚਾਹੁੰਦੇ ਹੋ, ਜੋ ਮੇਰੇ ਨਾਲ ਗੱਲ ਕਰਨੀਆਂ ਚਾਹੁੰਦੇ ਹੋਵੇ। ਅਗਲਾ ਲਾਈਨ ਪੜੋਗੇ ਹੈਰਾਨ ਰਹਿ ਜਾਓਗੇ। ਗ੍ਰੰਥ ਜੀ ਪੜੇ ਸੁਣੇ ਵਿਚਾਰੇ ਸਾਥ। ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠ ਕੇ ਮਹਾਰਾਜ ਦਾ ਪਾਠ ਕਰਨਗੇ ਤੇ ਬਾਣੀ ਨੂੰ ਵਿਚਾਰਨਗੇ, ਉਹ ਸਮਝ ਲਓ ਮੇਰੇ ਨਾਲ ਗੱਲਾਂ ਕਰਦੇ ਪਏ। ਉਹ ਸਮਝ ਲਓ ਮੇਰੇ ਨਾਲ ਵਿਚਾਰ ਆਂਦਰਾ ਕਰਦੇ ਪਏ। ਉਹ ਸਮਝ ਲਓ ਗੱਲਾਂ ਦਸਮ ਪਾਤਸ਼ਾਹ ਨਾਲ ਹੋ ਰਹੀਆਂ। ਉਹ ਸਮਝ ਲਓ ਮੇਰੇ ਨਾਲ ਗੱਲਾਂ ਕਰਦੇ ਪਏ। ਜਿਹੜਾ ਬਾਣੀ ਦਾ ਪਾਠ ਕਰੇਗਾ
ਫਿਰ ਕਿਸੇ ਨੇ ਕਿਹਾ ਮਹਾਰਾਜ ਜੇ ਅਸੀਂ ਇਹ ਤੁਹਾਡਾ ਤੇ ਅਸੀਂ ਗੱਲਾਂ ਕਰ ਲਿੱਤੀਆਂ, ਜੇ ਤੁਹਾਨੂੰ ਸੁਣਨਾ ਹੋਵੇ ਫਿਰ। ਉਹ ਵੀ ਅਗਲੇ ਬਚਨ ਆਏ ਹਨ। ਥੈਂਕ ਗॉड ਇਹ ਸਾਰੀਆਂ ਗੱਲਾਂ ਰਿਕਾਰਡਡ ਹਨ ਭਾਈ ਨੰਦ ਲਾਲ ਜੀ ਦੀ। ਔਰ ਇੱਕ ਗੱਲ ਮੈਂ ਹੋਰ ਚੇਤਾ ਕਰਾ ਦਿਆਂ ਸਭ ਨੂੰ, ਅਨਲਾਈਕ ਗੁਰਬਿਲਾਸ, ਅਨਲਾਈਕ ਸੂਰਜ ਪ੍ਰਕਾਸ਼, ਅਨਲਾਈਕ ਜਨਮ ਸਾਖੀਆਂ, ਇਹ ਚੇਤਾ ਰਵੇ ਸਭ ਨੂੰ ਕਿ ਭਾਈ ਨੰਦ ਲਾਲ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਤੁਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਜਿਤਨਾ ਇੱਜ਼ਤ ਮਾਨ ਹੈ ਸਿੱਖ ਪਰਿਵਾਰਾਂ ਵਿੱਚ, ਸਿੱਖ ਉਤਨਾ ਹੀ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਸਤਿਕਾਰ ਹੈ। ਹਰਮੰਦਰ ਸਾਹਿਬ ਹੁਣ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਛੋੜ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿਤ ਸਵਈਏ, ਭਾਈ ਨੰਦ ਲਾਲ ਜੀ ਦੀ ਬਾਣੀ ਤੇ ਦਸਮ ਪਿਤਾ ਦੀ ਬਾਣੀ ਨੂੰ ਛੋੜ ਕੇ ਹੋਈ ਕੋਈ ਬਾਣੀ ਦੀ ਉਹ ਤੁਲ ਨਹੀਂ ਮੰਨੀ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਇਹ ਜਿਹੜੀਆਂ ਲਾਈਨਾਂ ਭਾਈ ਨੰਦ ਲਾਲ ਜੀ ਦੀ ਬਾਣੀ ਵਿੱਚੋਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਤੁਲ ਦੇ ਹਨ ਮੁਕਾਬਲੇ। ਜੋ ਮਮ ਸਾਥ ਚਾਹੇ ਕਰ ਬਾਤ, ਜਿਹੜੇ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹੋਣ, ਅਗਲੀ ਲਾਈਨ ਦੇਖੋਗੇ ਤਾਂ ਤੁਹਾਨੂੰ ਆਪੇ ਕਲੈਰਿਟੀ ਹੋ ਜਾਏਗੀ। ਗ੍ਰੰਥ ਜੀ ਪੜੇ ਸੁਣੇ ਵਿਚਾਰੇ ਸਾਥ, ਜੋ ਮੁਝ ਬਚਨ ਸੁਣਨ ਕੇ ਚਾਹੇ, ਜਿਹੜੇ ਚਾਹੁੰਦੇ ਹਨ ਕਿ ਮੇਰੇ ਬਚਨ ਸੁਣਨੇ ਹੋਣ। ਜਿੰਨੇ ਕਈਆਂ ਨੇ ਕੋਲੇ ਕਿ ਤੁਹਾਡੀਆਂ ਗੱਲਾਂ ਸੁਣਨੀਆਂ ਹੋਣ ਤੇ ਫਿਰ ਕੀ ਕਰਾਂਗੇ। ਗ੍ਰੰਥ ਜੀ ਪੜੇ ਸੁਣੇ ਚਿਤ ਲਾਏ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜਨਗੇ ਸੁਣਨਗੇ, ਚਿਤ ਲਾ ਕੇ ਸੁਣਨਗੇ, ਉਹ ਸਮਝ ਲਓ ਮੇਰੇ ਨਾਲ ਗੱਲਾਂ, ਉਹ ਮੇਰੇ ਬਚਨ ਸੁਣਦੇ ਪਏ ਹਨ। ਤੇ ਜਿਹੜੇ ਉਹ ਪੜਨਗੇ ਆਪ ਤੇ ਇਹ ਸਮਝ ਲਓ ਕਿ ਮੈਨੂੰ ਸੁਣਾ ਰਹੇ ਹਨ। ਸੋ ਜੋ ਮਮ ਸਾਥ ਚਾਹੇ ਕਰ ਬਾਤ, ਗ੍ਰੰਥ ਜੀ ਪੜੇ ਸੁਣੇ ਵਿਚਾਰੇ ਸਾਥ, ਜੋ ਮੁਝ ਬਚਨ ਸੁਣਨ ਕੇ ਚਾਹੇ, ਗ੍ਰੰਥ ਜੀ ਪੜੇ ਸੁਣੇ ਚਿਤ ਲਾਏ। ਜੇ ਮੇਰੇ ਨਾਲ ਗੱਲਾਂ ਕਰਨੀਆਂ ਹੋਣ ਜਾਂ ਮੈਨੂੰ ਗੱਲਾਂ ਕਰਾਉਣੀਆਂ ਹੋਣ ਤੇ ਸਮਝ ਲਓ ਫਿਰ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਦੇ ਦਰਸ਼ਨ ਕਰੇ ਤੇ ਪੜੇ। ਤੇ ਅਗਲੀ ਲਾਈਨ ਸੁਣ ਕੇ ਤੇ ਕਿਸੇ ਗੱਲ ਦੀ ਹੈਰਾਨਗੀ ਚਲੀ ਜਾਂਦੀ ਹੈ। ਮੇਰਾ ਰੂਪ ਗ੍ਰੰਥ ਜੀ ਜਾਣ। ਹੁਣ ਤੋਂ ਬਾਅਦ ਜੇ ਮੈਨੂੰ ਦੇਖਣਾ ਹੋਵੇ ਕਿਸੇ ਨੇ, ਮੇਰੇ ਦਰਸ਼ਨ ਕੋਲ ਕਰਨੇ ਹੋਣ ਕਿਸੇ ਨੇ, ਮੇਰਾ ਰੂਪ ਕਿਸੇ ਨੇ ਦਰਸ਼ਨ ਕੀਤਾ ਹੋਵੇ, ਇਹ ਭਾਈ ਨੰਦ ਲਾਲ ਜੀ ਲਿਖਦੇ ਹਨ, ਮੇਰਾ ਰੂਪ ਗ੍ਰੰਥ ਜੀ ਜਾਣ, ਇਨਮੇ ਭੇਦ ਨਹੀਂ ਕੁਛ ਮਾਣ। ਮੇਰੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕੋਈ ਭੇਦ ਨਾ ਸਮਝਣਾ ਤੋਂ ਲੈ ਕੇ। ਉਹ ਜਿਹੜੇ ਭੇਦ ਕਰਦੇ ਹਨ ਨਾ, ਜਿਹੜੇ ਸਮਝਦੇ ਹਨ ਫਰਕ ਹਨ, ਉਹ ਸਿੱਖ ਨਹੀਂ ਹਨ ਮੇਰੇ ਸਾਥ ਦੇ ਨਾਲ। ਵੀ ਮਹਾਰਾਜ ਦੇ ਆਪਣੇ ਬਚਨ ਭਾਈ ਨੰਦ ਲਾਲ ਜੀ ਦੇ ਮੂੰਹੋਂ ਕਢਵਾਏ ਹਨ ਉਹਨਾਂ ਨੇ, ਇਸਮੇ ਭੇਦ ਨਹੀਂ ਕਿਛ ਮਹਾਨ। ਤੇ ਮਹਾਰਾਜ ਜੇ ਤੁਹਾਡੇ ਸਰੀਰ ਨੂੰ ਛੋੜਨ ਦੀ ਆਦਤ ਪੈ ਗਈ ਹੋਵੇ ਫਿਰ ਕੀ ਕਰਾਂਗੇ ਅਸੀਂ। ਇਹ ਤੇ ਬਾਣੀ, ਇਹ ਤੇ ਪੱਤਰੇ ਹਨ ਪੇਜ ਦੇ। ਤੇ ਕਹਿੰਦੇ ਹਨ ਹੁਣ ਤੀਸਰ ਰੂਪ ਸਿੱਖ ਹੈ ਮੋਰ, ਮੇਰਾ ਤੀਸਰਾ ਰੂਪ ਮੇਰੇ ਸਿੱਖ ਹਨ। ਪਰ ਸਾਰੇ ਸਿੱਖਾਂ ਦੇ ਬਾਰੇ ਗੱਲ ਨਹੀਂ ਹੈ, ਕਿਹੋ ਜਿਹੇ ਸਿੱਖ ਪਸੰਦ ਹਨ ਉਹਨਾਂ ਨੂੰ। ਉਹ ਸਿੱਖ ਗੁਰਬਾਣੀ ਰਤ ਜਹ ਨਿਸਪੋਰ, ਰਤ ਮਤਲਬ ਰੱਤੇ ਹੋਏ, ਪਿਆਰ ਨਾਲ ਇੱਕ ਮਿਕ ਹੋਏ, ਜਿਹੜੇ ਗੁਰਬਾਣੀ ਨਾਲ ਰੱਤੇ ਹੋਏ ਜਿਹੜੇ ਸਿੱਖ ਹਨ। ਨਿਸਪੋਰ, ਨਿਸ ਰਾਤ ਨੂੰ ਕਹਿੰਦੇ ਹਨ ਤੇ ਭੋਰ ਸਵੇਰ ਨੂੰ ਕਹਿੰਦੇ ਹਨ। ਰਾਤੀ ਤੇ ਸਵੇਰੇ ਗੁਰਬਾਣੀ ਨਾਲ ਜਿਹੜੇ ਰੱਤੇ ਹੋਏ ਹਨ ਸਿੱਖ, ਉਹ ਮੇਰਾ ਰੂਪ ਸਮਝ ਲਓ। ਜਿਹੜੇ ਮੇਰੇ ਨਾਲ ਜਿਹੜੇ ਉਹ ਸਮਝ ਲਓ ਉਹਨਾਂ ਨੇ ਸਰੀਰ ਨੂੰ ਛੋਹਣਾ ਸਮਝ ਲਓ, ਮੈਨੂੰ ਛੋਇਆ। ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਹ ਨਿਸਪੋਰ, ਵਿਸਾ ਪ੍ਰੀਤ ਗੁਰ ਸ਼ਬਦ ਜੋ ਤਰੈ। ਵਿਸਾ ਪ੍ਰੀਤ ਗੁਰ ਸ਼ਬਦ ਜੋ ਤਰੈ, ਗੁਰ ਕਾ ਦਰਸ ਨਿਤ ਉੱਠ ਕਰੈ। ਜਿਹੜੇ ਇਤਨਾ ਪਿਆਰ ਕਰਦੇ ਹੋਣ ਸ਼ਬਦ ਗੁਰੂ ਨਾਲ, ਵਿਸਾ ਮਨੇ ਅਲੱਗ ਹੋ ਜਾਣਾ, ਵਿਸਾ ਨਹੀਂ ਕਰ ਸਕਣ ਜਿਹੜੇ ਆਪਣੇ ਗੁਰੂ ਸ਼ਬਦ ਨਾਲ, ਗੁਰਬਾਣੀ ਨਾਲ ਜਿਹੜਾ ਆਪਣਾ ਵਿਛੋੜਾ ਸਹਿ ਨਾ ਸਕਣ। ਗੁਰ ਕਾ ਦਰਸ ਨਿਤ ਉੱਠ ਕਰੈ, ਜਿਹੜੀ ਗੁਰੂ ਦਾ ਦਰਸ਼ਨ ਜਿਹੜਾ ਵੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਜਿਹੜੇ ਨਿਤ ਉੱਠ ਰੋਜ਼ ਕਰਦੇ ਹਨ, ਜਿਹੜੇ ਗੁਰ ਕਾ ਦਰਸ ਨਿਤ ਉੱਠ ਕਰੈ, ਵਿਸਾ ਪ੍ਰੀਤ ਗੁਰ ਸ਼ਬਦ ਜੋ ਤਰੈ। ਇਹੋ ਜਿਹੇ ਗੁਰਸਿੱਖਾਂ ਨੂੰ ਛੂਹਣਾ, ਇਹੋ ਜਿਹੇ ਗੁਰਸਿੱਖਾਂ ਨੂੰ ਦੇਖਣਾ ਸਮਝ ਲਓ ਮੇਰੇ ਦਰਸ਼ਨ ਹੋਏ ਹਨ। ਗਿਆਨ ਸ਼ਬਦ ਗੁਰ ਸੁਣੇ ਸੁਣਾਏ, ਜਿਹੜਾ ਗਿਆਨ ਗੁਰੂ ਦਾ ਸੁਰਦੇ ਹਨ ਤੇ ਸੁਣਾਉਂਦੇ ਹਨ, ਸੇਵਾ ਵੀ ਕਰਦੇ ਹਨ ਨਾਲ। ਗੁਰ ਕਾ ਵਿਸਾ ਪ੍ਰੀਤ ਗੁਰ ਸ਼ਬਦ ਜੋ ਤਰੈ, ਗੁਰ ਕਾ ਦਰਸ ਨਿਤ ਉੱਠ ਕਰੈ। ਗਿਆਨ ਸ਼ਬਦ ਗੁਰ ਸੁਣੇ ਸੁਣਾਏ, ਜਪ ਜੀ ਜਾਪ ਪੜੇ ਚਿਤ ਲਾਏ। ਜਿਹੜੇ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਤੇ ਜਾਪ ਸਾਹਿਬ ਦਾ ਪਾਠ ਕਰਦੇ ਹਨ,
चित ला के ਜਿਹੜੇ ਕਰਦੇ ਹਨ ਨਾ ਜਿਹੜੇ ਸਵੇਰੇ ਜਿਹੜੇ ਇਸ ਅਵਸਥਾ ਤੇ ਪਹੁੰਚੇ ਹਨ ਉਹਨਾਂ ਗੁਰਸਿੱਖਾਂ ਵੀਰਾਂ ਦੇ ਮਾਈਆਂ ਭਾਇਆਂ ਦੇ ਦਰਸ਼ਨ ਜਿਹੜੇ ਹਨ ਸਮਝ ਲਓ ਉਹਨਾਂ ਦਾ ਸਰੀਰ ਹੈ ਨੰਦ ਲਾਲ ਉਹਨਾਂ ਦਾ ਸਰੀਰ ਦੇ ਦਰਸ਼ਨ ਸੋ ਲੋ ਮੇਰੇ ਦਰਸ਼ਨ ਗੁਰਦੁਆਰ का दर्शन करे परदारा का त्याग जो करे ਜਿਹੜੇ ਗੁਰਦੁਆਰੇ ਰਾ ਕੇ ਰੋਜ਼ ਗੁਰਦੁਆਰੇ ਜਾ ਕੇ ਮੇਰੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਜਿਹੜੇ ਕਰਦੇ ਹਨ ਪਰਦਾਰਾ का त्याग जो करे ਜੋ ਦੂਸਰਿਆਂ ਦਾ ਧਨ ਨਹੀਂ ਚੁਰਾਉਂਦੇ ਜੋ ਦੂਸਰਿਆਂ ਦੀ ਇਸਤਰੀਆਂ ਤੇ ਨਜ਼ਰ ਨਹੀਂ ਜਿਹੜੇ ਰੱਖਦੇ ਤੇ ਇੱਕ ਗੱਲ ਕਹਿ ਕੇ ਮੈਂ ਹੁਣ ਬਸ ਮੈਂ ਕਹਿ ਕੇ ਇਥੇ 2 ਲਾਈਨਾਂ ਹੋਰ ਪੜਾਂਗਾ ਕਿ ਇੱਕ ਗੱਲ ਹੋਰ ਸੁਣ ਲੈ ਇਹ ਸਿਰਫ ਬਾਣੀ ਪੜਨ ਸੁਣਾਉਣ ਵਾਲੀ ਨਹੀਂ ਹੈ ਸੇਵਾ ਵਿੱਚ ਹੀ ਪ੍ਰਤੱਖ ਹੋਵੇ ਮੇਰਾ ਸਿੱਖ ਗੁਰਸਿੱਖ ਸੇਵਾ ਕਰੇ ਚਿਤ ਲਾਏ ਤੇ ਜਿਹੜਾ ਸੇਵਾ ਨਹੀਂ ਕਰ ਸਕਦਾ ਉਹ ਸਿੱਖ ਉਸ ਵਿੱਚ ਮੈਨੂੰ ਨਾ ਦੇਖਣਾ ਜਿਹੜੇ ਸੇਵਾ ਚ ਨਹੀਂ ਜੁੜਦੇ ਜਿਹੜੇ ਗੁਰੂ ਕੀ ਸੇਵਾ ਨਹੀਂ ਕਰਦੇ ਜਿਹੜੇ ਭੁੱਖਿਆਂ ਨੂੰ ਰੋਟੀਆਂ ਨਹੀਂ ਖਵਾਉਂਦੇ ਜਿਹੜੇ ਗਰੀਬਾਂ ਨੂੰ ਪੜ੍ਹਾਉਂਦੇ ਨਹੀਂ ਜਿਹੜੇ ਕੀਰਤਨ ਦਾ ਅੱਗੇ ਸਿਖਲਾਈ ਵਿੱਚ ਨਹੀਂ ਹੈ ਜਿਹੜੇ ਗੁਰਬਾਣੀ ਆਪ ਪੜ੍ਹ ਕੇ ਹੀ ਅੱਗੇ ਕਰ ਲੈਂਦੇ ਹਨ ਉਸ ਵਿੱਚ ਮੇਰੇ ਦਰਸ਼ਨ ਨਹੀਂ ਹੋ ਸਕਦੇ ਗੁਰਸਿੱਖ ਸੇਵਾ ਕਰੇ ਚਿਤ ਲਾਹੇ ਜਿਹੜਾ ਚਿਤ ਲਾ ਕੇ ਗੁਰੂ ਦੀ ਸੇਵਾ ਕਰਦੇ ਹਨ ਆਪਾ ਮਨ ਕਾ ਸਗਲ ਮਿਟਾਏ ਜਿਹੜੇ ਆਪ ਮਿਟਾ ਕੇ ਗੁਰੂ ਦੀ ਸੇਵਾ ਕਰਦੇ ਹਨ ਪੂਰੀ ਹਿਊਮੈਨਿਟੀ ਵਿੱਚ ਮੈਨੂੰ ਦੇਖਦੇ ਹਨ ਇਨ ਕਰਮਨ ਮੇ ਜੋ ਪ੍ਰਧਾਨ ਸੋ ਸਿੱਖ ਰੂਪ ਮੇਰਾ ਪਹਿਚਾਨ ਹੋਰ ਦੱਸੋ ਇਸ ਤੋਂ ਕਲੈਰਿਟੀ ਹੋ ਸਕਦੀ ਹੈ ਹੋਰ ਕੋਈ ਮੈਂ ਕਹਿੰਦਾ ਧੰਨ ਹਨ ਭਾਈ ਨੰਦ ਲਾਲ ਜਿਨ੍ਹਾਂ ਨੇ ਇਤਨੀ ਕਲੈਰਿਟੀ ਦੇ ਨਾਲ ਇਸ ਰਹਿਤਨਾਮੇ ਨੂੰ and I don't understand why we don't discuss this more in the gurdwaras I don't understand ਇਸ ਰਹਿਤਨਾਮੇ ਦੀ ਕਾਪੀ ਹਰ ਕਿਉਂ ਨਹੀਂ ਗੁਰਦੁਆਰੇ ਦੀ ਫਰੰਟ ਪੇਜ ਤੇ ਛਪੀ ਹੁੰਦੀ ਕਿ ਤਾਂ ਕਿ ਸਭ ਨੂੰ ਪਤਾ ਲੱਗੇ ਵੀ ਕਿਸ ਗੁਰਸਿੱਖ ਦੇ ਵਿੱਚੋਂ ਦਰਸ਼ਨ ਮੇਰੇ ਹੋਣੇ ਹਨ ਗੁਰਸਿੱਖਾਂ ਨੂੰ ਰਹਿਤਨਾਮਾ ਲੰਬਾ ਹੈ ਮੈਂ ਸਾਰਾ ਰਹਿਤਨਾਮਾ ਡਿਸਕਸ ਨਹੀਂ ਕਰਨਾ ਇਹ ਕਰਮਨ ਮੇ ਜੋ ਪ੍ਰਧਾਨ ਇਹਨਾਂ ਕੰਮਾਂ ਵਿੱਚ ਜੋ ਪ੍ਰਧਾਨ ਹੋਏਗਾ ਜੋ ਇਹਨਾਂ ਪੂਰਨਿਆਂ ਤੇ ਚੱਲੇਗਾ ਜਿਹੜਾ ਗੁਰਸਿੱਖ ਸੋ ਸਿੱਖ ਰੂਪ ਮੇਰਾ ਪਹਿਚਾਨ ਉਸ ਗੁਰਸਿੱਖ ਵਿੱਚੋਂ ਮੇਰੇ ਦਰਸ਼ਨ ਹੋਣਗੇ ਤੁਹਾਨੂੰ ਉਸ ਗੁਰਸਿੱਖ ਵਿੱਚੋਂ ਮੈਂ ਤੁਹਾਨੂੰ ਨਜ਼ਰ ਆਵਾਂਗਾ ਤੁਸੀਂ ਮੈਨੂੰ ਛੂ ਸਕਦੇ ਹੋ ਉਸ ਗੁਰਸਿੱਖ ਦੇ ਦੁਆਰਾ ਸੋ ਇਹ ਪਾਵਨ ਉਪਦੇਸ਼ ਭਾਈ ਨੰਦ ਲਾਲ ਜੀ ਦਾ I'm going to stop sharing my should I stop sharing my screen? Does anybody have any question on any particular line? Then I'll not share though. Stop sharing. Let me know if somebody has any questions on any particular line ਦੇ ਉੱਤੇ ਜੋ ਮੈਂ ਡਿਸਕਸ ਕੀਤੀਆਂ ਹੁਣੇ ਭਾਈ ਨੰਦ ਲਾਲ ਜੀ ਦੀਆਂ ਨਹੀਂ ਤੇ I will stop sharing the screen right now because nobody has a question. So I don't think so ਇਸ ਤੋਂ ਜ਼ਿਆਦਾ ਕਲੈਰਿਟੀ ਹੋਰ ਤੁਹਾਨੂੰ ਕਿਧਰੇ ਮਿਲੇਗੀ ਹੋਰ ਗੁਰਬਾਣੀ ਵਿੱਚੋਂ ਜਾਂ ਕਿਧਰੋਂ ਹੋਰ ਤੇ ਇਹ ਗੱਲਾਂ 5 ਜਾਂ 6 ਜਾਂ 7 ਅਕਤੂਬਰ ਨੂੰ ਹੈਨ ਹੋਈਆਂ ਇਤਿਹਾਸ ਲਿਖਿਆ ਮਿਲਦਾ ਹੈ ਕਿ ਸੰਗਤਾਂ ਘਰ ਨਹੀਂ ਜਾਂਦੀਆਂ ਸਨ ਉਹਨਾਂ ਨੂੰ ਪਤਾ ਸੀ 2-3 ਦਿਨ ਬਾਅਦ ਮਹਾਰਾਜ ਨੇ ਚਲੇ ਜਾਣਾ ਹੈ ਦੂਰੋਂ ਜਿੱਥੋਂ ਲੋਕਾਂ ਨੂੰ ਪਤਾ ਲੱਗਿਆ ਸੰਗਤਾਂ ਇਕੱਠੀਆਂ ਹੋਈਆਂ I can imagine the ਦ੍ਰਿਸ਼ ਉਸ ਉਹਨਾਂ ਦਿਨਾਂ ਦਾ 3-4 ਦਿਨਾਂ ਦਾ what would have happened ਉਹਨਾਂ ਦੇ ਜਾਣ ਤੋਂ ਪਹਿਲੇ ਤੇ ਕਿਤਨੇ ਕੁਐਸਚਨ ਆਏ ਹੋਣੇ ਕਈਆਂ ਨੇ 52 ਲਿਖੇ ਹਨ ਉਹਨਾਂ ਦੇ ਬਚਨ 52 ਉਹ ਅਲੱਗ ਹੈ ਇਹ ਇਸ ਵਿੱਚੋਂ ਮੈਂ 94 ਜਿਹੜੇ ਹਨ ਕਿਉਂਕਿ ਇਹ ਅਥਾਰਟੀ ਬੜੀ ਭਾਈ ਨੰਦ ਲਾਲ ਜੀ ਦੀ ਅਥਾਰਟੀ ਬਹੁਤ ਐਸਟੈਬਲਿਸ਼ਡ ਅਥਾਰਟੀ ਹੈ ਇਹਨਾਂ ਕੋਈ ਡਾਊਟ ਨਹੀਂ ਕਰ ਸਕਦਾ ਇਸ ਅਥਾਰਟੀ ਨੂੰ ਕੋਈ ਵੀ ਔਰ ਭਾਈ ਨੰਦ ਲਾਲ ਜੀ ਦੀ ਆਪਣੀ ਬਾਣੀ ਹੈ ਔਰ ਉਹ ਸੁੱਚੀ ਬਾਣੀ ਮੰਨੀ ਗਈ ਹੈ ਮੈਂ ਕਿਹਾ ਵੀ ਹੈ ਪਹਿਲੇ ਤੁਹਾਨੂੰ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਬਿਤ ਸਵਈਏ ਤੇ ਭਾਈ ਨੰਦ ਲਾਲ ਜੀ ਦੀ ਸਾਰੀ ਬਾਣੀ ਨੂੰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੁਲ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੋ ਇੱਜ਼ਤ ਮਾਨ ਹੈ ਉਹ ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਇੱਜ਼ਤ ਮਾਨ ਗੁਰਸਿੱਖਾਂ ਨੇ ਦਿੱਤਾ ਹੈ ਸੋ I hope you guys learned a lot today ਉਸ ਦਿਨ ਦਾ ਵਾਤਾਵਰਣ ਉਸ ਦਿਨ ਦਾ ਮਾਹੌਲ ਤੇ unfortunately ਸਿਟੀ ਦੀ ਤੁਹਾਡਾ ਨੰਬਰ ਨਹੀਂ ਆਇਆ ਅਗਲੇ next Sunday you will start off with the class with reading that part and maybe when she is reading that I can have somebody else read maybe have somebody else read the ਜਿਹੜੇ ਗੁਰਮਤੇ ਜਿਹੜੇ ਪਾਸ ਹੋਏ ਹਨ ਉਸ ਦਿਨ ਵੱਡੇ ਜਿਹੜੇ 5 ਜਿਹੜੇ ਪਹਿਲੇ ਮੈਂ ਸੋਚਿਆ ਸੀ ਉਹਨਾਂ ਗੁਰਮਤਿਆਂ ਨੂੰ ਮੈਂ ਇੰਗਲਿਸ਼ ਵਿੱਚ ਜਾਂ ਪੰਜਾਬੀ ਚ ਮੈਂ ਆਪਣੀ ਲੈਂਗੁਏਜ ਸਮਝਾ ਦਿਆਂਗਾ but it might be a good idea just to read the real gurmatas ਜਿਹੜੇ documented ਹਨ ਕਲਗੀਧਰ ਚਮਤਕਾਰ ਵਿੱਚ maybe we can read it from there ਹਾਂਜੀ Kaunji you can say something ਅੱਛਾ anybody who wants to share something or want to have a question ਜਾਂ ਕੋਈ ਚੀਜ਼ ਨਾ ਸਮਝ ਆਈ ਹੋਵੇ
it's a pretty emotional topic to talk about, especially for me, because last month and a half, especially last week, though, as I told you, I feel like I'm sitting in Nader, you know. I feel like एक गल होर याद रखियो कि हुण भी प्रथा वही है नादेड़ पहले गोदावरी तो there is still would you believe this कि हुण तक गगरिया है ना सेवादार दा हुण तक गगरिया जांदा है गोदावरी सवेरे और पता है टाइम है जिन्होंने दर्शन कीते गगरिया दे ਜਿਹੜੇ ਉਹ ਇੱਕ ਸੈਰੇਮਨੀ ਹੈ ਜਿਹੜੀ ਹਜ਼ੂਰ ਸਾਹਿਬ ਜਾਇਓ ਨੈਕਸਟ ਟਾਈਮ ਜਿਹਨੇ ਨਹੀਂ ਕੀਤੇ ਉਹ ਜ਼ਰੂਰ ਦਰਸ਼ਨ ਕਰਿਓ ਰਾਤੀ 2 ਵਜੇ ਮਹਾਰਾਜ ਦੀ ਕੀਰਤਨ ਕਰਦਿਆਂ ਹੋਇਆਂ ਗਗਰੀਆ ਜਾਂਦਾ ਹੈ ਉਹਦੇ ਨਾਲ ਸੰਗਤ ਜਾਂਦੀ ਹੈ ਗੋਦਾਵਰੀ ਜਿੱਥੋਂ ਪਾਣੀ ਗੋਦਾਵਰੀ ਚੋਂ ਭਰ ਕੇ ਵਾਪਸ ਲਿਆਇਆ ਜਾਂਦਾ ਹੈ ਮਹਾਰਾਜ ਦੇ ਟਾਈਮ ਵੀ ਇੰਜ ਹੁੰਦਾ ਸੀ ਮਹਾਰਾਜ ਇਸ਼ਨਾਨ ਕਰਦੇ ਸਨ ਜਦੋਂ ਸਵੇਰੇ ਆਪ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੇ ਆਸ-ਪਾਸ ਅੰਗੀਠੇ ਦੀ ਜਿਹੜੀ ਜਿੱਥੇ ਅੰਦਰ ਕਿਸ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਉਹਦੀ ਜਿਹੜੀ ਸਫਾਈ ਜਿਹੜੀ ਹੈ ਉਹ ਗਗਰੀਆ ਦੇ ਪਾਣੀ ਦੇ ਉੱਥੋਂ ਹੁੰਦੀ ਹੈ ਪਹਿਲੇ ਸ਼ਸਤਰਾਂ ਦਾ ਇਸ਼ਨਾਨ ਕਰਾਇਆ ਜਾਂਦਾ ਹੈ ਸਵੇਰੇ ਤੇ ਸ਼ਸਤਰਾਂ ਨੂੰ ਸਜਾਇਆ ਜਾਂਦਾ ਹੈ ਉਹਨਾਂ ਦੇ ਸ਼ਸਤਰਾਂ ਨੂੰ next time I will speak more about the maryada of Hazur Sahib jo utte di maryada jo hai puratan aur shastran di importance ਉਹਨਾਂ ਦੇ ਸ਼ਸਤਰਾਂ ਦੇ ਇਸ਼ਨਾਨ ਦੀ importance ਬਹੁਤ important ਸਿੱਖ ਜਗ੍ਹਾ ਹੈ ਜਿਹੜੀ ਤੁਸੀਂ ਜ਼ਰੂਰ ਦਰਸ਼ਨ ਕਰਨੇ ਹਨ ਜੀ ਸਾਰਿਆਂ ਨੇ ਹਾਂਜੀ anybody else has any question otherwise ਮੇਰਾ ਥੋੜਾ extra ਹੋ ਗਿਆ time but I wanted to finish this chapter today Surinder ji